ਲਓ ਜੀ, ਇੱਕ ਵਾਰ ਫਿਰ ਤੋਂ ਹਾਜ਼ਰ ਹਾਂ ਪ੍ਰੋਗਰਾਮ ਪ੍ਰਾਈਮ ਫੋਕਸ ਦੇ ਵਿੱਚ। ਮੈਂ ਗੁਰਪ੍ਰੀਤ ਸੰਧਾਵਾਲੀਆ ਤੇ ਹਰ ਰੋਜ਼ ਇਸ ਵੇਲੇ ਤੁਹਾਡੇ ਨਾਲ ਹਾਜ਼ਰੀ ਲਵਾਈਦੀ ਹੈ। ਕੋਸ਼ਿਸ਼ ਇਹ ਹੁੰਦੀ ਹੈ ਕਿ ਵੀ ਖਬਰਾਂ ਜਿਹੜੀਆਂ ਨੇ ਇੱਧਰ ਉੱਧਰੋਂ ਆਉਂਦੀਆਂ ਜਾਂਦੀਆਂ ਉਹ ਆਪ ਜੀ ਦੇ ਨਾਲ ਸਾਂਝੀਆਂ ਕਰ ਲਈਏ। ਤੁਸੀਂ ਕਹਿ ਦਿੰਦੇ ਆ ਵੀ ਸਾਡਾ ਸਟਾਇਰ ਜਾਂ ਜਿਵੇਂ ਅਸੀਂ ਗੱਲ ਕਰਦੇ ਉਹ ਸਮਝ ਆ ਜਾਂਦਾ, ਜੇ ਆ ਜਾਂਦਾ ਤਾਂ ਸਮਝੋ ਸਾਡੀ ਪ੍ਰਾਪਤੀ ਹੈ। ਅਤੇ ਜਿਹੜੇ ਅਜੇ ਵੀ ਵੀਰਾਂ ਭੈਣਾਂ ਭਰਾਵਾਂ ਨੂੰ, ਪਰਿਵਾਰ ਦੇ ਮੈਂਬਰਾਂ ਨੂੰ ਇਹ ਲੱਗਦਾ ਵੀ ਕਦੀ ਕਦੀ ਅਸੀਂ ਜੱਬਲੀਆਂ ਮਾਰ ਜਾਂਦੇ ਹਾਂ, ਉਹਨਾਂ ਕੋਲੋਂ ਫਿਰ ਹੱਥ ਜੋੜ ਕੇ ਮਾਫੀ ਹੈ। ਕਿਉਂ ਬਾਠ ਸਾਹਿਬ? ਨਹੀਂ, ਇੱਦਾਂ ਹੀ ਆ ਜੀ, ਹੋਰ ਤਾਂ ਕੁਛ ਹੋ ਹੀ ਨਹੀਂ ਸਕਦਾ ਸੰਧਾਲੀਆ ਸਾਹਿਬ। ਵੈਸੇ ਵੀ ਮੈਨੂੰ ਐਂ ਲੱਗਦਾ ਕਿ ਰੰਗ ਥੋੜ੍ਹਾ ਜਿਹਾ ਬਦਲ ਕੇ ਹੀ ਗੱਲ ਕਰਨੀ ਚਾਹੀਦੀ ਹੈ, ਕਿਉਂਕਿ ਜੇ ਨਾ ਸਾਰੀਆਂ ਹੀ ਗੱਲਾਂ ਸਿੱਧੀਆਂ ਸਿੱਧੀਆਂ ਕਰਨ ਲੱਗ ਪਏ, ਹੋ ਸਕਦਾ ਕਿਸੇ ਦੀ ਹਾਰਟ ਬੀਟ ਵੱਧ ਜਾਏ, ਹੋ ਸਕਦਾ ਕੋਈ ਬੰਦਾ ਕਹੇ ਬੰਦ ਕਰੋ ਯਾਰ, ਇਹ ਬੰਦੇ ਡਰਾਉਣ ਨੂੰ ਆਏ ਆ। ਡਰਾਉਣ ਨੂੰ ਤਾਂ ਸਾਡੇ ਲੀਡਰ ਬਥੇਰੇ ਆ। ਹਾਂ, ਨਹੀਂ ਉਹ ਤਾਂ ਰੋਜ਼ ਦਾ ਕੰਮ ਹੈ ਉਹਨਾਂ ਦਾ। ਦੇਖੋ, ਕਾਰਨ ਹੈ ਵੀ ਜੇ ਉਹ ਨਾ ਡਰਾਉਣ ਤਾਂ ਫਿਰ ਬੰਦਾ ਉਹਨਾਂ ਦੀ ਸ਼ਰਨ 'ਚ ਕਿੱਦਾਂ ਜਾਊਗਾ। ਇਸ ਕਰਕੇ ਡਰਾਓ, ਬਾਂਹ ਮਰੋੜੋ, ਉਸ ਤੋਂ ਬਾਅਦ ਵੋਟਾਂ ਲਓ ਅਤੇ ਫਿਰ ਉਹਨੂੰ ਡਰਾ ਕੇ ਕਹੋ ਵੀ ਕੋਈ ਗੱਲ ਨਹੀਂ, ਜਦ ਤੱਕ ਤੂੰ ਮੈਨੂੰ ਮੰਨਦਾ ਉਨੀ ਦੇਰ ਤੱਕ ਤੇਰੀ ਹਵਾਲ ਵੀ ਕੋਈ ਨਹੀਂ ਦੇਖ ਸਕਦਾ। ਆਹ ਰਾਮਦੇਵ ਵਾਂਗੂ। ਹਾਂ, ਅਤੇ ਜਦੋਂ ਕਹਿੰਦੇ ਵੀ ਮਤਲਬ ਤੂੰ ਮਾੜੀ ਜੀ ਅੱਖ ਬਦਲੀ ਅਤੇ ਫਿਰ ਮਤਲਬ ਯਾਨੀ ਕਿ ਤੇਰੀ ਹਵਾ ਚੇਂਜ ਹੋਈ ਅਤੇ ਫਿਰ ਤੇਰੀ ਹਵਾ ਟੈਟ ਕਰਨ ਦੇ ਵਿੱਚ ਸਾਨੂੰ ਟਾਈਮ ਨਹੀਂ ਲੱਗੂਗਾ। ਵੀ ਤੇਰਾ ਅਸੀਂ ਤੇਲ ਉਸ ਲਈ ਬਦਲ ਦੇਣਾ ਹੀ। ਹਾਂ, ਮਤਲਬ ਕੁੱਲ ਮਿਲਾ ਕੇ ਰੌਲਾ ਸਿਰਫ ਹਵਾ ਦਾ। ਸੰਧਾਲੀਆ ਸਾਹਿਬ, ਮੈਨੂੰ ਨਾ ਅੱਜ ਰਾਮਦੇਵ 'ਤੇ ਤਰਸ ਬੜਾ ਆਇਆ। ਕੋਈ ਯਾਰ ਕਾਹਤੋਂ ਬਾਬੇ ਨੂੰ ਤੰਗ ਕਰਦੇ ਆ। ਹੁਣ ਉਹਨੇ ਕੁਛ ਕਿਹਾ, ਅਦਾਲਤ ਨੇ ਇਹਨੂੰ ਕਿਹਾ ਨਾ ਵੀ ਤੂੰ ਕੁਝ ਨਹੀਂ ਬੋਲਣਾ। ਉਹ ਬੋਲਿਆ ਮੈਂ ਕੁਛ ਨਹੀਂ ਬੋਲਣ ਲੱਗਾ। ਬਨਾਰਸ ਹਿੰਦੂ ਯੂਨੀਵਰਸਿਟੀ ਦੇ ਇੱਕ ਪ੍ਰੋਫੈਸਰ ਸਾਹਿਬ ਨੇ ਹੁਣ ਉਹ ਗੱਲ ਪੈ ਗਿਆ। ਉਹ ਕਹਿੰਦੇ ਪਹਿਲੀ ਗੱਲ ਮੈਂ ਸਰਕਾਰ ਨੂੰ ਕਹਿੰਦਾ ਇਹਦਾ ਲਾਇਸੈਂਸ ਕੈਂਸਲ ਕਰੋ। ਲਾਇਸੈਂਸ ਨਹੀਂ, ਲਾਇਸੈਂਸ ਕੈਂਸਲ ਕਰੋ ਇਹਦਾ। ਕਿਉਂਕਿ ਉਹ ਲਾਇਸੈਂਸ ਵਾਂਗੂ ਤਾਂ ਵਰਤਦੇ ਵੀ ਨਹੀਂ ਹੈਗੇ, ਵੈਸੇ ਲਾਇਸੈਂਸ ਵਾਂਗੂ ਵਰਤਦੇ ਆ ਕਿ ਜਿਹੜੀ ਮਰਜ਼ੀ ਚੀਜ਼ ਜਿੱਦਾਂ ਮਰਜ਼ੀ ਬਣਾ ਕੇ ਲੋਕਾਂ ਦੇ ਸਾਹਮਣੇ ਐਂ ਕਰਕੇ ਠੱਕ। ਹੁਣ ਤੁਸੀਂ ਦੇਖੋ ਕਿ ਰੋਟੀ ਪੱਕਦੀ ਹੈ, ਇੱਕ ਪਾਸਿਓਂ ਜੇ ਮਾੜੀ ਜਿਹੀ ਕਾਲੀ ਹੋ ਜਾਏ, ਵੱਧ ਸੇਕ ਲੱਗ ਜਾਏ, ਤਾਂ ਜੇ ਨਿਆਣੇ ਨੂੰ ਆਪਾਂ ਦੂਜਾ ਪਾਸਾ ਕਰਕੇ ਫੜਾ ਦਈਏ ਤਾਂ ਇਹਦਾ ਇਹ ਮਤਲਬ ਇਹ ਥੋੜ੍ਹਾ ਕਿ ਥੱਲੇ ਸੇਕ ਵੱਧ ਨਹੀਂ ਲੱਗਾ। ਹੁਣ ਜਿਹੜੀ ਚੀਜ਼ ਤਾਂ ਇੱਦਾਂ ਵਿਕਦੀ ਇੱਦਾਂ ਵੇਚੀ ਜਾਂਦੀ ਆ, ਜਿਹੜੀ ਇੱਦਾਂ ਵਿਕਦੀ ਇੱਦਾਂ ਵੇਚੀ ਜਾਂਦੇ ਆ। ਹੁਣ ਪਤਾ ਲੱਗਾ ਕਿ ਜੋਤਸ਼ੀ ਭਾਈਚਾਰਾ ਵੀ ਉਹਦੇ ਦੁਆਲੇ ਹੋ ਗਿਆ। ਉਹਨੇ ਫਿਰ ਕੋਈ ਬਿਆਨ ਦੇ ਦਿੱਤਾ ਹੋਊਗਾ, ਉਹ ਵੀ ਕਹਿਣ ਲੱਗ ਪਿਆ ਭਾਈ ਉਹ ਬਨਾਰਸ ਹਿੰਦੂ ਯੂਨੀਵਰਸਿਟੀ ਦੇ ਪ੍ਰੋਫੈਸਰ ਸਾਹਿਬ ਕਿ ਭਾਈ ਇਹਦੇ 'ਤੇ ਪਰਚਾ ਕੀਤਾ ਜਾਵੇ, ਬੰਦਾ ਬੋਲ ਕਬਲ ਬੋਲਦਾ, ਇਹਨੂੰ ਪਤਾ ਨਹੀਂ ਹੈਗਾ ਇਹਨੇ ਕੀ ਕਰਨਾ ਕੀ ਨਹੀਂ ਕਰਨਾ। ਹੁਣ ਮੈਨੂੰ ਲੱਗਦਾ ਕਿ ਉੱਥੇ ਉਹਦੀ ਸਥਿਤੀ ਆ ਗਈ ਹੈ ਜਦੋਂ ਸਾਰਿਆਂ ਨੂੰ ਉਹ ਗਲ ਪਾਉਣ ਲੱਗ ਪਿਆ। ਅਤੇ ਜੇ ਉਹਨੇ ਇੱਕ ਦੋ ਵਾਰੀ ਹੋਰ ਇੱਦਾਂ ਦਾ ਕੰਮ ਕਰਤਾ, ਭਾਵੇਂ ਹਾਥੀ 'ਤੇ ਚੜ੍ਹ ਜਾਏ, ਭਾਵੇਂ ਸਟੇਜ 'ਤੇ ਚੜ੍ਹ ਜਾਏ, ਭਾਵੇਂ ਹਾਥੀ ਤੋਂ ਡਿੱਗ ਪਏ, ਭਾਵੇਂ ਸਟੇਜ ਤੋਂ ਛਾਲ ਮਾਰ ਲਵੇ, ਕੰਮ ਔਖਾ ਹੋ ਜੂ। ਅੱਗੇ ਨਾ ਜੀ ਮੈਨੂੰ ਇੱਕ ਦਿਨ ਆਇਆ ਮੈਸੇਜ ਆਇਆ, ਉਹਦੇ 'ਚ ਪੁੱਛਿਆ ਰਾਮਦੇਵ ਦਾ? ਨਹੀਂ ਜੀ, ਨਹੀਂ। ਅੱਛਾ, ਨਹੀਂ, ਮੈਂ ਗੱਲ ਚੱਲਦੀ ਪਰਿਵਾਰ ਦੇ ਮੈਂਬਰ ਦਾ ਰਾਮਦੇਵ ਦੇ ਬਾਰੇ 'ਚ। ਉਹ ਕਹਿੰਦੇ ਜੀ ਵੀ ਮਤਲਬ ਆਹ ਦੇਖੋ ਜੀ, ਇਹ ਕਿਸ ਤਰ੍ਹਾਂ ਦੇ ਬੰਦਾ ਬਿਆਨ ਦੇ ਰਿਹਾ ਅਤੇ ਤੁਸੀਂ ਇਹਦੇ ਬਾਰੇ ਕੀ ਕਹਿੰਦੇ ਹੋ? ਮੈਂ ਕਿਹਾ ਜੀ ਮੈਂ ਕੀ ਕਹਿਣਾ, ਮਰਹੂਮ ਬਿੰਦਰਖੀਆ ਸਾਹਿਬ ਕਹਿ ਗਏ ਆ। ਉਹ ਉਹਨਾਂ ਨੂੰ ਬਾਅਦ ਸਮਝ ਲੱਗੀ ਵੀ ਉਹ ਕੀ ਕਹਿ ਗਿਆ। ਫਿਰ 2 ਦਿਨ ਬਾਅਦ ਉਹਨਾਂ ਦਾ ਮੈਸੇਜ ਆਇਆ, ਮੇ ਵੀ ਉਹਨਾਂ ਨੂੰ ਲੇਟ ਸਮਝ ਲੱਗੀ ਵੀ ਤੂੰ ਨਹੀਂ ਬੋਲਦੀ, ਰਕਾਨੇ ਤੂੰ ਨਹੀਂ ਬੋਲਦੀ, ਹੈ ਨਾ। ਹੁਣ ਕਾਰਨ ਹੈ ਵੀ ਬਾਬੇ ਜਿਹੜੇ ਆਲਰੇਡੀ ਸਪਸ਼ਟ ਮੀਡੀਆ ਸਾਹਮਣੇ ਕਹਿ ਚੁੱਕਿਆ ਵੀ ਪਿਓ ਵੀ ਗ੍ਰਿਫਤਾਰ ਨਹੀਂ ਕਰਾ ਸਕਦਾ ਮੈਨੂੰ। ਅਤੇ ਆਪਣੇ ਕੋਲ ਹੋਰ ਬਹੁਤ ਸਾਰੀਆਂ ਵੀਡੀਓਜ਼ ਆ ਗਈਆਂ ਜਿੱਥੇ ਬਾਬੇ ਜੀ ਨਾਲ ਵਾਲੇ ਬਾਬੇ ਨੂੰ ਕਿਤੇ ਚੁੱਪ ਕਰ ਯਾਰ, ਪੈਸਿਆਂ ਦੀ ਗੱਲ ਇੱਥੇ ਥੋੜ੍ਹਾ ਕਰਨੀ ਹੈ। ਉਹ ਵੀ ਬੰਦੇ ਸਾਹਮਣੇ ਆ ਚੁੱਕੇ ਜਿਹੜੇ ਕਹਿੰਦੇ ਮੇਰੇ ਸਾਹਮਣੇ ਟਿਕਟਾਂ ਦਿਵਾਉਣ ਦੀਆਂ ਗੱਲਾਂ ਕਰਦਾ ਸੀ। ਉਹ ਪੁਰਾਣੀਆਂ ਹੋ ਗਈਆਂ ਗੱਲਾਂ। ਉਦੋਂ ਅਜੇ ਬਾਬਿਆਂ ਦਾ ਜਿਹੜਾ ਇਹ ਹੱਟੀ ਵਾਲਾ ਕੰਮ ਸੀ ਉਹਨਾਂ ਅਜੇ ਖੁੱਲ੍ਹੀ ਸੀ ਹੱਟੀ ਨਵੀਂ। ਹੁਣ ਤਾਂ ਸੁੱਖ ਨਾਲ ਸ਼ੋਰੂਮ ਬਣ ਗਿਆ। ਹੁਣ ਹੱਟੀ ਤੋਂ ਸ਼ੋਰੂਮ ਤੱਕ ਦਾ ਸਫ਼ਰ ਕਰਨ ਤੋਂ ਬਾਅਦ ਜੇ ਇਹਦੇ ਵੀ ਬਾਬਾ ਜੀ ਨੂੰ ਤੁਸੀਂ ਐਂ ਕਹੋ ਵੀ ਕੋਈ ਮਤਲਬ ਇੱਧਰੋਂ ਬੋਲ ਜੂਆ, ਇਹਦਾ ਲਾਇਸੈਂਸ ਕੈਂਸਲ ਕਰ ਦਿਓ, ਐਂ ਕਿੱਦਾਂ ਕਰ ਦਿਓ ਲਾਇਸੈਂਸ ਕੈਂਸਲ? ਸੰਧਾਲੀਆ ਸਾਹਿਬ, ਮੈਨੂੰ ਐਂ ਲੱਗਦਾ ਕਿ ਜਿਹੜਾ ਬੰਦਾ ਕੋਈ ਲੀਡਰ ਆ, ਕੋਈ ਵਪਾਰੀ ਆ, ਕੋਈ ਇੱਦਾਂ ਦਾ ਆਪਣੇ ਆਪ 'ਚ ਬਣਿਆ ਬਾਬਾ, ਉਹਨਾਂ ਨੂੰ ਇਹ ਗੱਲ ਚੇਤੇ ਕਿਉਂ ਭੁੱਲ ਜਾਂਦੀ ਹੈ ਕਿ ਜੇ ਬਿੰਦਰਖੀਏ ਨੇ ਉਹ ਗੱਲ ਕਹੀ ਸੀ ਤੇ ਇਹ ਵੀ ਕਿਹਾ ਸੀ ਕਿ ਮੈਂ ਤਿੜਕੇ ਘੜੇ ਦਾ ਪਾਣੀ ਕੱਲ੍ਹ ਤੱਕ ਨਹੀਂ ਰਹਿਣਾ, ਕਿ ਸਮਾਨ ਇਕੱਠਾ ਕਰਕੇ ਲੈ ਕੇ ਕਿੱਥੇ ਨੂੰ ਜਾਣਾ। ਮਾੜਾ ਮੋਟਾ ਕੋਈ ਇੱਦਾਂ ਦਾ ਸੌਦਾ ਪੱਤਾ ਲੋਕਾਂ ਨੂੰ ਵੇਚ ਦਿਓ, ਕੋਈ ਘੱਟ ਕੀਮਤ ਦੇ ਉੱਤੇ ਦੇ ਦਿਓ, ਕੋਈ ਲੋਕਾਂ ਨੂੰ ਚੱਜ ਦੀ ਸ਼ੈ ਦੇ ਜਾਓ, ਕੋਈ ਸਮਾਜ ਦੇ ਵਿੱਚ ਜਿਹੜਾ ਇੱਦਾਂ ਦਾ ਦੁਚਿੱਤੀ ਵਾਲਾ ਵਾਤਾਵਰਨ ਨਾ ਬਣਾ, ਲੋਕ ਦੇ ਚੇਤੇ ਚੂਤੇ ਕਰ ਲੈਣ। ਨਹੀਂ ਤਾਂ ਮੁੜ ਕੇ ਇਹੀ ਖਬਰ ਆਉਂਦੀ ਹੁੰਦੀ 23 ਦਿਨਾਂ ਦੇ ਵਿੱਚ 3 ਵਾਰੀ ਬਾਹਰ ਕਾਹਦੇ ਲਈ ਲਿਆਂਦੇ, ਛਾਤੀ 'ਚ ਦਰਦ ਹੋਈ, ਅੱਜ ਢਿੱਡ ਦੇ ਵਿੱਚ ਬੰਬ ਰੋਲਾ ਜਿਹਾ ਉੱਠਿਆ। ਨਹੀਂ, ਉਹ ਠੀਕ ਹੈ ਗੱਲਾਂ, ਪਤਾ ਨਹੀਂ ਤੁਸੀਂ ਘੁੰਮ ਫਿਰ ਬਾਬੇ ਦੂਜੇ ਵੱਲ ਜਾਂਦੇ ਹੋ। ਦੇਖੋ ਕਾਰਨ ਇਹ ਆ ਬਾਠ ਸਾਹਿਬ ਵੀ ਇਹ ਜਿਹੜਾ ਤਿੜਕੇ ਘੜੇ ਦਾ ਪਾਣੀ ਹੈ ਨਾ, ਇਹ ਉਹ ਰੋਜ਼ ਵਰਤਦੇ ਨੇ। ਉਹ ਕੀ ਹੈ ਮਤਲਬ ਜੇ ਕਿਸੇ ਨੇ ਇਸ ਕਾਰੋਬਾਰ 'ਚ ਆਉਣਾ ਹੀ ਹੈ, ਮਤਲਬ ਵੀ ਪੁੱਛਾਂ ਦੇਣ ਵਾਲੇ 'ਚ, ਬਾਬਾ ਬਣਨ ਵਾਲੇ 'ਚ, ਵੀ ਆ ਤੈਨੂੰ ਹੁਣੇ ਤੂੰ ਮੈਨੂੰ ਆਪਣੀ ਬਾਂਹ ਫੜਾ, ਮੈਂ ਤੈਨੂੰ ਗਾਂ ਰੱਬ ਨਾਲ ਮਿਲਾ ਦਿੰਦਾ। ਉਹ ਤਾਂ ਰੋਜ਼ ਕਹਿੰਦੇ ਨੇ ਵੀ ਭਗਤਾ ਕੁਝ ਨਹੀਂ ਰੱਖਿਆ, ਇਹ ਜਹਾਨ ਫਾਨੀ, ਇਹ ਤੁਰ ਜਾਣਾ ਸਾਰਾ ਕੁਝ ਮਿੱਟੀ ਹੈ, ਕਿੱਧਰ ਤੁਰਿਆ ਫਿਰਦਾ, ਕਿਹੜੀ ਗੱਡੀ ਲਈ ਫਿਰਦਾ ਬਾਹਰ, ਡੱਕ ਜਾ ਇੱਥੇ ਦੇ ਜਾ ਬਾਬਿਆਂ ਨੂੰ। ਉਹ ਲੋਕਾਂ ਨੂੰ ਕਹਿਣ ਲਈ ਹੁੰਦਾ ਵੀ ਤੂੰ ਤਿੜਕੇ ਘੜੇ ਦਾ ਪਾਣੀ, ਬਾਬਿਆਂ ਦੇ ਇੱਥੇ ਪੱਕੀ ਰਜਿਸਟਰੀ ਕਰਾਈ, ਉਹਨੇ ਥੋੜ੍ਹਾ ਜਾਣਾ ਕਿਤੇ। ਉਹ ਗਾਗਰ ਰੱਖੀ ਉਹਨਾਂ ਨੇ ਤੇ ਪੱਕੀ ਪਾਣੀ ਵਾਰ ਜਾਣ ਹੀ ਨਹੀਂ ਦੇਣਾ। ਚਲੋ ਜੋ ਵੀ ਹੈ, ਕੁੱਲ ਮਿਲਾ ਕੇ ਇੰਨਾ ਹੈ ਕਿ ਵੀ ਬੰਦੇ ਨੂੰ ਨਿੰਬੂ ਰੋਸ਼ਨੀ ਯਾਨੀ ਕਿ ਲਾਈਮ ਲਾਈਟ 'ਚ ਰਹਿਣ ਦਾ ਚਸਕਾ ਲੱਗ ਗਿਆ। ਬੀਬੀ ਹੇਮਾ ਮਾਲਿਨੀ
ਕਰ ਲਓ ਗੱਲ ਉਹਨਾਂ ਦੇ ਵੀ। ਵੈਸੇ ਹੀ ਕਿਉਂਕਿ ਉਹ ਇੱਕ ਵਾਰੀ ਉਹ ਕਣਕ ਦੀਆਂ ਬੱਲੀਆਂ ਲੈ ਕੇ ਦਦਾਤੀ ਹੱਥ ਫੜੀ ਸੀ, ਫੋਟੋ ਬੜੀ ਪ੍ਰਸਿੱਧ ਹੋਈ ਸੀ। ਆਹ ਮੈਨੂੰ ਨਹੀਂ ਪਤਾ ਕਿ ਉਹਨਾਂ ਦੀ ਉਹ ਵੀਡੀਓ ਨਵੀਂ ਹੈ ਪੁਰਾਣੀ ਹੈ ਕਿੱਦਾਂ, ਪਰ ਉਹ ਬੜੀ ਅੱਜ ਕੱਲ੍ਹ ਚਰਚਾ ਦੇ ਵਿੱਚ ਆ ਸੋਸ਼ਲ ਮੀਡੀਆ ਤੇ। ਉਹ ਕਹਿੰਦੇ ਆ ਜੀ ਦੇਖੋ ਹਵਨ ਬਹੁਤ ਜ਼ਰੂਰੀ ਹੈ, ਜੇ ਕਰੋਨਾ ਤੋਂ ਬਚਣਾ ਹੈ ਤਾਂ ਭਾਈ ਇਧਰਲੇ ਪਾਸੇ ਨੂੰ ਤੁਰਨਾ ਪਊਗਾ, ਰੋਜ਼ ਹਵਨ ਕਰੋ। ਮੈਨੂੰ ਫਿਰ ਇਹ ਗੱਲ ਸਮਝ ਨਹੀਂ ਆਉਂਦੀ ਸੀ ਕਿ ਭਾਈ ਆਪਾਂ ਮੈਂਬਰ ਪਾਰਲੀਮੈਂਟਾਂ ਦੇ ਵਿੱਚੋਂ ਸਰਕਾਰ ਬਣਦੀ ਹੈ, ਕੈਬਨਿਟ ਬਣਦੀ ਹੈ, ਉਹ ਤਾਂ ਰੋਜ਼ ਰੌਲਾ ਪਾਉਂਦੇ ਆ ਕਿ ਭਾਈ ਅਸੀਂ ਸਪੁਤਨਿਕ ਰੂਸ ਵਾਲੀ ਦਵਾਈ ਵੀ ਖਰੀਦ ਲੈਣੀ ਆ, ਅਸੀਂ ਫਾਈਜ਼ਰ ਵਾਲਿਆਂ ਨੂੰ ਤੇ ਮੋਡਰਨਾ ਵਾਲਿਆਂ ਨੂੰ ਵੀ ਕਹਿ ਦਿੱਤਾ ਕਿ ਭਾਈ ਕੋਈ ਗੱਲ ਨਹੀਂ, ਬਹੁਤੀ ਸਖਤੀ ਤੁਹਾਡੇ ਤੇ ਨਹੀਂ ਕਰਦੀ, ਟਰਾਇਲ ਦੀ ਬਹੁਤੀ ਲੋੜ ਨਹੀਂ, ਆ ਜਾਓ ਤੁਸੀਂ, ਸਾਨੂੰ 5-6 ਕਰੋੜ ਦਵਾਈਆਂ ਦੀ ਵਿਦੇਸ਼ਾਂ ਦੇ ਵਿੱਚੋਂ ਵੀ ਆਸ ਹੈ ਕਿ ਅਸੀਂ ਛੇਤੀ ਲੈ ਆਉਣੀ। ਇੱਕ ਪਾਸੇ ਤਾਂ ਜਿੱਧਰਲੇ ਪਾਸੇ ਨੂੰ ਸਾਇੰਟਿਸਟ ਜਾਂਦੇ ਆ, ਵਿਗਿਆਨੀ ਜਾਂਦੇ ਆ, ਡਾਕਟਰ ਜਾਂਦੇ ਆ, ਅਸੀਂ ਉਧਰਲੇ ਪਾਸੇ ਨੂੰ ਤੁਰੇ ਆ। ਦੂਸਰੇ ਪਾਸੇ ਬੀਬੀ ਜੀ ਇਹ ਤਾਂ ਨਹੀਂ ਮੈਨੂੰ ਪਤਾ ਕਿ ਕਦੀ ਉਹਨਾਂ ਨੇ ਕਿਹਾ ਹੋਵੇ ਕਿ ਸੋਸ਼ਲ ਡਿਸਟੈਂਸ ਰੱਖੋ ਜਾਂ ਮਾਸਕ ਜ਼ਰੂਰ ਪਾ ਕੇ ਰੱਖੋ ਜਾਂ ਫਿਰ ਤੁਸੀਂ ਇੱਕ ਦੂਸਰੇ ਦੀ ਮਦਦ ਕਰੋ, ਜਾਂ ਮੈਨੂੰ ਇਹ ਵੀ ਨਹੀਂ ਪਤਾ ਕਿ ਉਹਨਾਂ ਨੇ ਆਪਣੇ ਲੋਕ ਸਭਾ ਹਲਕੇ 'ਚ ਕਿਤੇ ਇਦਾਂ ਦਾ ਪ੍ਰਬੰਧ ਕਰ ਦਿੱਤਾ ਹੋਵੇ ਕਿ ਮਾਸਕ ਚਾਹੀਦਾ, ਵੈਂਟੀਲੇਟਰ ਦੀ ਲੋੜ ਹੈ, ICU ਦੀ ਲੋੜ ਹੈ, ਆਕਸੀਜਨ ਦੀ ਲੋੜ ਹੈ ਤੇ ਆਪਾਂ ਭਾਈ ਖਲੋਤੇ ਆ ਤੁਹਾਡੇ ਲਈ। ਪਰ ਆਹ ਜ਼ਰੂਰ ਕਹਿਤਾ ਕਿ ਹੋਰ ਕੁਝ ਕਰੋ ਨਾ ਕਰੋ, ਰੋਜ਼ ਆ ਚਾਹੀਦਾ ਹੈ। ਦੇਖੋ ਕਾਰਨ ਪਤਾ ਕੀ ਬਾਤ ਸਾਹਿਬ, ਇਹ ਹਰੇਕ ਬੰਦੇ ਨੂੰ ਲੱਗਦਾ ਹੁੰਦਾ ਵੀ ਵੋਟਾਂ ਕਿੱਦਾਂ ਮਿਲਦੀਆਂ। ਹੁਣ ਹੇਮਾ ਮਾਲਿਨੀ ਹੋਣੀ ਜਿਹੜੀ ਪਾਰਟੀ 'ਚ ਨੇ ਉਹ ਆਪਣੇ ਹਿਸਾਬ ਨਾਲ ਧਰਮ ਨੂੰ ਦੇਖਦੇ, ਉਹਨਾਂ ਨੇ ਆਪਣੇ ਹਿਸਾਬ ਨਾਲ ਪ੍ਰਚਾਰ ਕਰਨਾ। ਪਿਛਲੇ ਸਮੇਂ 'ਚ ਆਪਾਂ ਕਈਆਂ ਦਾ ਕੰਮ ਦੇਖਿਆ ਹੈ ਵੀ ਤੁਸੀਂ ਕਰੋ ਜ਼ਰੂਰ। ਹੁਣ ਸਮਾਜਵਾਦੀ ਪਾਰਟੀ ਦੇ ਇੱਕ ਉੱਧਰੋਂ ਨੇਤਾਗਣ ਨੇ, ਕਹਿਣ ਨੂੰ ਉਹ ਮੌਲਵੀ ਸਾਹਿਬ ਕਹਿੰਦੇ ਉਹਨਾਂ ਨੂੰ, ਉਹ ਕਹਿੰਦੇ ਵੀ ਜਿਹੜੇ ਬੰਦੇ ਨੇ ਅੱਲਾ ਕੋਲੋਂ ਮਾਫੀ ਮੰਗ ਲਈ ਉਹਨੂੰ ਨਹੀਂ ਹੁੰਦਾ ਕਰੋਨਾ, ਤੇ ਜਿਹਨੇ ਨਾ ਮੰਗੀ ਉਹ ਭਾਵੇਂ 4 ਨਾਲ ਦਵਾਈ ਲਵਾ ਲੇ, ਤੁਸੀਂ ਨਹੀਂ ਬਚਦੇ ਕਰੋਨੇ ਤੋਂ। ਕਹਿਣ ਦੀ ਗੱਲ ਹੈ। ਹੁਣ ਕਾਰਨ ਹੈ ਵੀ ਜਿਹਨੂੰ ਮੈਂ ਤੁਹਾਨੂੰ ਅੱਗੇ ਕਿਹਾ ਨਾ, ਇਹ ਤਾਂ ਧੰਦਾ ਹੈ ਵੀ ਜਿੰਨਾ ਡਰਾਵਾਂਗੇ, ਭਾਵੇਂ ਰੱਬ ਦੇ ਨਾਂ ਤੇ ਡਰਾ ਲਓ, ਭਾਵੇਂ ਡੰਡੇ ਨਾਲ ਡਰਾ ਲਓ, ਭਾਵੇਂ ਇੱਧਰੋਂ ਉੱਧਰੋਂ ਪੁਲਿਸ ਦੀ ਡਾਂਗ ਨਾਲ ਡਰਾ ਲਓ, ਬਸ ਡਰਾ ਕੇ ਰੱਖਣਾ ਲੋਕਾਂ ਨੂੰ। ਤੇਰਾ ਭਲਾ ਜੇ ਗੁਰੂ, ਉਹ ਹੋਰ ਨਹੀਂ ਕੁਛ ਬਣਨਾ, ਜੇ ਆਪਣਾ ਬਣਨਾ ਤੇ ਇੱਧਰੋਂ ਹੀ ਬਣਨਾ ਕੁਛ। ਮੈਂ ਸੰਧਾਲੀਆ ਸਾਹਿਬ ਇੱਕ ਗੱਲ ਹੋਰ ਸੋਚਦਾ, ਮਨ 'ਚ ਆਵੇ ਐਵੇਂ ਹੀ ਕਿ ਜਦੋਂ ਆ ਦੇਖਦੇ ਜੀ ਗੰਗਾ ਦੇ ਵਿੱਚੋਂ ਆ ਨਿਕਲਿਆ ਜੀ, ਦਵਾਈ ਨਾਲ ਆ ਹੋ ਗਿਆ ਜੀ, ਲੋਕ ਭਟਕਦੇ ਫਿਰਦੇ ਆ ਜੀ, ਲੋਕਾਂ ਨੂੰ ਆਕਸੀਜਨ ਨਹੀਂ ਮਿਲੀ, ਹਸਪੀਟਲ 'ਚ ਬੈੱਡ ਨਹੀਂ ਮਿਲਿਆ, ਸਿਹਤ ਸੇਵਾਵਾਂ ਢਹਿ ਢੇਰੀ ਹੋ ਗਈਆਂ, ਇਹ ਸਾਰੀਆਂ ਗੱਲਾਂ ਤਾੜ ਕਰਕੇ ਇੱਕ ਤੋਂ ਬਾਅਦ ਇੱਕ ਆਉਂਦੀਆਂ ਸੀ। ਮੈਨੂੰ ਚੇਤਾ ਆ ਗਿਆ ਭਾਰਤ ਦੇ ਇੱਕ ਸੂਬੇ ਦੀ ਸਰਕਾਰ ਦਾ, ਸਰਕਾਰ ਦੇ ਮੁੱਖ ਮੰਤਰੀ ਦਾ, ਜਿਹਨੇ ਕਈ ਉਹ ਸਾਧੂਆਂ ਨੂੰ ਰਾਜ ਮੰਤਰੀ ਦਾ ਦਰਜਾ ਦਿੱਤਾ ਸੀ। ਉਹਦੇ ਵਿੱਚੋਂ ਇੱਕ ਕੰਪਿਊਟਰ ਬਾਬਾ ਵੀ ਸੀ। ਉਹਨਾਂ ਨੂੰ ਮੰਤਰੀ ਦੀਆਂ ਸਹੂਲਤਾਂ ਦਿੱਤੀਆਂ ਸੀ। ਮੈਂ ਸੋਚਦਾ ਸੀ ਕਿ ਜਿਹੜੇ ਉਹ ਕਰਨੀ ਵਾਲੇ ਬੰਦੇ ਆ, ਜਿਨ੍ਹਾਂ ਨੂੰ ਅਗਲੇ ਜਹਾਨ ਦਾ ਵੀ ਪਤਾ ਹੈ ਕਿ ਜਿਹੜਾ ਸਾਹ ਲੈਂਦੇ ਆ ਉਹਦੇ ਤੋਂ 10 ਦਿਨ ਬਾਅਦ, 10 ਘੰਟੇ ਤੇ 10 ਮਿੰਟ ਬਾਅਦ ਸਾਹ ਕਿਹੜਾ ਲੈਣਾ ਹੈ, ਕਿੱਦਾਂ ਹੋਣਾ, ਸਾਰਾ ਪਤਾ। ਮੈਨੂੰ ਲੱਗਦਾ ਸੀ ਕਿ ਇੱਕ ਅੱਧੀ ਵਾਰੀ ਉਹਨਾਂ ਤੋਂ ਵੀ ਨੌਚ ਦਿਖਾ ਲੈਂਦੇ ਕਿ ਭਾਈ ਕਰੋਨਾ ਹੁਣ ਕਿੱਥੇ ਤੇ ਕਿੱਧਰਲੇ ਪਾਸੇ ਨੂੰ ਆਉਣ ਲੱਗਾ, ਲੋਕਾਂ ਦੇ ਟੈਕਸ ਦੇ ਪੈਸੇ ਵੀ ਤਾਂ ਉਹਨਾਂ ਦੇ ਖਰਚਾ ਕੰਮ ਵੀ ਲੈਣਾ ਚਾਹੀਦਾ ਸੀ। ਉਹ ਗੱਲ ਇਹ ਆ WhatsApp, ਉਦੋਂ ਬਾਬੇ ਉਹ ਤੰਗ ਕਰਦੇ ਸੀ ਮੁੱਖ ਮੰਤਰੀ ਸਾਹਿਬ ਨੂੰ ਉਹਨਾਂ ਨੇ ਕਿਹਾ ਸੀ ਵੀ ਸਾਨੂੰ ਹਿਸਾਬ ਦਿਓ, ਹਿਸਾਬ ਕਿੱਧਰ ਗਏ ਬੂਟੇ, ਕਿਉਂ ਨਹੀਂ ਹੋਈ ਗੰਗਾ ਸਾਫ਼। ਉਹ ਕਹਿੰਦੇ ਛੱਡੋ ਬਾਬਾ ਇੱਧਰ ਆਓ, ਤੁਸੀਂ ਗੱਡੀ ਦੱਸੋ ਕਿਹੜੀ ਲੈਣੀ, ਬੂਟਿਆਂ ਨੂੰ ਛੱਡੋ, ਬੂਟੇ ਛੱਡੋ, ਤੁਸੀਂ ਆਪਣਾ ਬੂਟਾ ਲਾਓ ਇੱਕ। ਬੂਟੇ ਤੋਂ ਹਵਾ ਆਉਣੀ ਆ, ਠੰਡੀ ਆਉਣੀ, ਗਰਮੀ ਦੂਰ ਹੋਣੀ, ਗੱਡੀ AC ਵਾਲੀ ਦਿੰਨੇ ਆ। ਹਾਂ, ਸੋ ਉਹ ਉਦੋਂ ਦੀ ਸੈਟਲਮੈਂਟ ਸੀਗੀ। ਸੋ ਇਹ ਸਿਆਸਤ ਹੈ WhatsApp, ਇਹ ਚੱਲੀ ਜਾਣੀ ਹੈ। ਮੈਨੂੰ ਐਂ ਲੱਗਦਾ ਵੀ ਆਪਾਂ ਹੁਣ ਖਬਰਾਂ ਵਾਲੇ ਪਾਸੇ ਵੀ ਆ ਜੀ, ਐਵੇਂ ਬਹੁਤਾ ਸਾਧਾਂ ਸੰਤਾਂ ਨੂੰ ਤੰਗ ਨਹੀਂ ਕਰੀਦਾ ਹੁੰਦਾ। ਐਸੀਆਂ ਰੂਹਾਂ ਨੇ ਕਿਤੇ ਮਾਫੀਆਂ ਸਰਾਪ ਦੇ ਦੇਣਗੇ ਤੁਹਾਨੂੰ, ਅੱਗੇ ਤੁਹਾਡੀ ਸਿਹਤ ਉਦਾਂ ਦੀ ਹੈ, ਕਿਉਂ ਇਦਾਂ ਕਰਦੇ ਨੇ? ਬਚ ਕੇ ਰਿਹਾ ਕਰੋ ਬਾਬਿਆਂ ਕੋਲ। ਨਹੀਂ ਠੀਕ ਹੈ ਜੀ, ਜਦੋਂ ਉਹਨਾਂ ਨੇ ਸ਼ੂੰ ਕਰਕੇ ਐ ਫੂਕ ਮਾਰੀ ਨਾ ਕਿਤੇ, ਉੜਦੇ ਹੀ ਫਿਰੋਗੇ, ਕੀਲੀ ਨਾਲ ਟੰਗੇ ਜਾਓਗੇ ਨਾ। ਹਾਂ, ਸਵਾਹ ਹੋ ਜਾਣਾ। ਉਹ ਮਹਾਰਾਜ ਕੋਈ ਨਹੀਂ, ਜਿੱਥੇ ਸਾਰਾ ਦੇਸ਼ ਕੀਲੀ ਨਾਲ ਟੰਗਿਆ ਇੱਕ ਹੋਰ ਟੰਗ ਹੋ ਜੂ, ਕੋਈ ਗੱਲ ਨਹੀਂ, ਨਾਲ ਹੀ ਆ ਸਾਰਿਆਂ ਦੇ। ਆਹ ਇਹ ਤਾਂ ਹੈ। ਅੱਛਾ, ਕੱਲ ਦੀ ਯਾਰ ਉਹ ਖੁਦਮੁਖਤਿਆਰੀ ਵਾਲੀ ਚਰਚਾ ਬੜੀ ਆ, ਉਹ ਫੇਰ ਕਰਨੀ ਗੱਲ। ਹੁਣ ਮੈਂ ਸੋਚੀ ਜਾਂਦਾ ਸੀ ਵੀ ਪਤਾ ਨਹੀਂ ਹੁਣ ਸੋਨੀਆ ਗਾਂਧੀ ਹੋਣੀ ਵੈਸੇ ਬੱਸ ਤੇ ਤਾਂ ਨਹੀਂ ਕਦੀ ਬੈਠੇ ਕਿ ਨਹੀਂ ਬੈਠੇ ਜੀ, ਤੇ ਭੁਲੱਥ ਤੇ ਹੈਲੀਕਾਪਟਰ ਉਤਰ ਜਾਂਦਾ, ਭੂਰਾ ਤਾਂ ਉਤਰਦਾ ਹੀ ਹੋਊ। ਨਹੀਂ ਨਾ, ਉਹ ਫਿਰ ਇੱਕ ਕਿੱਲਾ ਬਣਾ ਲਾਂਗੇ ਹੈਲੀਕਾਪਟਰ ਨਹੀਂ। ਹੁਣ ਗਾਂ ਖੁਦਮੁਖਤਿਆਰੀ ਦੀ ਸਲਾਹ ਤਾਂ ਉੱਥੋਂ ਹੋਇਆ ਕਰਨਾ। ਫੈਸਲਾ ਹਲਕੇ ਚੋਂ ਹੀ ਹੋਊਗਾ, ਭਾਵੇਂ ਵੀਡੀਓ ਕਾਨਫਰੰਸ ਤੇ ਨਹੀਂ ਹੋਵੇ। ਹਾਂ, ਨਹੀਂ ਪਰ ਮੈਂ ਇਹ ਨਹੀਂ ਸਮਝਿਆ ਵੀ ਪੰਜਾਬ ਦਾ ਹੀ ਹੋਊਗਾ ਕਿ ਦਿੱਲੀ ਦਾ ਵੀ ਇੱਥੋਂ ਕਰਿਆ ਕਰਨਾ। ਨਹੀਂ, ਉਹ ਤਾਂ ਦੇਖੋ, ਉਹ ਤਾਂ ਤਾਕਤ ਹੈ ਨਾ ਲੀਡਰ ਦੀ। ਵੈਸੇ ਵੀ ਹੁਣ ਦਿੱਲੀ ਜਿਹੜੀ ਲੀਡਰਸ਼ਿਪ ਬੈਠੀ ਉਹ ਫੈਸਲਾ ਕਰਨ ਜੋਗੀ ਹੈ ਤਾਂ ਹੈ ਨਹੀਂ। ਜੇ ਹੁੰਦੀ ਤਾਂ ਫਿਰ ਪੱਛਮੀ ਬੰਗਾਲ ਦੇ ਵਿੱਚ, ਉਹਦੇ ਤੋਂ ਪਹਿਲਾਂ ਮੱਧ ਪ੍ਰਦੇਸ਼ ਦੇ ਵਿੱਚ, ਫਿਰ ਕੇਰਲਾ ਦੇ ਵਿੱਚ ਇਦਾਂ ਦੇ ਹਾਲਾਤ ਬਣਨੇ ਨਹੀਂ ਸੀ। ਪਤਾ ਸਾਰਿਆਂ ਨੂੰ ਆ ਕਿ ਭਾਈ ਉਹ ਆਪਣਾ ਹੀ ਫੈਸਲਾ ਕਰਾ ਲੈਣ, ਬਹੁਤ ਅਜੇ ਤੱਕ ਉਹਨਾਂ ਤੋਂ ਕੌਮੀ ਪ੍ਰਧਾਨ ਤਾਂ ਬਣਿਆ ਨਾ। ਹਾਂ, ਪਰ ਚਲੋ ਇਹ ਕੱਲ ਦਾ ਵਾਹਵਾ ਰੌਲਾ ਸੀ ਵੀ ਖਹਿਰਾ ਸਾਹਿਬ ਜੀ ਆ ਗਏ ਜੀ, ਇਹ ਆ ਗਏ ਜੀ, ਇਦਾਂ ਹੀ ਸੀ। ਪਰ ਹੁਣ ਜਿਹੜੇ ਉੱਥੋਂ ਦੇ ਹਲਕਾ ਇੰਚਾਰਜ ਨੇ, ਮੈਂ ਜੇ ਗਲਤ ਨਾ ਹੋਵੇ ਸ਼ਾਇਦ ਗੋਰਾ ਗਿੱਲ ਉਹਨਾਂ ਦਾ ਨਾਂ ਆ, ਉਹ ਕਹਿੰਦੇ ਵੀ ਭਾਈ ਸਾਹਿਬ ਇਸ ਬੰਦੇ ਨੂੰ ਕਿਤੇ ਵਾੜ ਨਾ ਲਿਓ ਕਾਂਗਰਸ ਦੇ ਵਿੱਚ, ਇਹਨੇ ਬੇੜਾ ਗਰਕ ਕਰ ਦੇਣਾ। ਮੈਂ ਤੁਹਾਨੂੰ ਦੱਸੀ ਨਾ ਕੈਪਟਨ ਸਾਹਿਬ, ਤੁਹਾਨੂੰ ਪਤਾ ਨਹੀਂ ਹੈਗਾ ਜ਼ਮੀਨੀ ਪੱਧਰ ਤੇ ਜੇ ਬਹੁਤੀ ਗੱਲ ਆ ਤੇ ਤੁਸੀਂ ਹਲਕੇ ਦੇ ਲੋਕਾਂ ਨੂੰ ਆ ਕੇ ਪੁੱਛ ਲਓ, ਤੇ ਵੇਖ ਕੇ ਰਾਜੀ ਨਹੀਂ, ਤੁਸੀਂ ਉਹਨੂੰ ਜੱਫੀਆਂ ਪਾਈ ਜਾਂਦੇ ਹੋ। ਸੋ ਗਾਂਹ ਵਾਲੇ ਜਿਹਦੇ ਵੀ ਸਟੈਪ ਚੁੱਕਣੇ ਆ, ਉਹ ਪੁੱਛੇ ਬਿਨਾਂ ਨਾ ਚੁੱਕਿਓ, ਅਸੀਂ ਤੁਹਾਨੂੰ ਪਹਿਲਾਂ ਅਗਾਹ ਕਰੀ ਜਾਂਦੇ। ਇਹਦਾ ਮਤਲਬ ਇਹ ਹੋ ਗਿਆ ਵੀ ਖਹਿਰਾ ਸਾਹਿਬ ਦੀ ਐਂਟਰੀ ਹੋਊਗੀ ਜਾਂ ਹੋਣ ਵਾਲੀ ਆ,
ਖਲਾਰਾ ਕਾਂਗਰਸ 'ਚ ਪਹਿਲਾਂ ਪੈ ਗਿਆ। ਦੇਖੋ ਉਹ ਛੋਟੇ ਲੀਡਰ ਨੇ, ਉਹ ਸਮਝਦੇ ਨਹੀਂ ਕਿ ਜਦੋਂ ਸੁਖਪਾਲ ਸਿੰਘ ਖਹਿਰਾ ਕਾਂਗਰਸ ਪਾਰਟੀ ਛੱਡ ਕੇ ਗਿਆ ਸੀ, ਵਿਰੋਧੀ ਧਿਰ ਦੇ ਨੇਤਾ ਸੀ, ਤਾਂ ਕੈਪਟਨ ਸਾਹਿਬ ਦੇ ਦੁਆਲੇ ਬਹੁਤ ਹੁੰਦੇ ਸੀ। ਉਦੋਂ ਜੇ ਕਿਸੇ ਪੱਤਰਕਾਰ ਨੇ ਕਪਤਾਨ ਸਾਹਿਬ ਨੂੰ ਸਾਲ 6 ਮਹੀਨੇ ਬਾਅਦ ਸਵਾਲ ਪੁੱਛ ਲੈਣਾ, ਉਹ ਕਹਿਣਾ ਉਹ ਬੰਦਾ ਅਨੁਸ਼ਾਸਨ 'ਚ ਨਹੀਂ ਰਹਿੰਦਾ, ਉਹ ਬੰਦੇ ਦੀ ਕਾਂਗਰਸ 'ਚ ਕੋਈ ਥਾਂ ਨਹੀਂ ਹੈ। ਜਿਹੜੇ ਬੰਦੇ ਨੂੰ ਅਨੁਸ਼ਾਸਨ 'ਚ ਨਹੀਂ ਰਹਿਣਾ ਆਉਂਦਾ, ਜਿਹੜਾ ਬੰਦਾ ਪਾਰਟੀ ਲਾਈਨ ਤੋਂ ਹਟ ਕੇ ਆਪਣੇ ਆਪ ਨੂੰ ਚਮਕਾਉਂਦਾ, ਉਹਦੇ ਲਈ ਕਾਂਗਰਸ ਪਾਰਟੀ ਦੇ ਦਰਵਾਜ਼ੇ ਬੰਦ, ਜਿੱਦਾਂ ਹੁਣ ਸਿੱਧੂ ਸਾਹਿਬ ਲਈ ਕੀਤੇ ਆ। ਪਰ ਜਦੋਂ ਲੋੜ ਪੈਂਦੀ ਆ ਦਰਵਾਜ਼ੇ ਖੁੱਲ੍ਹ ਵੀ ਜਾਂਦੇ ਆ। ਕੈਪਟਨ ਸਾਹਿਬ ਨੇ ਹੁਣੇ ਕਿਹਾ ਸੀ ਕਿ ਨਵਜੋਤ ਸਿੰਘ ਸਿੱਧੂ ਲਈ ਕਾਂਗਰਸ ਤੇ ਮੇਰੇ ਦਰਵਾਜ਼ੇ ਬੰਦ ਆ, ਪਰ ਇਦਾਂ ਹੀ ਕਦੇ ਖਹਿਰੇ ਲਈ ਬੰਦ ਸੀ। ਇਹ ਕਾਰਨ ਪਤਾ ਕੀ ਹੈ? ਇਹ ਪੋਲੀਟੀਕਲ ਪਾਰਟੀਆਂ ਦੇ ਵਿੱਚ ਦੇਖੋ, ਮੈਂ ਦੱਸਦਾ ਤੁਹਾਨੂੰ, ਫਿਰ ਤੁਸੀਂ ਕਹਿੰਦੇ ਲੀਡਰ ਬਣ ਜਾਂਦਾ। ਪੋਲੀਟੀਕਲ ਪਾਰਟੀ ਦਾ ਜਿਹੜਾ ਦਰਵਾਜ਼ਾ ਹੁੰਦਾ ਨਾ, ਉਹ ਆਮ ਘਰਾਂ ਵਰਗਾ ਦਰਵਾਜ਼ਾ ਨਹੀਂ ਹੁੰਦਾ। ਇਹਦੇ 'ਚ ਇਹ ਹੁੰਦਾ ਵੀ ਜਿਹੜਾ ਕੁੰਡਾ ਅਰਲ ਉਹ ਵੱਡਾ ਲਵਾਇਆ, ਤੇ ਜਿਹੜੇ ਕਬਜੇ ਹੁੰਦੇ ਆ ਉਹਨਾਂ 'ਚ ਇੱਕੋ ਇੱਕ ਪੇਚ ਹੁੰਦਾ। ਮਤਲਬ ਉਹ ਜਿਹੜਾ ਅਰਲ ਲਾਉਣਾ ਉਦੋਂ ਮੈਂ ਵਿਖਾ ਦਾਂ, ਚੀਕੋਂ ਕੜਾ ਚ ਲੈ ਵੀ ਦਰਵਾਜ਼ੇ ਬੰਦ। ਬੰਦਾ ਸੋਚਦਾ ਉਹ ਤੇਰਾ ਭਲਾ ਹੁਣ ਨਹੀਂ ਖੋਲਦਾ ਕੁੰਡਾ ਬੰਦਾ, ਉਹ ਕੁੰਡਾ ਬਾਅਦ 'ਚ ਵੀ ਨਹੀਂ ਖੋਲੀਦਾ, ਦੂਸਰੇ ਪਾਸੋਂ ਕਬਜੇ ਵਾਲੇ ਪਾਸੋਂ ਲਾ ਲਈਦਾ ਦਰਵਾਜ਼ਾ। ਆਜੋ ਅੰਦਰ ਜਾ ਕੇ ਤਾਂ ਇੱਧਰਲੇ ਪਾਸੇ ਨੂੰ, ਹਾਂ ਇਧਰੋਂ ਫੇਰ ਲਾ ਕੇ ਤੇ ਦੂਜਾ ਕੱਸ ਦਈਦਾ। ਫਿਰ ਜਦੋਂ ਲੋਕ ਪੁੱਛਦੇ ਵੀ ਆਹ ਕੀ ਕੀਤਾ, ਇਹ ਕੀਤਾ। ਇਹ ਸਮੇਂ ਬਦਲਦੇ ਰਹਿੰਦੇ ਆ, ਕਿਤੇ ਬੂਹੇ 'ਚ ਫਰੜ ਸੀਗਾ ਤਾਂ ਕਰਕੇ ਹੋ ਗਿਆ, ਉਦਾਂ ਦੇ ਗੱਲ। ਨਾਲੇ ਲੋਕਾਂ ਲਈ ਬਹੁਤ ਕੁਝ ਕਰਨਾ ਪੈਂਦਾ, ਚਾਹੇ ਉਹ ਲੋਕ ਹਲਕੇ ਦੇ ਹੋਣ ਤੇ ਚਾਹੇ ਉਹ ਲੋਕ ਸੂਬੇ ਦੇ ਹੋਣ। ਸੁਖਪਾਲ ਸਿੰਘ ਖਹਿਰਾ ਨੂੰ ਪੁੱਛਿਆ ਪੱਤਰਕਾਰਾਂ ਨੇ ਕਿ ਖਹਿਰਾ ਸਾਹਿਬ ਤੁਸੀਂ ਤਾਂ ਕਹਿੰਦੇ ਸੀ ਕਿ ਭਾਈ ਪੰਜਾਬ ਦੇ ਲੋਕਾਂ ਨੂੰ ਥੱਲੇ ਲਾਤਾ, ਖੁਦ ਮੁਖਤਿਆਰੀ ਤੋਂ ਬਿਨਾਂ ਗੱਲ ਨਹੀਂ ਹੁੰਦੀ, ਵੱਡੀਆਂ ਪਾਰਟੀਆਂ ਦੇ ਫੈਸਲੇ ਦਿੱਲੀ ਤੋਂ ਹੁੰਦੇ ਆ, ਖਹਿਰਾ ਸਾਹਿਬ ਹੁਣ ਕਿੱਦਾਂ? ਉਹ ਕਹਿੰਦੇ ਜੀ ਪਹਿਲੀ ਗੱਲ ਕਿ ਤੁਸੀਂ ਮੈਨੂੰ ਸਿੱਧੂ ਸਾਹਿਬ ਦੇ ਬਾਰੇ ਵੀ ਸਵਾਲ ਪੁੱਛਦੇ ਆ। ਨਵਜੋਤ ਸਿੰਘ ਸਿੱਧੂ ਨੂੰ ਕਹਿੰਦੇ ਮੈਂ ਟੈਲੀਫੋਨ ਕੀਤਾ, ਹੈਗਾ ਮੇਰਾ ਭਰਾ, ਕਹਿੰਦੇ ਇਹ ਨਹੀਂ ਕਿ ਮੈਂ ਕੈਪਟਨ, ਉਹ ਮੰਨ ਕੇ ਕਹਿੰਦੇ ਮੈਂ ਕੈਪਟਨ ਅਮਰਿੰਦਰ ਸਿੰਘ ਦੇ ਰਾਹੀਂ ਕਾਂਗਰਸ 'ਚ ਆਇਆ। ਇਹ ਗੱਲ ਕਲੀਅਰ ਕੱਟ ਮੰਨਦੇ ਆ। ਨਾਲ ਦੀ ਨਾਲ ਇਹ ਕਹਿੰਦੇ ਆ ਕਿ ਨਵਜੋਤ ਸਿੰਘ ਸਿੱਧੂ ਮੇਰਾ ਭਰਾ, ਨਵਜੋਤ ਸਿੰਘ ਸਿੱਧੂ ਨੂੰ ਮੈਂ ਟੈਲੀਫੋਨ ਕੀਤਾ, ਚੱਕਿਆ ਨਹੀਂ, ਮੈਂ ਮੈਸੇਜ ਕੀਤੇ, ਜਵਾਬ ਤੱਕ ਨਹੀਂ ਦਿੱਤਾ। ਫਿਰ ਕਹਿੰਦੇ ਮੈਨੂੰ ਐਂ ਲੱਗਦਾ ਸੀ ਕਿ ਭਾਈ ਆਪਣੀ ਬੇਇੱਜ਼ਤੀ ਕਿੰਨੀ ਕਰੀ ਕਰਾਈ ਜਾਣੀ ਆ। ਫਿਰ ਕਹਿੰਦੇ ਉਹਦੇ ਤੋਂ ਬਾਅਦ ਕੰਵਰ ਸੰਧੂ ਹੋਰਾਂ ਦੀ ਡਿਊਟੀ ਲਾਈ ਕਿ ਭਾਈ ਕੋਈ ਮੁਹਾਜ ਬਣਾਈਏ, ਕੋਈ ਫਰੰਟ ਬਣਾਈਏ, ਸਿੱਧੂ ਸਾਹਿਬ ਨੂੰ ਅੱਗੇ ਲਾਈਏ। ਕੰਵਰ ਸੰਧੂ ਹੋਰੀ ਵੀ ਫੇਲ ਹੋ ਗਏ। ਫਿਰ ਕਹਿੰਦੇ ਜਗਦੇਵ ਸਿੰਘ ਕਮਾਲੂ ਸਾਹਿਬ ਦੀ ਡਿਊਟੀ ਲਾਈ। ਇੱਥੋਂ ਤੱਕ ਉਹ ਕਹਿੰਦੇ ਪ੍ਰਗਟ ਸਿੰਘ ਦੀ ਵੀ ਡਿਊਟੀ ਲਾਈ ਕਿ ਭਾਈ ਕੋਈ ਸਾਂਝਾ ਮੁਹਾਜ। ਕਹਿੰਦੇ ਜਵਾਬ ਹੀ ਨਹੀਂ ਦੇਣਾ। ਹੁਣ ਜੇ ਕਿਸੇ ਬੰਦੇ ਨੇ ਜਵਾਬ ਹੀ ਨਹੀਂ ਦੇਣਾ ਤਾਂ ਦੂਸਰੇ ਬੰਦੇ ਨੇ ਤਾਂ ਆਪ ਦਾ ਰਾਹ ਜਿਹੜਾ ਫੜਨਾ ਹੀ ਹੈ। ਹੁਣ ਨਵਜੋਤ ਸਿੰਘ ਸਿੱਧੂ ਕੀ ਸੱਚੀ ਜਵਾਬ ਨਹੀਂ ਸੀ ਦਿੰਦੇ? ਪ੍ਰਗਟ ਸਿੰਘ ਦਾ ਵੀ ਨਹੀਂ ਸੀ ਦਿੰਦੇ, ਕਮਾਲੂ ਸਾਹਿਬ ਦਾ ਵੀ ਨਹੀਂ ਸੀ ਦਿੰਦੇ, ਕੰਵਰ ਸੰਧੂ ਹੋਰਾਂ ਦਾ ਵੀ ਨਹੀਂ ਸੀ ਦਿੰਦੇ। ਉਹਨਾਂ ਨੇ ਕਈਆਂ ਦੇ ਨਾਂ ਲਏ ਕਿ ਭਾਈ ਮੈਂ ਕੋਸ਼ਿਸ਼ ਜਾਣੀ ਕਿ ਉਹ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕਰਦੇ ਸੀ ਕਿ ਖੁਦ ਮੁਖਤਿਆਰੀ ਤਾਂ ਚਾਹੀਦੀ ਹੈ, ਵੱਧ ਅਧਿਕਾਰ ਤਾਂ ਚਾਹੀਦੇ ਆ। ਉਹਨਾਂ ਨੇ ਇਹ ਸਾਬਿਤ ਕਰਨ ਦੀ ਕੋਸ਼ਿਸ਼ ਕੀਤੀ ਕਿ ਮੈਂ ਕਾਂਗਰਸ ਦੇ ਵਿੱਚ ਆਉਣਾ ਪਿਆ ਕਿਉਂਕਿ ਮੇਰੇ ਕੋਲ ਇਹਦੇ ਤੋਂ ਇਲਾਵਾ ਬਦਲ ਕੋਈ ਨਹੀਂ ਸੀ। ਮੈਂ ਜਦੋਂ ਯਤਨ ਕਰਦਾ ਸੀ ਫਿਰ ਉਹਨਾਂ ਨੇ ਹੋਰ ਕਰਤਾ। ਇਹਦਾ ਪਰ ਹੋਇਆ ਕੀ ਮੈਨੂੰ ਲੱਗਦਾ ਇਸ ਇਨਸੀਡੈਂਟ ਨੂੰ ਆਪਾਂ, ਕਿਉਂਕਿ ਆਪਣੇ ਕੋਲੇ ਉਦਾਹਰਨ ਵਾਲਾ ਕੰਮ, ਉਦਾਹਰਨ ਜਿੱਦਾਂ ਪਰਿਵਾਰ ਦੇ ਮੈਂਬਰ ਨੂੰ ਦੇ ਕੇ ਦੱਸਦੇ ਹਾਂ, ਇਹ ਇਦਾਂ ਹੀ ਹੈ ਵੀ ਜਿੱਦਾਂ ਮੰਨ ਲਓ ਵੀ ਬੱਸ ਅੱਡੇ ਤੇ ਖੜੀ ਹੈ, ਐ ਲਗਜ਼ਰੀ ਬੱਸ, ਬਹਿ ਜਾ ਪਾਪੂ ਵਾਲੇ ਹਾਰਨ ਲੱਗੇ, ਸਵਾਰੀਆਂ ਵਿੱਚ ਬੈਠੀਆਂ ਜਮਾ ਸ਼ੀਸ਼ੇ ਵਾਲੀ ਬਾਰੀ ਦੇ ਨਾਲ। ਹੁਣ ਇਧਰੋਂ ਬੰਦਾ ਜਾਂਦਾ, ਉਹ ਸ਼ੀਸ਼ਾ ਖੜਕਾਉਂਦਾ ਵੀ ਭਾਜੀ ਹੈਲੋ ਇੱਕ ਮਿੰਟ ਗੱਲ ਤੇ ਸੁਣੋ। ਉਹ ਬੰਦਾ ਮਾੜਾ ਜਿਹਾ ਵੇਖ ਲੈਂਦਾ ਵੀ ਸ਼ੀਸ਼ਾ ਨਹੀਂ ਖੋਲਦਾ। ਇਹ ਉਦਾਂ ਹੀ ਜਿੱਦਾਂ ਮਤਲਬ ਉਹ ਬੰਦ ਕਿਸੇ ਵੇਲੇ ਹੁੰਦਾ ਨਹੀਂ ਵੀ ਦਾਲ ਜੀ ਹੈ, ਦਾਲ ਛੱਲੀ ਨਹੀਂ ਲੈਣੀ। ਉਹ ਕਿ ਦੂਜੇ ਨੂੰ ਖੜਕਾ ਵੀ ਭਾਜੀ ਇਹ ਕਿਦਾਂ ਧਿਆਨ ਥੋੜਾ ਜਿਹਾ ਕਰੋ, ਕਹਿੰਦਾ ਨਹੀਂ। ਉਹ ਬੰਦਾ ਮੁੜ ਆਇਆ, ਉਹ ਕਹਿੰਦਾ ਯਾਰ ਮੇਰੀ ਤੇ ਨਹੀਂ ਗੱਲ ਸੁਣ, ਤੂੰ ਚੱਲ। ਉਹ ਦੂਜਾ ਗਿਆ ਹੋਇਆ ਖੱਟੀਆਂ ਗੋਲੀਆਂ ਆ ਪੇਪਰਾਮੈਂਟ ਵਾਲੀਆਂ, ਉਹ ਨਹੀਂ ਯਾਰ ਚਾਹੀਦੀਆਂ ਨਹੀਂ, ਕਮਲ ਨਾਇਨ ਸੁਰਮਾ। ਹੁਣ ਬੰਦਾ ਪਿੱਛੇ ਆ ਕੇ ਕਹਿੰਦਾ ਵੀ ਯਾਰ ਕੀ ਕਹਿ ਗਈ ਕਿ ਇਹਨਾਂ ਨੂੰ? ਉਹ ਕਹਿੰਦਾ ਮੈਂ ਉਹਨੂੰ ਆਖਿਆ ਬੱਸ 'ਚ ਉਤਰਾਓ, ਆਪਾਂ ਟੈਂਪੂ ਕਰ ਲੈਨੇ ਵੀਰ, ਹੈ ਨਾ। ਹੁਣ ਜਿਹੜੇ ਅੱਗੇ ਬੱਸ 'ਚ ਬੈਠੇ ਆ, ਆਪਾਂ ਨੂੰ ਸ਼ੀਸ਼ਾ ਖੜਕਾ ਕੇ ਵੀਰ ਟੈਂਪੂ ਕਰ ਲਈ ਆਪਾਂ, ਇਹ ਤੇ ਗੱਲ ਕਲੀਅਰ ਹੋ ਗਈ ਵੀ ਅਗਲੇ ਨਹੀਂ ਉਤਰੇ, ਗੱਲ ਨਿਬੜ ਗਈ। ਹੁਣ ਉਦੋਂ ਬਾਅਦ ਜਿਹੜੀ ਗੱਲ ਵਧੀਆ ਹੋਈ ਉਹਨਾਂ ਦੇ ਅਕੋਰਡਿੰਗਲੀ ਵੀ ਮੇਰੇ ਕੋਲ ਇੱਕੋ ਇੱਕ ਹੱਲ ਸੀ ਵੀ ਯਾਰ ਅਗਲੇ ਬੰਦੇ ਉਤਰਨੇ ਡੇ, ਟੈਂਪੂ ਕੀਤਾ ਨਹੀਂ ਤੇ ਫਿਰ ਉਹਨੂੰ ਚੰਗਾ ਨਹੀਂ ਵੀ ਬੱਸ 'ਚ ਹੀ ਬਹਿ ਜਾਈਏ, ਆਪ ਟੈਂਪੂ ਭਰੇ ਲਾ ਦਈਏ ਕਿਤੇ ਨਾਲ ਲੱਗਦੀ ਹੈ ਫੋਰ ਸੇਲ ਤੇ ਇਧਰ ਬੱਸ ਚੜ ਜਾਈਏ। ਹਾਂ ਨਾਲੇ ਵਿੱਚ ਜਾ ਕੇ ਕਰਾਂਗੇ ਭਾਜੀ ਛੱਲੀ ਤਾਂ ਉਦੋਂ ਕਹਿਣ ਡਏ ਹੈਗੇ ਤੁਹਾਡੇ ਨਾਲ ਹੀ ਆ, ਪਰ ਬਣਾ ਡਰਾਈਵਰ ਸਾਹਿਬ ਨਾਲ ਬਹਿਣਾ ਇੰਜਣ ਦੇ ਕੋਲੇ। ਉਹ ਕਹਿੰਦੇ ਕਾਹਤੋਂ ਇੰਜਣ ਦੇ ਕੋਲੇ ਬਹਿਣਾ? ਠੰਡ ਬੜੀ ਹੈ ਉੱਥੇ, ਸੇਕਾ ਹੁੰਦਾ ਮਾੜਾ ਜਿਹਾ, ਥੋੜਾ ਦੇਖ ਕਰਾਵਾਂਗੇ। ਮਤਲਬ ਇਹ ਇਨਸੀਡੈਂਟ ਇਸ ਵਕਤ ਸਿਆਸਤ 'ਚ ਵਾਪਰਿਆ। ਦੇਖੋ ਕਾਰਨ ਹੈ ਜੀ, ਕੱਲ ਵੀ ਸਾਨੂੰ ਬੜੇ ਬੰਦਿਆਂ ਨੇ ਇਸ ਚੀਜ਼ ਦੀ ਬੇਨਤੀ ਕੀਤੀ ਵੀ ਯਾਰ ਤੁਸੀਂ ਇਦਾਂ ਨਹੀਂ ਗੱਲ ਕਰਦੇ, ਉੱਦਾਂ ਨਹੀਂ ਗੱਲ ਕਰਦੇ। ਦੇਖੋ ਕਾਰਨ ਹੈ, ਅਸੀਂ ਤੁਹਾਨੂੰ ਪਹਿਲਾਂ ਵੀ ਬੇਨਤੀ ਕਰ ਚੁੱਕੇ ਹਾਂ ਵੀ ਸਿਆਸਤ ਇਦਾਂ ਹੀ ਚੱਲਦੀ। ਜੇ ਖਹਿਰਾ ਸਾਹਿਬ ਉਧਰ ਚੱਲ ਗਏ ਨੇ, ਉਹ ਕਹਿੰਦੇ ਪ੍ਰਿੰਸੀਪਲ ਸਾਰੇ ਮੇਰੇ 'ਤੇ ਲਾਗੂ ਹੋ ਗਏ, ਬਿਲਕੁਲ ਉਹ ਠੀਕ ਨੇ, ਇਕੱਲੇ ਉੱਤੇ ਨਹੀਂ ਲਾਗੂ ਹੁੰਦੇ ਭਾਈ ਸਾਹਿਬ। ਅਗਲੇ ਬੰਦੇ ਨੂੰ ਹੱਕ ਹੈ, ਉਹਨੇ ਆਪਣੀ ਸਿਆਸਤ ਚਮਕਾਉਣੀ ਹੈ। ਜੇ ਪਹਿਲਾਂ ਸਿਆਸਤ ਚੱਲਦੀ ਰਹੀ, ਹੁਣ ਵੀ ਚੱਲੂਗੀ, ਗਾਂਹ ਵੀ ਚੱਲੂਗੀ। ਇੱਕ ਹੋਰ ਮੈਂ ਜੋ ਇਨਸੀਡੈਂਟ ਵਾਪਰਿਆ ਉਹਦੇ ਤੇ ਲੋਕ ਹੈਰਾਨ ਜ਼ਰੂਰ ਨੇ। ਉਹਨਾਂ ਨੂੰ 1984 ਦਾ ਪੁੱਛਿਆ, ਉਹ ਕਹਿੰਦੇ ਤੁਸੀਂ ਉਸੇ ਹਫ਼ਤੇ ਗਏ ਆ ਜਦੋਂ ਘੱਲੂ ਘਾਰਾ ਹੋਇਆ ਸੀ, ਜਦੋਂ ਇਹ ਸਾਰਾ ਕੁਝ ਵਾਪਰਿਆ, ਉਧਰਲੇ ਪਾਸੇ ਸਮਾਗਮ ਚੱਲਦੇ ਸੋਗਮਈ, ਤੇ ਤੁਸੀਂ ਉਸੇ ਕਾਂਗਰਸ ਪਾਰਟੀ ਦੇ ਵਿੱਚ ਚਲੇ ਗਏ ਹੋ ਜਿਹਨੂੰ ਅੱਜ ਵੀ ਲੀਡ ਗਾਂਧੀ ਪਰਿਵਾਰ ਕਰਦਾ। ਕੀ ਤੁਸੀਂ ਮੰਨਦੇ ਹੋ ਕਿ ਗਾਂਧੀ ਪਰਿਵਾਰ ਜ਼ਿੰਮੇਵਾਰ ਹੈ? ਉਹ ਕਹਿੰਦੇ ਮੈਂ ਤੁਹਾਨੂੰ ਇੱਕ ਗੱਲ ਕਹਿ ਦੇਣਾ, ਮੈਂ ਪਾਰਟੀ ਜਿਹੜੀ 'ਚ ਮਰਜ਼ੀ ਰਹਾਂ,
ਮੈਂ ਪਹਿਲਾਂ ਵੀ ਕਾਂਗਰਸ ਪਾਰਟੀ ਦੇ ਵਿੱਚ ਰਹਿੰਦਿਆਂ 84 ਦੇ ਮੁੱਦੇ ਤੇ ਕਿਹਾ ਸੀ ਕਿ ਭਾਈ ਗਲਤ ਹੋਇਆ, ਤੇ ਅੱਜ ਵੀ ਕਹਿਣਾ ਜਿੱਥੇ ਵੀ ਲੋੜ ਪਊਗੀ ਮੈਂ ਠੋਕ ਵਜਾ ਕੇ ਆਖੂੰ। ਪਰ ਇੰਨੀ ਗੱਲ ਜ਼ਰੂਰ ਹੈ ਕਿ ਮੇਰੇ ਕੋਲੇ ਬਦਲ ਕੋਈ ਨਹੀਂ ਸੀ। ਜੇ ਮੈਂ ਰਾਜਨੀਤਿਕ ਤੌਰ ਤੇ ਪ੍ਰਸੰਗਕ ਰਹਿਣਾ ਸੀ ਤਾਂ ਮੈਨੂੰ ਰਾਹ ਚੁਣਨਾ ਪੈਣਾ ਸੀ, ਮੈਂ ਰਾਹ ਚੁਣ ਲਿਆ। ਨਹੀਂ ਮਤਲਬ ਇਹ ਉਦਾਂ ਹੀ ਹੋ ਗਿਆ ਵੀ ਉਸੇ ਸਵਰ ਨੂੰ ਬੱਸ ਚਵਾ ਲਈ। ਆਹ ਹੁਣ ਉੱਥੇ ਕਿਹਨੇ ਪੁੱਛ ਲਿਆ ਵੀ ਲੈ ਤੂੰ ਤਾਂ ਉਦੋਂ ਬਾਹਰ ਅੱਡੇ ਤੇ ਖਲੋਤਾ, ਮੈਨੂੰ ਆਪ ਸਾਨੂੰ ਬਾਜਾ ਮਾਰਦੇ ਟੈਂਪੂ ਜਾ ਚੜ੍ਹਦਾ। ਟੈਂਪੂ ਜਾ ਨਾਲ ਤੂੰ ਕਹਿੰਦਾ ਵੀ ਗਲੀ ਬੱਸ ਹੈ ਇਹ, ਦੱਸ ਉੱਥੇ ਐਕਸੀਡੈਂਟ ਕਰਕੇ ਆਈ ਆ, ਪਟਾਕਾ ਪਿਆ, ਮਾਲਕਾਂ ਇਹਦੇ ਨਾਲ ਤਾਂ ਅੱਗੇ ਮੈਨੂੰ ਪਤਾ ਵੀ ਉਹ ਕਿੱਦਾਂ ਦੇ ਬੰਦੇ ਆ, ਨਹੀਂ ਕਿੱਦਾਂ। ਉਹ ਕਹਿੰਦਾ ਨਹੀਂ ਵਿੱਚ ਬੰਦਾ ਬੈਠਾ, ਟਿਕਟ ਲਈ ਹੈ ਕਿ ਨਹੀਂ, ਪੈਸੇ ਦਿੱਤੇ ਆ, ਡਰਾਈਵਰ ਆਪਣਾ ਭਾਈ ਹੈ, ਮਾਲਕਾਂ ਨਾਲ ਆਪਣੀ ਗੱਲ ਕੋਈ ਨਹੀਂ, ਮਾਲਕਾਂ ਨੂੰ ਆਪਾਂ ਕਿਹੜਾ ਕੋਈ ਲੈਣਾ ਦੇਣਾ। ਆਹ ਮਤਲਬ ਗੱਡੀ 'ਚ ਬੰਦਾ ਬਹਿ ਕੇ ਵੀ ਆਖੀ ਜਾਂਦਾ ਵੀ ਭਾਈ ਸਾਹਿਬ ਟਿਕਟ ਲੈ ਲਈ, ਬੱਸ ਵੀ ਉਸੇ 'ਚ ਰਹਿਣਾ, ਮਾਲਕ ਵੀ ਉਹੀ ਨੇ, ਮਾਲਕ ਵੀ ਉਹੀ ਨੇ। ਫਿਰ ਵੀ ਆਪਾਂ ਮਾਲਕਾਂ ਨੂੰ ਨਹੀਂ ਮੰਨਦੇ, ਆਪਣੇ ਨਾਲ ਕੋਈ ਗੱਲ ਨਹੀਂ ਹੈਗੀ। ਪਰ ਮੈਨੂੰ ਸਮਝ ਨਹੀਂ, ਫਿਰ ਧੰਨਵਾਦ ਜਿਹੜਾ ਸ਼ੁਰੂਆਤ 'ਚ ਹੀ ਕੀਤਾ ਸੀ ਵੀ ਬਹੁਤ ਧੰਨਵਾਦੀ ਸੀ ਉਹਨਾਂ ਦੇ ਵੀ ਉਹਨਾਂ ਨੇ ਸਾਨੂੰ। ਦੇਖੋ ਉਹ ਤਾਂ ਇਹ ਕਹਿੰਦੇ ਆ ਨਾ ਕਿ ਭਾਈ ਉਹਨਾਂ ਦਾ ਕਸੂਰ ਕੋਈ ਨਹੀਂ, ਵੱਡੇ ਵਡੇਰਿਆਂ ਦਾ ਹੋਊਗਾ, ਉਸ ਵੇਲੇ ਦਾ ਹੋਊਗਾ, ਉਸ ਵੇਲੇ ਦੀ ਲੀਡਰਸ਼ਿਪ ਦਾ ਹੋਊਗਾ। ਉਦੋਂ ਇਹ ਸਾਰੇ ਹੀ ਬੰਦੇ ਸਰਗਰਮ ਨਹੀਂ ਸੀ, ਉਹ ਨਾਲ ਹਲਕਾ ਜਿਹਾ ਕਹਿ ਦਿੰਦੇ। ਪਰ ਮੈਂ ਇੱਥੇ ਡਾਕਟਰ ਧਰਮਵੀਰ ਗਾਂਧੀ ਨੂੰ ਕੋਟ ਕਰਦੇ ਹਾਂ। ਪੱਤਰਕਾਰ ਭਾਈਚਾਰਾ ਉੱਥੇ ਪੁੱਜਿਆ, ਡਾਕਟਰ ਗਾਂਧੀ ਨੂੰ ਪੁੱਛਿਆ, ਗਾਂਧੀ ਸਾਹਿਬ ਤੁਸੀਂ ਨਾਲ ਜਾਂਦੇ ਸੀ ਜਦੋਂ ਯੂਆਪਾ ਦਾ ਮਸਲਾ ਸੀ, ਹਰਿਆਣੇ ਤੱਕ ਦੇ ਘਰਾਂ ਦੇ ਵਿੱਚ ਤੁਸੀਂ ਗਏ, ਅੱਜ ਸੁਖਪਾਲ ਸਿੰਘ ਖਹਿਰਾ ਚਲੇ ਗਏ। ਉਹ ਕਹਿੰਦੇ ਜੀ ਦੇਖੋ ਗੱਲ ਪਤਾ ਕੀ ਹੈ ਕਿ ਸੁਖਪਾਲ ਸਿੰਘ ਖਹਿਰਾ ਕਹਿੰਦੇ ਜੀ ਮੇਰੇ ਇੰਨੇ ਸਾਲ ਹੋ ਗਏ ਮੈਂ ਆਹ ਕਰਦਾ, ਉਹ ਕਹਿੰਦੇ 4 ਸਾਲ ਹੋਰ ਕੱਢ ਲੈਂਦੇ, ਇੱਕ ਵਾਰੀ ਐਮਐਲਏ ਹੋਰ ਨਾ ਬਣਦੇ ਕੋਈ ਗੱਲ ਨਹੀਂ, ਜਿੱਥੇ ਇੰਨੀ ਦੰਦਾਂ ਥੱਲੇ ਜੀਭ ਲਈ ਸੀ 4 ਸਾਲ ਹੋਰ ਲੈ ਲੈਂਦੇ, ਪਰ ਕਾਂਗਰਸ 'ਚ ਨਾ ਜਾਂਦੇ। ਬਾਕੀ ਉਹ ਕਹਿੰਦੇ ਮੈਂ ਬਹੁਤਾ ਕੁਝ ਨਹੀਂ ਕਹਿਣਾ, ਮੈਂ ਤਾਂ ਸਿਰਫ ਇਹ ਕਹਿਣਾ ਕਿ ਅੱਜ ਸੁਖਪਾਲ ਸਿੰਘ ਖਹਿਰਾ ਭਾਵੇਂ ਕਹਿੰਦੇ ਆ ਕਿ ਮੈਂ ਫਲਾਨੀ ਪਾਰਟੀ 'ਚ ਗਿਆ ਮੈਂ ਪਛਤਾਉਣਾ, ਗਏ ਕਾਂਗਰਸ 'ਚ ਪਛਤਾਉਣਗੇ ਉੱਥੇ ਵੀ। ਹਾਂ ਨਹੀਂ ਚਲੋ ਇਹ ਕਾਰਨ ਇਹ ਤਾਂ ਹੁਣ ਗਾਂਧੀ ਸਾਹਿਬ ਕਿਉਂਕਿ ਨੇੜੇ ਰਹੇ ਨੇ ਉਹਨਾਂ ਦੇ, ਉਹਨਾਂ ਨੂੰ ਚੰਗੀ ਤਰ੍ਹਾਂ ਜਾਣਦੇ ਆ, ਉਹਨਾਂ ਦਾ ਉਹਦੇ ਬਾਰੇ ਕੀ ਤਜਰਬਾ, ਉਹ ਸਾਰੇ ਪਿਛਲੇ ਇੰਸੀਡੈਂਟ ਦੇ ਬਾਰੇ 'ਚ ਉਹਨਾਂ ਨੇ ਉਸ ਹਿਸਾਬ ਨਾਲ ਕਹਿਤਾ। ਪਰ ਕੁੱਲ ਮਿਲਾ ਕੇ ਇੰਨਾ ਵੀ ਇਸ ਚੀਜ਼ ਦੇ ਉੱਪਰ ਹੁਣ ਜੋ ਮਰਜ਼ੀ ਜੋ ਮਰਜ਼ੀ ਕਹੀ ਜਾਵੇ, ਖਹਿਰਾ ਸਾਹਿਬ ਨੇ ਜੋ ਆਪਣਾ ਸਟੈਂਡ ਸੀਗਾ ਉਹ ਕਲੀਅਰ ਕਰ ਦਿੱਤਾ। ਤੇ ਮੈਂ ਅੱਗੇ ਵੀ ਕਿਹਾ ਕਿ ਭਾਈ ਸਾਹਿਬ ਦਿਨ ਪੈਂਦੇ ਜਾਂਦੇ ਨੇ, ਸਮਾਂ ਲੰਘਦਾ ਜਾਂਦਾ, ਜੋ ਬਿਆਨ ਜੂਨ 'ਚ ਨੇ ਜੁਲਾਈ 'ਚ ਹੋਣੇ ਨਹੀਂ, ਜੁਲਾਈ 'ਚ ਕੁਝ ਹੋਰ ਰਾਜੇ ਦੀ ਪਰਜਾ ਹੋਣੀ ਆ, ਆਪੇ ਲੋਕਾਂ ਭੁੱਲ ਭੁਲਾ ਜਾਣਾ। ਇਸੇ ਨੂੰ ਸਿਆਸਤ ਕਹਿੰਦੇ, ਹੋਰ ਕੀ ਕਹਿੰਦੇ? ਨਹੀਂ ਇਸੇ ਨੂੰ ਕਹਿੰਦੇ ਸਿਆਸਤ। ਪਤਾ ਕਿਉਂ ਕਹਿੰਦੇ ਆ? ਤੁਸੀਂ ਦੇਖੋ ਕਿ ਅੱਜ ਕੋਈ ਵੀ ਬੰਦਾ ਕਲਪਨਾ ਕਰ ਲੂ ਕਿ 7 ਮਹੀਨਿਆਂ ਬਾਅਦ ਵੋਟਾਂ ਪੈਣੀਆਂ ਤਾਂ ਭਾਰਤੀ ਜਨਤਾ ਪਾਰਟੀ ਦੀ ਪੰਜਾਬ 'ਚ ਸਰਕਾਰ ਬਣ ਜੂ, ਨਹੀਂ ਬਣਨੀ ਨਾ। ਬਣਨੀ ਕਿੱਦਾਂ ਨਹੀਂ? ਨਹੀਂ ਉਹ ਤਾਂ ਦੁਸ਼ਯੰਤ ਗੌਤਮ ਤੁਹਾਡੇ ਵਿੱਚ ਭਾਰਤੀ ਜਨਤਾ ਪਾਰਟੀ ਦੀ ਰੂਹ ਆ ਗਈ, ਇੱਕ ਸਕਿੰਟ ਲੱਗਾ ਦੇਖੋ ਤੁਹਾਨੂੰ। ਇਦਾਂ ਕਿੱਦਾਂ ਮਤਲਬ ਤੁਸੀਂ ਆਖੀਏ ਨੇ ਸਾਡੀ ਸਰਕਾਰ ਨਹੀਂ ਬਣਨੀ, 118 ਐਮਐਲਏ ਬਣਨੇ ਸਾਡੇ। ਆਹ ਚੰਡੀਗੜ੍ਹ ਵਿੱਚ ਪਾ ਲਿਆ ਲੋਕ ਸਭਾ ਹਲਕਾ, ਕਿਸੇ ਵੇਲੇ ਇੱਕ ਅੱਧਾ ਸਪੇਅਰ ਵੀ ਰੱਖੀ। ਹੁਣ ਸੰਧਾਲੀਆ ਸਾਹਿਬ ਮਤਲਬ ਅਸੀਂ ਘਟਾ ਲਈਏ। ਦੁਸ਼ਯੰਤ ਗੌਤਮ ਭਾਰਤੀ ਜਨਤਾ ਪਾਰਟੀ ਦੀ ਪੰਜਾਬ ਇਕਾਈ ਦੇ ਇੰਚਾਰਜ ਆ, ਬਿਲਕੁਲ ਉਦਾਂ ਹੀ ਜਿੱਦਾਂ ਕਾਂਗਰਸ ਪਾਰਟੀ ਦੇ ਇੰਚਾਰਜ ਹਰੀਸ਼ ਰਾਵਤ ਆ, ਬਿਲਕੁਲ ਉਦਾਂ ਹੀ। ਜੇ ਇੱਧਰ ਜਾਣ ਤੋਂ ਪਹਿਲਾਂ ਆਏ ਤੁਸੀਂ ਹੋਰ ਪਾਸੇ ਗੇਰ ਪਾ ਲਿਆ ਯਾਰ, ਕੈਪਟਨ ਸਾਹਿਬ ਦੀ ਮੁਲਾਕਾਤ ਹੋਈ ਉਹ ਦੱਸੀ ਨਹੀਂ। ਮੈਂ ਚੱਲਿਆ, ਮੈਂ ਕਿਹਾ ਪਹਿਲਾਂ ਇਧਰੋਂ ਨਿਬੇੜ ਜਾਵਾਂ ਭਾਜਪਾ ਵਾਲਾ ਕੰਮ। ਅੱਛਾ ਇਦਾਂ? ਹਾਂ, ਜਿਸੇ ਤਰੀਕੇ ਆਮ ਆਦਮੀ ਪਾਰਟੀ ਦੇ ਪੰਜਾਬ ਦੇ ਇੰਚਾਰਜ ਆ ਜਰਨੈਲ ਸਿੰਘ, ਉਦਾਂ ਹੀ ਦੁਸ਼ਯੰਤ ਗੌਤਮ ਪੰਜਾਬ ਭਾਜਪਾ ਦੇ ਇੰਚਾਰਜ ਆ। ਉਹਨਾਂ ਨੇ ਮੀਟਿੰਗ ਲਈ ਚੰਡੀਗੜ੍ਹ ਦੇ ਵਿੱਚ, ਭਾਜਪਾ ਦੀ ਸਾਰੀ ਲੀਡਰਸ਼ਿਪ ਪੁੱਜੀ, ਸਾਰੀਆਂ ਵਿਚਾਰਾਂ ਕੀਤੀਆਂ ਤੇ ਬਾਹਰ ਆ ਕੇ ਪੱਤਰਕਾਰਾਂ ਨੂੰ ਕਹਿੰਦੇ ਪੰਜਾਬੀਆਂ ਨੇ ਮਨ ਬਣਾ ਲਿਆ, ਸਾਨੂੰ ਲੱਗ ਗਿਆ ਪਤਾ, ਸਾਡੇ ਵਰਕਰ ਗਏ ਆ ਘਰ ਘਰ, ਲੋਕਾਂ ਨੂੰ ਪੁੱਛਿਆ, ਅੱਜ ਵੋਟਾਂ ਪੈ ਜਾਣ ਭਾਵੇਂ 5 ਮਹੀਨਿਆਂ ਨੂੰ ਪੈ ਜਾਣ ਭਾਵੇਂ 8 ਨੂੰ, ਪੰਜਾਬੀਆਂ ਨੇ ਮਨ ਬਣਾ ਲਿਆ ਕਿ ਭਾਈ ਪੰਜਾਬ ਦੇ ਵਿੱਚ ਸਰਕਾਰ ਭਾਜਪਾ ਦੀ ਹੀ ਬਣੇਗੀ। ਇੱਕ ਬੇਨਤੀ ਕਰਾਂ ਹੁਣੇ ਤੁਹਾਡੀ ਇੰਨੀ ਸਟੇਟਮੈਂਟ ਤੋਂ ਬਾਅਦ ਸਿੱਧੀ ਦੁਸ਼ਯੰਤ ਗੌਤਮ ਸਾਹਿਬ ਨੂੰ ਵੀ ਜਿਹੜੇ ਬੰਦਿਆਂ ਨਾਲ ਉਹਨਾਂ ਨੇ ਮੁਲਾਕਾਤ ਕੀਤੀ ਹੈ ਉਹਨਾਂ ਬੰਦਿਆਂ ਤੇ ਯਕੀਨ ਨਾ ਕਰਿਓ, ਤੇ ਜੇ ਉਹ ਬੰਦੇ ਅਜੇ ਵੀ ਪਾਰਟੀ 'ਚ ਹੈਗੇ ਤੇ ਅੰਦਰ ਸੱਚੀ ਉਹਨਾਂ ਨੇ ਆਹ ਗੱਲ ਕਹੀ ਹੈ ਵੀ ਅਸੀਂ ਘਰ ਘਰ ਜਾ ਕੇ ਪਤਾ ਕਰ ਆਏ ਜੇ ਪੰਜਾਬੀ ਬੀਜੇਪੀ ਵਾਲਿਆਂ ਦੇ ਨਾਲ ਆ, ਤੇ ਮੈਂ ਕਹਿੰਦਾ ਵੀ ਉਹਨਾਂ ਤੇ ਹੁਣੇ ਕਾਰਵਾਈ ਕਰ ਦੇਣੀ ਚਾਹੀਦੀ ਇਹਨਾਂ ਨੂੰ। ਇਹ ਕਿੱਦਾਂ ਕਾਰਵਾਈ ਕਰਦੇ? ਮੈਂ ਤੁਹਾਡੀ ਗੱਲ ਦੇ ਨਾਲ ਬਿਲਕੁਲ ਸਹਿਮਤ ਨਹੀਂ, ਸੁਣ ਲਿਓ ਮੇਰੀ ਗੱਲ। ਮੈਂ ਨਹੀਂ ਕਹਿੰਦਾ ਦੁਸ਼ਯੰਤ ਗੌਤਮ ਸਾਹਿਬ ਦਾ ਕਸੂਰ ਆ, ਜੇ ਉਹਨਾਂ ਨੇ ਕਿਹਾ ਵੀ ਮੈਨੂੰ ਵਰਕਰਾਂ ਨੇ ਕਿਹਾ, ਮੈਨੂੰ ਨੇਤਾਵਾਂ ਨੇ ਕਿਹਾ, ਪੰਜਾਬੀ ਨਾਲ ਨੇ, ਅਸੀਂ ਘਰ ਘਰ ਜਾ ਕੇ ਪੁੱਛ ਆਏ ਆ ਤੇ ਸਾਡੀ ਸਰਕਾਰ ਬਣਨੀ, ਜੇ ਤੂੰ ਇਦਾਂ ਕਹਿਣ ਡਿਆ, ਜੇ ਉਹ ਗੱਲ ਸੱਚੀ ਅੰਦਰ ਹੋਈ ਆ, ਫਿਰ ਉਹ ਸਾਰੇ ਬੰਦੇ ਭਾਜਪਾ ਚੋਂ ਕੱਢ ਦੇਣੇ ਚਾਹੀਦੇ, ਕਿਉਂਕਿ ਉਹਨਾਂ ਨੇ ਝੂਠ ਬੋਲਿਆ। ਜੇ ਮੈਂ ਤਾਂ ਕਹਿੰਦਾ ਇਦਾਂ ਤਾਂ ਤੁਸੀਂ ਕਹੋਗੇ ਕਿ ਭਾਈ ਅਮਿਤ ਸ਼ਾਹ ਸਾਹਿਬ ਨੂੰ ਵੀ ਪਾਰਟੀ ਚੋਂ ਕੱਢ ਦੇਣਾ ਚਾਹੀਦਾ, ਉਹਨਾਂ ਨੇ ਵੀ ਤਾਂ ਕਿਹਾ ਸੀ ਕਿ ਭਾਈ 200 ਸੀਟਾਂ ਅਸੀਂ ਪੱਛਮੀ ਬੰਗਾਲ 'ਚ ਜਿੱਤਣੀਆਂ, ਬੰਗਾਲੀਆਂ ਨੇ ਮਨ ਬਣਾ ਲਿਆ ਕਿ ਉੱਥੇ ਸਰਕਾਰ ਹੀ ਭਾਰਤੀ ਜਨਤਾ ਪਾਰਟੀ ਦੀ ਬਣੇਗੀ, ਤੇ ਬੰਦੇ ਕਿੰਨੇ ਜਿੱਤੇ ਆ ਹੁਣ ਗੁਣਾ ਘਟਾਓ ਕਰਕੇ ਦੱਸੋ। ਇਦਾਂ ਥੋੜੀ ਹੋ ਗਈ ਮਹਾਰਾਜ, ਇਦਾਂ ਦਾ ਉਹ ਜਿਹਨੂੰ ਕਹਿੰਦੇ ਸੀ ਕਿ ਅਸੀਂ ਕਾਂਗਰਸ ਮੁਕਤ ਭਾਰਤ ਬਣਾ ਦੇਣਾ, ਇਦਾਂ ਫਿਰ ਲੀਡਰ ਮੁਕਤ ਭਾਜਪਾ ਨਾ ਬਣ ਜਾਵੇ ਜੇ ਐਸੇ ਗੱਲ ਦੇ ਉੱਤੇ ਆ ਗਿਆ ਤਾਂ ਕਿਤੇ। ਨਹੀਂ ਮੈਂ ਤਾਂ ਕਿਹਾ ਵੀ ਮਤਲਬ ਜੇ ਤਾਂ ਯਾਰ ਕੀ ਪਤਾ ਕਿਸੇ ਵੇਲੇ ਹੁੰਦਾ, ਅਗਲੇ ਨੇ ਸਭ ਤੋਂ ਵੱਡੀ ਪਾਰਟੀ ਬੀਜੇਪੀ ਮੰਨਦੇ ਕਿ ਨਹੀਂ ਮੰਨਦੇ ਮੈਂਬਰ ਵਾਈਜ਼। ਇਹ ਬਿਆਨ ਅੱਜ ਨਹੀਂ ਆਇਆ, ਇਹ ਕਦੋਂ ਦਾ ਬਿਆਨ ਆਪਾਂ ਅਸ਼ਵਨੀ ਸ਼ਰਮਾ ਹੋਰਾਂ ਦਾ ਸੁਣ ਲਿਆ, ਆਪਾਂ ਉਹ ਸ਼ਵੇਤ ਮਲਿਕ ਹੋਰਾਂ ਦਾ ਸੁਣ ਲਿਆ, ਆਪਾਂ ਉਹ ਤਰਨ ਚੁੱਘ ਸਾਹਿਬ ਦਾ ਸੁਣ ਲਿਆ, ਸੈਂਟਰ ਵਾਲੇ ਪਾਸੋਂ 1-2 ਲੀਡਰਾਂ ਨੇ ਬਿਆਨ ਦੇਤਾ ਵੀ 117 ਦੀਆਂ 117 ਸੀਟਾਂ ਬੀਜੇਪੀ ਜਿੱਤ ਕੇ ਸਰਕਾਰ ਬਣਾ ਰਹੀ। ਤੇ ਜੇ ਤੇ ਉਸੇ ਸੰਦਰਭ 'ਚ ਹੀ ਹੈ ਵੀ ਯਾਰ ਇਹ ਨਹੀਂ ਰਟਿਆ ਰਟਾਇਆ, ਇਹ ਪਹਿਲਾਂ 2 ਲਾਈਨਾਂ ਇਹ ਬੋਲਣੀਆਂ ਉਸ ਤੋਂ ਬਾਅਦ ਅਗਲੀ ਗੱਲ ਕਰਨੀ, ਫਿਰ ਕੋਈ ਰੌਲਾ ਨਹੀਂ।
ਪਰ ਜੇ ਸੱਚੀ ਸੀਰੀਅਸ ਮੀਟਿੰਗ ਸੀ ਐਂਡ ਉਸ ਮੀਟਿੰਗ ਦੇ ਵਿੱਚ ਕੋਈ ਸਰਵੇ ਦੀ ਗੱਲ ਕਰ ਲਈ ਵੀ ਘਰ ਘਰ ਪੰਜਾਬੀਆਂ ਨੇ ਮਨ ਬਣਾ ਲਿਆ, ਤੇ ਫਿਰ ਜ਼ਰੂਰ ਪਤਾ ਕਰ ਲੈਣ ਭਾਈ ਸਾਹਿਬ, ਇਹ ਕੋਈ ਗਲਤ ਗੋਲੀ ਖਾ ਕੇ ਸਲਾਹ ਦੇ ਆਇਆ ਜੇ ਉੱਥੇ। ਜੇ ਫਿਰ ਵੀ ਨਹੀਂ ਸਮਝ ਆਉਂਦੀ ਤਾਂ ਮੈਨੂੰ ਐਂ ਲੱਗਦਾ ਕਿ ਇੱਕ ਬਹੁਤ ਵੱਡਾ ਲੀਡਰ ਪੱਛਮੀ ਬੰਗਾਲ ਦਾ, ਜਿਹੜਾ ਕਿ ਪਹਿਲਾਂ ਮਮਤਾ ਬੈਨਰਜੀ ਦੇ ਬਹੁਤ ਨੇੜੇ ਹੁੰਦਾ ਸੀ, ਉਸ ਬੰਦੇ ਨੇ ਸਭ ਤੋਂ ਪਹਿਲਾਂ ਤ੍ਰਿਣਮੂਲ ਕਾਂਗਰਸ ਛੱਡੀ ਕਿ ਭਾਈ ਨਹੀਂ ਰਹਿਣਾ ਇਹਦੇ ਵਿੱਚ, ਤ੍ਰਿਣਮੂਲ ਕਾਂਗਰਸ 'ਚ ਨਹੀਂ। ਮਮਤਾ ਬੈਨਰਜੀ ਦਾ ਨਾਂ ਸੀ ਮੁਕਲ ਰਾਏ ਭਾਰਤੀ ਜਨਤਾ ਪਾਰਟੀ ਦੇ ਵਿੱਚ ਚਲੇ ਗਿਆ, ਮਮਤਾ ਬੈਨਰਜੀ ਨੂੰ ਖੋਰਾ ਲਾਉਣਾ ਸ਼ੁਰੂ ਕੀਤਾ। ਉਹਦੇ ਤੋਂ ਬਾਅਦ 30 ਤੋਂ ਵੱਧ ਮਮਤਾ ਬੈਨਰਜੀ ਦੇ MLA ਆਪਣੀ ਪਾਰਟੀ ਛੱਡ ਕੇ ਇਲੈਕਸ਼ਨ ਤੋਂ ਪਹਿਲਾਂ ਭਾਜਪਾ ਚਲੇ ਗਏ। ਭਾਜਪਾ ਨੇ ਉਹਨਾਂ ਦੇ ਵਿੱਚੋਂ 14 ਨੂੰ ਟਿਕਟਾਂ ਦਿੱਤੀਆਂ, ਉਹਦੇ ਵਿੱਚੋਂ ਵੀ ਬਹੁਤੇ ਹਾਰ ਗਏ। ਪਰ ਹੁਣ ਪਤਾ ਹੀ ਲੱਗਿਆ, ਤੁਸੀਂ ਦੇਖੋ ਮੋੜਾ ਕਿੱਦਾਂ ਪੈਂਦਾ। ਹਾਲਾਂਕਿ ਹਰ ਮੁੱਦੇ ਤੇ ਰੌਲਾ ਪਿਆ, ਕਦੇ ਮਮਤਾ ਬੈਨਰਜੀ ਦਾ ਜਿਹੜਾ ਪ੍ਰਿੰਸੀਪਲ ਸੈਕਟਰੀ ਸੱਦ ਲਿਆ, ਕਦੇ ਮੀਟਿੰਗ ਦਾ ਰੌਲਾ ਪੈ ਗਿਆ, ਕਦੇ ਦਵਾਈ ਦੇ ਮੁੱਦੇ ਤੇ ਰੌਲਾ ਪੈ ਗਿਆ। ਹੁਣ ਚਰਚਾ ਇਹ ਹੈ ਕਿ ਮੁਕਲ ਰਾਏ ਦੀ ਜਿਹੜੀ ਧਰਮ ਪਤਨੀ ਹੈ ਉਹ ਹਸਪਤਾਲ ਦਾਖਲ, ਤੇ ਉਹਦੇ ਤੋਂ ਬਾਅਦ ਮਮਤਾ ਬੈਨਰਜੀ ਦਾ ਭਤੀਜਾ ਅਭਿਸ਼ੇਕ ਬੈਨਰਜੀ, ਜਿਹਦੇ ਉੱਤੇ ਸੁਭੇਂਦਰੂ ਅਧਿਕਾਰੀ ਦੋਸ਼ ਲਾਉਂਦਾ ਹੁੰਦਾ ਸੀ ਕਿ ਭਤੀਜੇ ਦੀ ਮੰਨਦੀ ਹੈ, ਉਹ ਗਿਆ। ਅੰਕਲ ਜੀ ਕੀ ਹਾਲ ਹੈ? ਮੈਂ ਤਾਂ ਉਦੋਂ ਦਾ ਛੋਟਾ ਹੁੰਦਾ ਸੀ ਜਦੋਂ ਤੁਸੀਂ ਨਾਲ ਹੁੰਦੇ ਸੀ, ਚਲੋ ਪਾਰਟੀਆਂ ਦਾ ਕੀ, ਆਂਟੀ ਜੀ ਦਾ ਸੁਣਾਓ ਕੀ ਹਾਲ ਚਾਲ ਹੈ? ਮੈਂ 1 ਦਰਜਨ ਕੇਲੇ ਲਿਆ ਸੀ ਵਧੀਆ, ਇਹ ਪਰ ਖਾ ਲੈਣ ਉਹ, ਨਹੀਂ ਤਾਂ ਇਹ ਕੱਲ ਤੱਕ ਜ਼ਿਆਦਾ ਪੱਕ ਜਾਣੇ ਆ ਸੇਬ ਵੀ ਹੈਗੇ ਆ, ਇਹਦੇ ਉੱਪਰ ਉਹ ਛਿੱਲ ਜ਼ਰੂਰ ਲਾ ਦਿਓ, ਕਹਿੰਦੇ ਕਈ ਵਾਰੀ ਮੋਮ ਲੱਗਾ ਹੁੰਦਾ ਉੱਪਰ, ਛੋਟੇ ਛੋਟੇ ਪੀਸ ਕਰਕੇ ਆਂਟੀ ਜੀ ਨੂੰ ਖਵਾਣੇ ਜ਼ਰੂਰ ਹੈ। ਹੁਣ ਉਧਰ ਗਿਆ, ਰੌਲਾ ਪੈ ਗਿਆ ਕਿ ਕੀ ਹੋ ਗਿਆ? ਨਾਲ ਹੀ ਮੁਕਲ ਰਾਏ ਜਿਹੜਾ ਉਹਦੇ ਮੁੰਡੇ ਦਾ ਇੱਕ ਟਵੀਟ ਆ ਗਿਆ, ਦੇਖੋ ਜੀ ਅਸੀਂ ਚਾਹੁੰਦੇ ਹਾਂ ਕਿ ਲੋਕਾਂ ਦਾ ਫਤਵਾ ਹੈ ਜਿਹੜੇ ਵੀ ਪੱਛਮੀ ਬੰਗਾਲ 'ਚ ਸਰਕਾਰ ਬਣੀ ਹੈ ਉਹਨੂੰ ਕੰਮ ਕਰਨ ਦਿੱਤਾ ਜਾਏ। ਬੀਬੀ ਮਮਤਾ ਬੈਨਰਜੀ ਕਹਿੰਦੀ ਹੈ ਕਿ ਕੇਂਦਰ ਸਰਕਾਰ ਸਾਨੂੰ ਕੰਮ ਨਹੀਂ ਕਰਨ ਦਿੰਦੀ। ਭਾਜਪਾ ਦੇ ਲੀਡਰ, ਸਭ ਤੋਂ ਵੱਡੇ ਲੀਡਰ ਦਾ ਪੁੱਤ ਕਹਿੰਦਾ ਜੀ ਉਹਨਾਂ ਨੂੰ ਕੰਮ ਕਰਨ ਦਿੱਤਾ ਜਾਏ। ਰੌਲਾ ਇਹ ਪੈ ਗਿਆ ਕਿ ਮੁਕਲ ਰਾਏ ਤ੍ਰਿਣਮੂਲ ਕਾਂਗਰਸ ਦੇ ਵਿੱਚ ਵਾਪਸੀ ਚਾਹੁੰਦੇ ਆ, ਤੇ 35 MLA ਵਾਪਸੀ ਚਾਹੁੰਦੇ ਆ। ਉਹ ਸਾਰੇ ਤ੍ਰਿਣਮੂਲ ਕਾਂਗਰਸ ਵਾਲੇ ਨਹੀਂ, ਕੋਈ ਕਾਮਰੇਡਾਂ 'ਚੋਂ ਗਿਆ, ਕੋਈ ਕਾਂਗਰਸ 'ਚੋਂ ਗਿਆ। ਉਹਦੇ ਤੋਂ ਬਾਅਦ ਪ੍ਰਧਾਨ ਮੰਤਰੀ ਸਾਹਿਬ ਦਾ ਮੁਕਲ ਰਾਏ ਸਾਹਿਬ ਨੂੰ ਫੋਨ ਗਿਆ, 10 ਮਿੰਟ ਗੱਲ ਕੀਤੀ ਕਿ ਹਾਲ ਠੀਕ ਠਾਕ ਆ ਸਾਰਾ ਕੁਝ, ਦੇਖੋ ਸਾਰੇ ਦੇਸ਼ ਦੇ ਵਿੱਚ ਸਮੱਸਿਆ ਹੈ ਪਰ ਤੁਸੀਂ ਖਿਆਲ ਰੱਖਿਓ, ਪਰਮਾਤਮਾ ਸਾਰਾ ਕੁਝ ਠੀਕ ਕਰੇਗਾ। ਪਰ ਅਚਾਨਕ ਪ੍ਰਧਾਨ ਮੰਤਰੀ ਸਾਹਿਬ ਦੇ ਟੈਲੀਫੋਨ ਦਾ ਆਉਣਾ ਤੇ ਉਧਰੋਂ ਪਾਰਟੀ ਦੇ ਵਿੱਚੋਂ ਕੁਝ MLAs ਦਾ ਕੱਚੇ ਪੱਕੇ ਜਿਹਾ ਹੋਣਾ, ਇਹ ਦੱਸਦਾ ਕਿ ਜ਼ਰੂਰੀ ਨਹੀਂ ਭਾਈ ਕਿ ਪਾਣੀ ਇੱਕੋ ਪਾਸੇ ਨੂੰ ਰੜਦਾ, ਕੋਈ ਵਾਰੀ ਮੂਹਰੋਂ ਜ਼ਿਆਦਾ ਛਾਲਾ ਜੇ ਦੂਜੇ ਪਾਸੇ ਨੂੰ ਵੀ ਆ ਜਾਂਦਾ। ਨਹੀਂ, ਪਰ ਉਹਦੇ ਲਈ ਨਾ ਦੇਖੋ ਗੱਲ, ਉਹ ਸਿਆਣੇ ਕਹਿੰਦੇ ਹੁੰਦੇ ਆ ਪਹਿਲੀਆਂ ਗੱਲਾਂ ਵੀ ਜੇ ਉਹ ਤੂਤ ਦੇ ਮੋਛੇ ਵਰਗੀ ਕਿਤੇ ਯਾਰੀ ਹੋਵੇ ਨਾ ਤੇ ਫਿਰ ਗੱਲ ਬਣਦੀ ਹੈ। ਹੁਣ ਪਿਛਲੇ ਸਮੇਂ ਦੇ ਵਿੱਚ ਬੀਬੀ ਮਮਤਾ ਬੈਨਰਜੀ ਨੇ ਇਹ ਤੇ ਗੱਲ ਕਲੀਅਰ ਕਰਤੀ ਵੀ ਜਿਹਦੇ ਨਾਲ ਮੈਂ ਖੜਦੀ ਹਾਂ ਫਿਰ ਮੈਂ ਖੜਦੀ ਹਾਂ, ਫਿਰ ਮੈਂ ਨਿਭਾਉਣੀ ਆ। ਪਿਛਲੇ ਦਿਨਾਂ 'ਚ ਚੁੱਕੇ ਨੇ ਸੀ 4 ਬੰਦੇ, ਤੇ ਅਗਲੀ ਜਾ ਕੇ ਤੇ ਬੂਹੇ ਅੱਗੇ ਜਾ ਕੇ ਧਰਨਾ ਲਾ ਕੇ ਬਹਿ ਗਈ ਸੀ 5-6 ਘੰਟੇ ਲਗਾਤਾਰ, 5-6 ਘੰਟੇ ਵੀ ਇਹ ਬੰਦੇ ਛੱਡੋਗੇ ਤੇ ਮੈਂ ਜਾਣੀ ਨਹੀਂ, ਤੇ ਆਹ ਬੈਠੀ ਤੁਹਾਡੇ ਕੋਲੇ। ਤੁਸੀਂ ਇਹ ਦੇਖੋ ਵੀ ਲੀਡਰ ਤੇ ਲੀਡਰ, ਇੱਕ ਅਫਸਰ ਇੰਨਾ ਵੱਡੇ ਲੈਵਲ ਦਾ, ਮੁੱਖ ਸਕੱਤਰ ਪੱਧਰ ਦਾ ਲੈਵਲ, ਬੰਦੋਪਾਧਿਆ ਸਾਹਿਬ ਜਿਹੜਾ ਵਿਚਾਰਾ ਹੁਣ ਕੇਸ ਭੁਗਤਦਾ ਫਿਰਦਾ, ਉਹ ਬੰਦਾ ਤੱਕ ਉਹਦੇ ਸਾਥ ਦੇਣ ਨੂੰ ਤਿਆਰ ਹੋ ਗਿਆ ਵੀ ਬੀਬੀ ਜੀ ਮੈਂ ਤੁਹਾਡੇ ਨਾਲ। ਇਹਦਾ ਮਤਲਬ ਕੁਛ ਤਾਂ ਕ੍ਰਿਸ਼ਮਾਈ ਸ਼ਖਸੀਅਤ ਹੈਗੀ ਆ ਬੀਬੀ ਮਮਤਾ ਬੈਨਰਜੀ, ਵੀ ਉਹ ਹਰੇਕ ਦੇ ਅੱਗੇ ਹਟ ਜਾਂਦੀ ਆ। ਫਿਰ ਕਹਿੰਦੀ ਵੀ ਜੇ ਮੈਨੂੰ ਕਿਸੇ ਲੋਕਲ ਲੈਵਲ, ਤਹਿਸੀਲ ਲੈਵਲ ਤੇ ਜਾ ਕੇ ਵੀ ਧਰਨਾ ਲਾਉਣਾ ਪਵੇ ਕਿਸੇ ਦੇ ਖਿਲਾਫ ਵੀ ਤੁਸੀਂ ਧੱਕਾ ਕਰਦੇ ਹੋ ਤਾਂ ਮੈਂ ਲਾਉਂਗੀ। ਹੁਣ ਜਿਹੜੇ ਬੰਦੇ ਦੇਖਦੇ ਹੋਣਗੇ ਵੀ ਯਾਰ ਜਿਨ੍ਹਾਂ ਦੀ ਪਾਰਟੀ 'ਚ ਅਸੀਂ ਗਏ ਆ, ਉੱਥੇ ਦੇ ਪਹਿਲੇ ਬੜੇ ਅਧਿਆਕਸ਼, ਫਿਰ ਛੋਟੇ ਅਧਿਆਕਸ਼, ਉਸਕੇ ਛੋਟੇ ਅਧਿਆਕਸ਼ ਕੇ ਵੀ ਅਧਿਆਕਸ਼ ਨਹੀਂ ਕਈ ਵਾਰ ਮਿਲਦੇ। ਇੱਥੇ ਮੁੱਖ ਮੰਤਰੀ ਨੂੰ ਤੁਸੀਂ ਜਦੋਂ ਮਰਜ਼ੀ ਨੇਰੇ ਸਵੇਰੇ ਆਖੋ ਭਾਈ ਸਾਹਿਬ ਭੀੜ ਪੈ ਗਈ ਹੈ, ਤੇ ਅਗਲੀ ਕਹਿੰਦੀ ਮੈਂ ਨਾਲ ਆ, ਫਿਰ ਮੁੜਨਗੇ ਹੀ ਅਗਲੇ। ਨਹੀਂ, ਇਹ ਗੱਲ ਤੁਹਾਡੀ ਠੀਕ ਹੈ। ਮੈਨੂੰ ਨਾ ਇਹ ਲੱਗਦਾ ਕਿ ਜਦੋਂ ਦੁਸ਼ਯੰਤ ਗੌਤਮ ਸਾਹਿਬ ਕੋਈ ਦਾਅਵਾ ਕਰਦੇ, ਹੱਕ ਆ ਉਹਨਾਂ ਨੂੰ ਲੋਕਤੰਤਰ 'ਚ ਪ੍ਰਚਾਰ ਕਰਨ ਦਾ, ਵੋਟਾਂ ਲੈਣ ਦਾ, ਸਰਕਾਰ ਬਣਾਉਣ ਦਾ, ਦਾਅਵਾ ਕਰਨ ਦਾ, ਤੇ ਸਰਕਾਰ ਬਣਾਉਣ ਦਾ ਵੀ। ਪੰਜਾਬ 'ਚ ਬਣਾਓ, ਜੀ ਕੇ ਬਣਾਓ, ਜਿੱਦਾਂ ਬਣਾ ਸਕਦੇ ਹੋ ਬਣਾਓ। ਤੁਸੀਂ ਜੰਮੂ ਕਸ਼ਮੀਰ 'ਚ ਅੱਧੇ MP ਜਿਤਾ ਲਿਆ ਸੀ, 6 'ਚੋਂ 3, ਹਰਿਆਣੇ ਹਿਮਾਚਲ ਤੁਹਾਡੀ ਸਰਕਾਰ ਹੈ। ਪੰਜਾਬ ਦੇ ਵਿੱਚ ਐਸੀ ਕਿਹੜੀ ਗੱਲ ਹੈ ਕਿ ਨਹੀਂ ਹੋ ਸਕਦੀ? ਚੰਡੀਗੜ੍ਹੋਂ MP ਜਿੱਤਿਆ ਹੋਇਆ ਤੁਹਾਡਾ। ਪਰ ਇੱਕ ਗੱਲ ਦਾ ਚੇਤਾ ਰੱਖਿਆ ਜਾਵੇ ਕਿ ਬੰਗਾਲ ਹੈ, ਬੰਗਾਲ ਦੀ ਸਥਿਤੀ ਕਲੀਅਰ ਕਰਤੀ, ਨਾਲ ਹੀ ਬਿਹਾਰ ਹੈ। ਬਿਹਾਰ ਦੇ ਵਿੱਚ ਕੁੱਲ 243 ਸੀਟਾਂ ਚੋਂ 122 ਚਾਹੀਦੀਆਂ ਸਰਕਾਰ ਬਣਾਉਣ ਨੂੰ, ਤੇ 128 ਆ ਭਾਜਪਾ ਤੇ ਨਿਤਿਸ਼ ਕੁਮਾਰ ਦੇ ਕੋਲੇ, ਤੇ ਦੂਜੇ ਪਾਸੇ 110 ਆ ਲਾਲੂ ਪ੍ਰਸਾਦ ਯਾਦਵ ਦੇ ਮੁੰਡੇ ਕੋਲ। ਹੁਣ ਹੋਇਆ ਕਿ ਲਾਲੂ ਯਾਦਵ ਉਦੋਂ ਜੇਲ੍ਹ ਦੇ ਵਿੱਚ ਸੀ, ਉਹਨੂੰ ਜ਼ਮਾਨਤ ਮਿਲ ਗਈ, ਤੇ ਸਾਰਿਆਂ ਨੂੰ ਪਤਾ ਕਿ ਲਾਲੂ ਯਾਦਵ ਅਗਲੇ ਦੇ ਸਿੱਧਾ ਘਰ ਜਾ ਵੜਦਾ ਤੇ ਕਹਿੰਦਾ ਉਹ ਬਾਈ ਆਪਾਂ ਤਾਂ ਇੱਕ ਹੀ ਸੀਗੇ ਯਾਰ, ਗੱਲ ਕਿਹੜੀ ਆ। ਹੁਣ ਇਹ ਪਤਾ ਲੱਗਾ ਕਿ 4 MLA ਜਿਹੜੇ ਆ ਉਹ ਜੀਤਨ ਰਾਮ ਮਾਂਝੀ ਦੇ ਆ, ਇੱਕ ਉੱਥੇ ਮੁਕੇਸ਼ ਸਾਹਨੀ ਆ, 5 MLA ਉਹਦੇ ਆ, ਉਹਦੀ ਪਾਰਟੀ ਆ VIP। ਹਮ ਜੀਤਨ ਰਾਮ ਮਾਂਝੀ ਦੀ ਆ, VIP ਜਿਹੜੀ ਉਹ ਮੁਕੇਸ਼ ਦੀ ਆ। ਉਹਨਾਂ ਦੇ ਕੁੱਲ ਮਿਲਾ ਕੇ 10 ਕੁ ਬੰਦੇ ਬਣਦੇ ਆ, ਤੇ ਜੇ ਉਹ 10 ਬੰਦੇ ਭਾਜਪਾ ਦਾ ਸਮਰਥਨ ਲੈ ਕੇ ਇਹਨਾਂ ਨੂੰ ਦੇ ਦਿੰਦੇ ਆ, ਉਹਨਾਂ ਦੇ ਕਿੰਨੇ ਰਹਿ ਜਾਣੇ ਆ? ਉਹਨਾਂ ਦੇ ਬੰਦੇ ਘਟ ਕੇ ਰਹਿ ਜਾਣੇ ਆ 118, ਇਹਨਾਂ ਦੇ ਵੱਧ ਕੇ ਹੋ ਜਾਣੇ ਆ 120, ਪਰ ਬਹੁਮਤ ਤੋਂ ਫਿਰ ਦੂਰ ਹੋਣੇ ਆ।
ਉੱਥੇ 5 ਬੰਦੇ ਹੈਗੇ ਆ ਓਵੈਸੀ ਸਾਹਿਬ ਦੀ ਪਾਰਟੀ ਦੇ, ਤੇ ਉਹਨਾਂ ਦੇ ਵਿੱਚੋਂ 3 ਬੰਦੇ ਇਦਾਂ ਦੇ ਆ ਜਿਹੜੇ ਪਹਿਲਾਂ ਲਾਲੂ ਪ੍ਰਸਾਦ ਯਾਦਵ ਦੇ ਬਹੁਤ ਨੇੜੇ ਦੇ ਸੀ। ਕਹਿੰਦੇ ਆ ਕਿ ਲਾਲੂ ਪ੍ਰਸਾਦ ਯਾਦਵ ਸਾਹਿਬ ਨੇ ਓਵੈਸੀ ਸਾਹਿਬ ਨਾਲ ਵੀ ਟੈਲੀਫੋਨ ਤੇ ਮਾੜੀ ਜਿਹੀ ਗੱਲ ਕੀਤੀ ਹੈ ਕਿ ਪਾ ਆਪਾਂ ਹੀ ਆਉਣਾ ਕਿ ਮੈਂ ਬੰਦੇ ਲੈ ਜਾਵਾਂ, ਕਿਉਂਕਿ ਲਾਲੂ ਪ੍ਰਸਾਦ ਯਾਦਵ ਦਾ ਤਜਰਬਾ ਤਾਂ ਹੈਗਾ। ਉੱਥੇ ਤੁਸੀਂ ਦੇਖੋ ਕਿ ਪਿਛਲੇ ਦਿਨੀ ਪ੍ਰਧਾਨ ਮੰਤਰੀ ਸਾਹਿਬ ਦੀ ਜਿਹੜੀ ਫੋਟੋ ਲੱਗੀ ਸੀ, ਫੋਟੋ ਕਾਹਦੇ ਤੇ ਲੱਗੀ ਸੀ ਕਿ ਜਿਹੜੇ ਸਰਟੀਫਿਕੇਟ ਵੈਕਸੀਨੇਸ਼ਨ ਦੇ ਹੈਗੇ ਆ, ਤੇ ਜੀਤਨ ਰਾਮ ਮਾਂਝੀ ਉਹਨਾਂ ਦੀ ਆਪਣੀ ਸਰਕਾਰ ਦੇ ਵਿੱਚ ਹਿੱਸੇਦਾਰ ਹੈ, ਭਾਜਪਾ ਤੇ ਨਿਤਿਸ਼ ਕੁਮਾਰ ਦੀ ਸਰਕਾਰ 'ਚ। ਉਹ ਕਹਿੰਦਾ ਜੀ ਮੈਂ ਦੱਸ ਦੇਣਾ ਇੱਕ ਗੱਲ, ਮੈਂ ਫੋਟੋ ਫਾਟੋ ਲਾਉਣ ਦੇ ਹੱਕ 'ਚ ਨਹੀਂ, ਪਰ ਮੈਂ ਨਾਲ ਇਹ ਕਹਿਣਾ ਕਿ ਜੇ ਤੁਸੀਂ ਆ ਦਵਾਈ ਵਾਲੇ ਸਰਟੀਫਿਕੇਟ ਤੇ ਫੋਟੋ ਲਾਉਣੀ, ਡੈਥ ਸਰਟੀਫਿਕੇਟ ਤੇ ਵੀ ਲਾਓ ਜਿਹੜੇ ਬੰਦੇ ਕਰੋਨਾ ਨਾਲ ਮਰਦੇ ਆ। ਫਿਰ ਕੀ ਹੋਇਆ, ਇੱਕ ਰੌਲਾ ਪੈ ਗਿਆ, ਜਿਹੜੀ ਦੂਸਰੀ ਪਾਰਟੀ ਦੇ ਬੰਦੇ ਆ ਉਹ ਵੀ ਭਾਜਪਾ ਤੇ ਨਿਤਿਸ਼ ਕੁਮਾਰ ਦੇ ਗੱਠਜੋੜ 'ਚ ਆ। ਪਰ ਜਦੋਂ ਕੀ ਹੋਇਆ, ਸਰਪੰਚਾਂ ਦੀ ਇਲੈਕਸ਼ਨ ਹੋਣ ਵਾਲੀ ਸੀ, ਕੋਵਿਡ ਦੇ ਕਰਕੇ ਅੱਗੇ ਪਾਤੀ। ਉਹ ਕਹਿੰਦੇ ਸੀ ਕਿ ਅਸੀਂ ਸਰਕਾਰ 'ਚ ਤੁਹਾਡੇ ਨਾਲ ਭਾਈਵਾਲ ਹਾਂ, ਜੇ ਕੋਵਿਡ ਦੇ ਕਰਕੇ ਅੱਗੇ ਪਾਉਣਾ ਤਾਂ ਸਰਪੰਚਾਂ ਦੀ ਟਰਮ ਅੱਗੇ ਵਧਾਓ, ਚਾਹੇ 6 ਮਹੀਨੇ ਲੱਗਣ ਤੇ ਚਾਹੇ ਲੱਗੇ ਸਾਲ। ਉਹ ਕਹਿੰਦੇ ਨਹੀਂ ਨਹੀਂ, ਪ੍ਰਸ਼ਾਸਨਿਕ ਅਧਿਕਾਰੀ ਲੱਗੂਗਾ, ਸਰਪੰਚਾਂ ਦੇ ਅਧਿਕਾਰ ਖੋਲਣੇ ਆ। ਉੱਥੋਂ ਉਹ ਵੀ ਅੱਗੇ ਪਿੱਛੇ ਹੋ ਗਏ, ਐਮਐਲਏ ਲੈ ਕੇ ਰਾਜਪਾਲ ਨੂੰ ਜਾ ਮਿਲੇ। ਐਨ ਲੱਗਦਾ ਹੈ ਕਿ ਜਿਸ ਤਰੀਕੇ ਪੱਛਮੀ ਬੰਗਾਲ 'ਚ ਝਟਕਾ ਲੱਗਿਆ, ਜੇ ਲਾਲੂ ਪ੍ਰਸਾਦ ਯਾਦਵ 3 ਕੁ ਮਹੀਨੇ ਜੇਲ੍ਹੋਂ ਬਾਹਰ ਰਹਿ ਗਿਆ, ਭਾਵੇਂ ਜ਼ਮਾਨਤ ਤੇ ਰਹੇ ਭਾਵੇਂ ਪੈਰੋਲ ਦੇ ਉੱਤੇ ਰਹੇ, ਹੋ ਸਕਦਾ ਕਿ ਨਿਤਿਸ਼ ਕੁਮਾਰ ਦੀ ਪਾਰਟੀ ਤੇ ਭਾਜਪਾ ਦੇ ਗੱਠਜੋੜ ਵਾਲੀ ਜਿਹੜੀ ਸਰਕਾਰ ਹੈ ਉਹਦਾ ਤਖਤਾ ਐ ਪਲਟ ਹੋ ਜਾਏ। ਮੈਂ ਗੱਲ ਕਰਨੀ ਲੱਗਾ ਸੀ ਤੇ ਆ ਮਗਰਲੀ ਲਾਈਨ 'ਚ ਤੁਸੀਂ ਉਹ ਗੱਲ ਦਾ ਇਸ਼ਾਰਾ ਕਰਤਾ ਵੀ ਇਹ 3 ਮਹੀਨੇ ਹੁਣ ਲਾਲੂ ਰੀ ਬਾਹਰ ਨਹੀਂ ਰਹਿੰਦੇ, ਕਿਉਂਕਿ ਇਹ ਗੱਲ ਕਲੀਅਰ ਉੱਥੇ ਵੀ ਮੈਸੇਜ ਆਈ ਤਾਂ ਆਪਾਂ ਚਲੋ ਇੱਥੇ ਬਹਿ ਕੇ ਦੱਸਣ ਇਸੇ ਕਰਕੇ ਜੇਲ੍ਹ ਆਤੀ ਉਹੀ ਨਾ ਵੀ ਇਹ ਆਲਰੇਡੀ ਦਿੱਲੀ ਮੈਸੇਜ ਪਹੁੰਚ ਗਿਆ ਹੋਣਾ ਵੀ ਇਹ ਲਾਲੂ ਜੇ ਬਾਹਰ ਰਹਿ ਗਿਆ ਤੇ ਆਪਾਂ ਸਰਕਾਰ ਚੋਂ ਬਾਹਰ ਹੋ ਜਾਣਾ। ਇਸ ਕਰਕੇ ਬੰਦੇ ਨੂੰ ਅੰਦਰ ਕਰੋ ਤਾਂ ਜੋ ਬੀਜੇਪੀ ਦੀ ਜਿਹੜੀ ਸਰਕਾਰ ਉਹ ਬਿਹਾਰ ਦੇ ਵਿੱਚ ਰਵੇ। ਨਹੀਂ, ਉਹ ਜ਼ਰੂਰੀ ਆ ਉਹਨਾਂ ਲਈ, ਕਿਉਂਕਿ ਯੂਪੀ ਬਹੁਤ ਹੀ ਦੂਰ ਨਹੀਂ ਹੈਗਾ। ਚਲੋ ਆਪਾਂ ਗੌਤਮ ਸਾਹਿਬ ਦੀ ਗੱਲ ਕਰਦੇ ਹਾਂ ਇੱਕ ਵਾਰ ਫਿਰ ਤੋਂ। ਹੁਣ ਦੇਖੋ ਕਾਰਨ ਇਹ ਆ ਵੀ ਹਾਲਾਤ ਇਹ ਬਣੇ ਪਏ ਆ ਵੀ ਸਾਂਪਲਾ ਸਾਹਿਬ ਗਏ ਸੀ ਮਾਨਸੇ ਫਫੜੇ ਭਾਈ ਕੇ ਪਿੰਡ ਗਏ, ਤਾਂ ਚਲੋ ਅਫਸੋਸ ਦੇ ਚੱਕਰ ਸੀ ਜੇ ਨੌਜਵਾਨ ਦੀ ਡੈਥ ਦੇ ਮਾਮਲੇ 'ਚ, ਪਰ ਉੱਥੇ ਫੇਕ ਕਿਸਾਨਾਂ ਘੇਰ ਲਿਆ। ਉਹ ਕਹਿੰਦੇ ਵੀ ਨਾ ਵੀ ਕਿੱਧਰ ਇੱਦਾਂ ਕਿੱਦਾਂ, ਪਹਿਲਾਂ ਜਵਾਬ ਦਿਓ ਸਾਡੀਆਂ ਗੱਲਾਂ ਦੇ। ਹੁਣ ਜੇ ਅਜੇ ਵੀ ਮੰਨ ਲਓ ਕਿ ਵੀ ਕਿਤੇ ਜਾਂਦਾ ਕੋਈ ਲੀਡਰ, ਅਜੇ ਵੀ ਲੋਕ ਉਹਨਾਂ ਦਾ ਵਿਰੋਧ ਕਰਦੇ ਨੇ, ਰਸਤਾ ਰੋਕਦੇ ਨੇ, ਉਹ ਕਹਿੰਦੇ ਵੀ ਨਾ ਜੀ ਅਸੀਂ ਪਹਿਲਾਂ ਸਾਡੇ ਮਸਲੇ ਹੱਲ ਕਰੋ, ਉਦੋਂ ਬਾਅਦ ਅਗਲੀ ਗੱਲ ਕਰਾਂਗੇ ਵੋਟਾਂ ਵਾਲੀ। ਫਿਰ ਜੇ ਆਪਾਂ ਇਹ ਦਾਅਵਾ ਕਰ ਦਈਏ ਵੀ 117 ਦੇ 117 ਆਪਾਂ ਜਿੱਤ ਲੈਣੀ ਹੈ, ਫਿਰ ਉਹ ਤਾਂ ਗੱਲ ਔਖੀ ਲੱਗਦੀ। ਨਹੀਂ, ਥੋੜ੍ਹਾ ਜਿਹਾ ਔਖਾ। ਮੈਂ ਪਿਛਲੇ ਦਿਨੀ ਵੀ ਤੁਹਾਡੇ ਨਾਲ ਸਾਂਝ ਪਾਈ ਸੀ ਕਿ ਮਾਝੇ ਦੇ ਵਿੱਚ ਜਦੋਂ ਰੱਖਿਓ ਸਮਾਗਮ 7 ਸਾਲ ਪੂਰੇ ਹੁਣ ਤੇ ਰੱਦ ਕਰਨੇ ਪਏ। ਉਧਰਲੇ ਪਾਸੇ ਰਾਜਪੁਰੇ ਵਾਲਾ ਨਗਰ ਕੌਂਸਲ ਦਾ 2 ਵਾਰ ਦਾ ਸਾਬਕਾ ਪ੍ਰਧਾਨ ਜਿਹੜਾ ਉਹ ਬੰਦਾ ਭਾਜਪਾ ਛੱਡ ਗਿਆ ਕਿ ਸਾਡੇ ਹੱਥ ਖੜੇ ਭਾਈ, ਬਹੁਤ ਧਰਨਾ ਲੱਗਿਆ, ਘਰ ਮੁਰੇ ਚੱਕੋ, ਅਸੀਂ ਤੁਹਾਡੇ ਨਾਲ ਖੜੇ ਹਾਂ। ਹੋਰ ਵੀ ਕਈ ਥਾਵਾਂ ਤੇ ਇਹ ਫਫੜੇ ਭਾਈਕੇ 'ਚ ਹੋਇਆ ਕਿ ਇੱਕ ਪਰਿਵਾਰ ਦੇ ਨੌਜਵਾਨ ਮੁੰਡੇ ਦੀ ਡੈਥ ਹੋ ਗਈ ਤੇ ਉਹਨਾਂ ਨੇ ਕਿਹਾ ਕਿ ਪੁਲਿਸ ਦੀ ਕੁੱਟ ਨਾਲ ਮੁੰਡਾ ਮਰਿਆ। ਬਹੁਤ ਚਰਚਾ ਚੱਲੀ, ਮੁੱਦਾ ਬਹੁਤ ਭਖ ਗਿਆ। ਹੁਣ ਵਿਜੇ ਸਾਂਪਲਾ ਸਾਹਿਬ ਹੈਗੇ ਆ ਚੇਅਰਪਰਸਨ ਕੌਮੀ ਕਮਿਸ਼ਨ ਦੇ, ਪਰ ਉਹ ਭਾਰਤੀ ਜਨਤਾ ਪਾਰਟੀ ਦੇ ਲੀਡਰ ਸੀ ਕਾਗਜ਼ਾਂ ਦੇ ਵਿੱਚ, ਹੁਣ ਉਹ ਚੇਅਰਪਰਸਨ ਨੇ। ਪਰ ਕਿਸਾਨਾਂ ਨੂੰ ਚੇਤਾ ਕਿ ਵਿਜੇ ਸਾਂਪਲਾ ਸਾਹਿਬ ਭਾਜਪਾ ਦੇ ਐਮਪੀ ਸੀ ਤੇ ਕੇਂਦਰ ਸਰਕਾਰ ਦੇ ਵਿੱਚ ਮਿਨਿਸਟਰ ਆਫ ਸਟੇਟ ਵੀ ਸੀ। ਉਹਨਾਂ ਨੇ ਫਫੜੇ ਭਾਈ ਕੇ ਆਉਣਾ ਸੀ। ਪਹਿਲਾਂ ਤਾਂ ਪਤਾ ਲੱਗਾ ਕਿ ਰੈਸਟ ਹਾਊਸ 'ਚ ਆਉਣਾ, ਕਿਸਾਨਾਂ ਰੈਸਟ ਹਾਊਸ ਘੇਰ ਲਿਆ। ਉਹਦੇ ਤੋਂ ਬਾਅਦ ਪਤਾ ਲੱਗਾ ਕਿ ਘਰੇ ਪਹੁੰਚ ਜਾਣਾ, ਸਾਰੀਆਂ ਗਲੀਆਂ ਦੇ ਵਿੱਚ ਬਈਆਂ ਦੇ ਵਿੱਚ ਕਿਸਾਨ ਆ ਕੇ ਖੜ ਗਏ। ਸਾਂਪਲਾ ਸਾਹਿਬ ਆ ਨਹੀਂ ਸਕੇ, ਉਹ ਪੁਲਿਸ ਲਾਈਨ ਦੇ ਵਿੱਚ ਉਹਦੇ ਪਰਿਵਾਰ ਨੂੰ ਮਿਲੇ, ਕਹਿੰਦੇ ਜੀ ਪੈਸੇ ਵੀ ਮਿਲਣਗੇ, ਸਭ ਕੁਝ ਮਿਲੂਗਾ। ਹੁਣ 250 ਬਹੁਤ ਸਾਰੇ ਕਿਸਾਨਾਂ ਤੇ ਪਰਚਾ ਹੋ ਗਿਆ। ਕਿਸਾਨ ਇੱਕ ਗੱਲ ਦਾ ਖਿਆਲ ਰੱਖਣ, ਠੀਕ ਹੈ ਤੁਸੀਂ ਬੀਜੇਪੀ ਦੀ ਲੀਡਰਸ਼ਿਪ ਦਾ ਵਿਰੋਧ ਕਰਦੇ ਹੋ, ਗੱਲ ਸਮਝ ਆਉਂਦੀ ਹੈ, ਪਰ ਉਹ ਬੰਦਾ ਕਮਿਸ਼ਨ ਦਾ ਚੇਅਰਪਰਸਨ ਹੈ। ਉਹ ਉੱਪਰਲੇ ਪਾਸਿਓਂ ਵੀ ਪ੍ਰੈਸ਼ਰ ਪੈ ਸਕਦਾ ਕਿ ਭਾਈ ਮੇਰੀ ਸਰਗਰਮੀ ਦੇ ਵਿੱਚ ਵਿਘਨ ਪਾਇਆ, ਇਸ ਕਰਕੇ ਥੋੜਾ ਜਿਹਾ ਬਚ ਬਚਾ ਕੇ ਕਿ ਜਿਹੜਾ ਕੇਵਲ ਸਿਆਸੀ ਲੀਡਰ ਹੈ ਉਹਦਾ ਵਿਰੋਧ ਤੇ ਘਰਾਓ ਹੋਊਗਾ ਤਾਂ ਹੋਰ ਗੱਲ ਹੈ। ਪਰ ਜਦੋਂ ਕੌਮੀ ਪੱਧਰ ਦੇ ਕਮਿਸ਼ਨ ਦਾ ਕੋਈ ਬੰਦਾ ਚੇਅਰਪਰਸਨ ਹੈ, ਉਸ ਮੁੱਦੇ ਦੇ ਉੱਤੇ ਹੋ ਸਕਦਾ ਕਿ ਸੂਬਾ ਸਰਕਾਰ ਦੇ ਵੀ ਹੱਥ ਖੜੇ ਹੋਣ, ਕਿਉਂਕਿ ਉਹਨੇ ਪ੍ਰੈਸ਼ਰ ਉੱਪਰੋਂ ਪਾਉਣਾ ਹੈ। ਨਹੀਂ, ਇਹ ਤਾਂ ਗੱਲ ਹੈਗੀ ਹੈ, ਪਰ ਚਲੋ ਕੁਝ ਵੀ ਆ। ਹੁਣ ਵਿਚਾਰੇ ਯਾਰ ਪਿੰਡਾਂ ਵਾਲੇ ਜੱਟ ਬੰਦੇ ਯਾਰ, ਸਾਨੂੰ ਨਹੀਂ ਪਤਾ ਇੰਨਾ, ਜਾਂ ਤਾਂ ਸਾਨੂੰ ਦੱਸ ਦਿਆ ਕਰੋ ਵੀ ਬੰਦਾ। ਮੈਂ ਹੁਣ ਗਾਹਾਂ ਤੋਂ ਦੱਸਦਾ ਨਾ ਵੀ ਰੌਲਾ ਇਦਾਂ ਦਾ ਵੀ ਹੈਗਾ। ਆਹੋ ਯਾਰ, ਐਵੇਂ ਨਾ ਹੀ ਤੇ ਆਖਿਆ ਵੀ ਬੀਜੇਪੀ ਵਾਲੇ ਫਿਰ ਅਸੀਂ ਫਿਰ ਆਹੋ ਫਿਰ ਲਾਦਾ ਫਿਰ ਧਰਨਾ, ਫਿਰ ਅਸੀਂ ਹੁਣ ਕੀ ਕਰੀਏ ਫਿਰ ਆਹੋ। ਚਲੋ ਆਪਾਂ ਹੁਣ ਕੈਪਟਨ ਸਾਹਿਬ ਲਾਈਏ, ਆ ਜਾਓ। ਬਸ ਫਿਰ ਉਹ ਹੀ ਆਹੇ, ਫਿਰ ਡਰਾਈਵਰ ਸਾਹਿਬ ਦੀ ਗੱਲ ਹੋਏਗੀ। ਦੇਖੋ ਕੈਪਟਨ ਸਾਹਿਬ ਦੀ ਕਹਿੰਦੇ 3 ਘੰਟੇ ਮੁਲਾਕਾਤ ਹੋਈ। ਹੁਣ 3 ਘੰਟੇ ਮੁਲਾਕਾਤ ਹੋਣ ਤੋਂ ਬਾਅਦ ਸਵਾਲ ਅਗਲਿਆਂ ਨੇ ਵੀ ਪੁੱਛੇ ਹੋਣਗੇ, ਕਿਉਂਕਿ ਇੰਨੇ ਬੰਦੇ ਮਿਲ ਕੇ ਆਏ ਆ, ਇਕੱਲੇ ਬੰਦੇ ਨੇ ਉੱਥੇ ਆਪਣੀ ਗੱਲ ਰੱਖੀ ਹੋਊਗੀ। ਅਗਲਿਆਂ ਕੋਲ ਵੀ ਵੱਡਾ ਰਿਕਾਰਡ ਹੋਊਗਾ ਵੀ ਹਾਂਜੀ ਕੈਪਟਨ ਸਾਹਿਬ ਆਹ ਦੋਸ਼ ਹੈ। ਕਹਿੰਦੇ ਵੀ ਕੈਪਟਨ ਸਾਹਿਬ ਕੋਲ ਹਰੇਕ ਫਾਈਲ ਸੀ। ਉਹ ਕਹਿੰਦੇ ਵੀ ਦੋਸ਼ ਕਾਹਦਾ, ਆ ਚੁੱਕੋ ਜਵਾਬ। ਫਲਾਨਾ ਬੰਦਾ ਐਂ ਕਹਿੰਦਾ, ਲੈ ਉਹ ਤਾਂ ਜੀ ਆਇਆ ਕਰਕੇ ਬੋਲਦਾ, ਆ ਚੁੱਕੋ ਉਹਦੀ ਫਾਈਲ। ਨਹੀਂ ਜੀ ਨਹੀਂ, ਉਹ ਫਲਾਣੇ ਨੇ ਤਾਂ ਇੱਦਾਂ ਵੀ ਕਿਹਾ। ਲੈ ਕੋਈ ਗੱਲ ਨਹੀਂ ਜੀ, ਆ ਲਓ ਅਗਲੀ ਫਾਈਲ ਲਾਓ। ਕਹਿੰਦੇ ਵੀ ਹੁਣ ਕੈਪਟਨ ਸਾਹਿਬ ਨੇ ਇਕੱਲੇ ਦੀ ਫਾਈਲ ਵੀ ਵਿਖਾਤੀ, ਉੱਥੇ ਦੱਸ ਵੀ ਦਿੱਤਾ ਵੀ ਭਾਈ ਸਾਹਿਬ ਇਹ ਬੰਦੇ ਜਿਹੜੇ ਉਹ ਕੋਈ ਅਹੁਦਿਆਂ ਦਾ ਭੁੱਖਾ, ਕਿਸੇ ਦਾ ਕੋਈ ਪੁੱਠਾ ਸਿੱਧਾ ਕਾਰੋਬਾਰ ਚੱਲਦਾ, ਜੇ ਮੈਂ ਉਧਰੋਂ ਟਿਮਰੀ ਟੈਡ ਕਰਦਾ ਤੇ ਫਿਰ ਇੱਧਰੋਂ ਇਹ ਰੌਲਾ ਪਾਉਂਦੇ ਆ ਕੇ, ਗੱਲ ਹੋਰ ਕੋਈ ਨਹੀਂ। ਇਹ ਹੋਊਗੀ ਅੰਦਰਲੀ ਗੱਲ।
ਹਰੀਸ਼ ਰਾਵਤ ਸਾਹਿਬ ਵੀ ਮੰਨ ਗਏ ਵੀ ਨਹੀਂ ਯਾਰ ਸੀਗਾ, ਚਲੋ ਕੋਈ ਗੱਲ ਨਹੀਂ ਆਪਾਂ ਨਿਬੇੜ ਲੈਣਾ। ਪਰ ਕੈਪਟਨ ਸਾਹਿਬ ਨੇ ਜਿੱਦਾਂ ਮੀਡੀਆ ਨੂੰ ਜਾ ਕੇ ਬਾਹਰ ਆ ਕੇ ਕਿਹਾ ਨਹੀਂ ਨਹੀਂ ਇਦਾਂ ਦੀ ਤਾਂ ਗੱਲ ਕੋਈ ਨਹੀਂ ਯਾਰ, ਇਲੈਕਸ਼ਨ ਨੇੜੇ ਅਸੀਂ ਤਾਂ ਬਹਿ ਕੇ ਸਲਾਹ ਕਰਦੇ ਸੀ ਵੀ ਇਲੈਕਸ਼ਨ ਕਿੱਦਾਂ ਜਿੱਤਣੀ ਆ, ਤੁਹਾਨੂੰ ਕਹਿੰਦੇ ਕਹਿਦਾ ਵੀ ਕੋਈ ਪ੍ਰੋਬਲਮ ਸੀ। ਉਹ ਨਹੀਂ ਸਮਝੇ ਗੱਲ। ਕਈ ਵਾਰੀ ਨਾ ਜਦੋਂ ਕਿਸੇ ਪਰਿਵਾਰ ਦੇ ਮੈਂਬਰ ਘਰੇ ਲੜਦੇ ਹੋਣ, ਚਾਹੇ ਅੰਦਰ ਤਾਂ ਸਾਰੇ ਪਿੰਡ ਨੂੰ ਸੁਣਦਾ ਹੋਵੇ, ਤੇ ਜੇ ਉਹਨਾਂ ਦੇ ਵਿੱਚੋਂ ਇੱਕ ਅੱਧਾ ਬਾਹਰ ਨਿਕਲੇ ਤਾਂ ਦੇਖੇ ਗੁਆਂਢੀਆਂ ਖੜੇ, ਹਾਂ ਤੈਨੂੰ ਕੀ, ਤੂੰ ਖਾਣੀਆਂ ਏ, ਸਾਡੇ ਘਰ ਜਿਹੜੀ ਮਰਜ਼ੀ ਗੱਲ ਹੋਵੇ। ਕਈ ਕਾਂਗਰਸੀ ਲੀਡਰ ਇਦਾਂ ਹੀ ਪਏ। ਨਹੀਂ ਪਰ ਉਹ ਇਦਾਂ ਕਵੇ ਤੇ ਫਿਰ ਵੀ ਪਤਾ ਲੱਗਦਾ ਨਾ ਵੀ ਅੰਦਰ ਰੌਲਾ। ਹੁਣ ਜੇ ਬੰਦਾ ਬਾਹਰ ਨਿਕਲ ਕੇ ਗੇਟ ਤੇ ਆ ਕੇ ਉਹ ਕਹਿੰਦਾ ਕੀ ਗੱਲ ਹੋ ਗਈ ਯਾਰ, ਕੋਈ ਮੁਸ਼ਕਲ ਤੇ ਨਹੀਂ? ਨਹੀਂ ਮੈਂ ਸਲਾਹ ਕਰਦੇ ਅਸੀਂ ਘਰੇ ਵਿਆਹ ਜੂ ਰੱਖਿਆ ਤਾਂ ਨਾਲ ਟੀਵੀ ਲੱਗਾ ਸੀ, ਟੀਵੀ ਦੀਆਂ ਆਵਾਜ਼ਾਂ ਹੋਣੀਆਂ, ਮੁੰਡਾ ਥੋੜੀ ਕੁੱਟਿਆ। ਸੰਧਾਲੀਆ ਸਾਹਿਬ ਹੋਇਆ ਪਤਾ ਕੀ, ਜਦੋਂ ਪ੍ਰਗਟ ਸਿੰਘ ਹੋਰੀ ਅੰਦਰੋਂ, ਕਿਉਂਕਿ 5-6 ਦਿਨ ਹੋ ਗਏ ਉਹ ਲਗਾਤਾਰ 20-25 MLA ਰੋਜ਼ ਸੱਦਦੇ ਆ, ਕਦੇ MP ਸੱਦਦੇ, ਕਦੇ ਸੂਬਾ ਪ੍ਰਧਾਨ, ਕਦੇ ਸਾਬਕਾ ਸੂਬਾ ਪ੍ਰਧਾਨ, 3 ਬੰਦੇ ਨੇ, ਉਹਨਾਂ ਦੀ ਵਿਚਾਰਿਆਂ ਦੀ ਵੀ ਮੈਨੂੰ ਲੱਗਦਾ ਢੂਈ ਦੂਰੀ ਹੋ ਗਈ ਹੋਣੀ ਆ ਕਿ ਭਾਈ ਕਰੀਏ ਕੀ। ਹੁਣ ਸਿੱਧੇ ਤੌਰ ਦੇ ਉੱਤੇ ਬਹੁਤ ਸਾਰੇ MLA ਤੇ ਕੁਝ ਮੰਤਰੀ ਵੀ ਇਹ ਕਹਿ ਗਏ ਕਿ ਭਾਈ ਅਸੀਂ ਖੁਸ਼ ਨਹੀਂ। ਰੇਤਾ ਬਜਰੀ ਦੀ ਕੀਮਤ ਦਾ ਮੁੱਦਾ ਚੁੱਕਿਆ, ਬੇਅਦਬੀ ਦਾ ਮੁੱਦਾ ਚੁੱਕਿਆ, ਇਹ ਵੀ ਕਿਹਾ ਕਿ ਭਾਈ ਅਫਸਰਸ਼ਾਹੀ ਬੇਲਗਾਮ ਹੋ ਗਈ, ਸਾਡੀ ਸੁਣਦੀ ਨਹੀਂ। ਬਹੁਤਿਆਂ ਨੇ ਇਹ ਵੀ ਕਿਹਾ ਕਿ ਸਾਨੂੰ ਤਾਂ ਮਿਲਣ ਦਾ ਹੀ ਨਹੀਂ ਮੌਕਾ ਮਿਲਿਆ ਕੈਪਟਨ ਸਾਹਿਬ ਨੂੰ, ਵਿਕਾਸ ਕੋਈ ਹੋਇਆ ਨਹੀਂ, ਪੈਸੇ ਸਾਨੂੰ ਦਿੱਤੇ ਨਹੀਂ, ਦੱਸੋ ਕਰੀਏ ਕੀ। ਠੀਕ ਹੈ, ਇੱਕ ਤਾਂ ਹੁਣ ਪਤਾ ਨਹੀਂ ਉਹ ਸੀਗਾ ਗਲਤ ਸੀ ਝੂਠ ਸੀ, ਸੋਸ਼ਲ ਮੀਡੀਆ ਤੇ ਸੀਗੀ ਇੱਕ ਚਰਚਾ, ਕਹਿੰਦੇ ਕੋਈ ਲੀਡਰ ਸਾਹਿਬ ਨੇ ਇਹ ਕਿਹਾ ਵੀ ਮੈਨੂੰ ਇੱਥੇ ਬਿਠਾ ਲਓ ਯਾਰ, ਇੱਥੇ ਹੀ ਮਿਲਾ ਦਿਓ, ਇੱਥੇ ਮਿਲਾ ਦਿਓ ਵੀ ਆਉਂਦੇ ਜਾਂਦੇ ਤੁਸੀਂ ਗੱਲ ਕਰਾ ਦਿਓ, ਤੁਸੀਂ ਗੱਲ ਕਰਾ ਦਿਓ, ਕਹਿੰਦੇ 4.5 ਸਾਲਾਂ 'ਚ ਮੈਨੂੰ ਨਹੀਂ ਮਿਲੇਗਾ। ਹੁਣ ਸੰਧਾਲੀਆ ਸਾਹਿਬ ਠੀਕ ਹੈ, ਸਾਰੀਆਂ ਗੱਲਾਂ ਹੋ ਗਈਆਂ। ਆਖਰੀ ਮੌਕੇ ਦੇ ਉੱਤੇ ਫਿਰ ਕੈਪਟਨ ਸਾਹਿਬ ਨੂੰ ਸੱਦਿਆ। ਕੈਪਟਨ ਸਾਹਿਬ ਜਦੋਂ ਆਏ ਤੇ ਨਾਲ ਬੰਦਾ, ਉਹ ਕਹਿੰਦੇ ਫਾਈਲਾਂ ਇੱਥੇ ਰੱਖ ਦਿਓ ਮੜ ਜੀਆਂ। ਹੁਣ ਪਹਿਲੀ ਗੱਲ ਕਿ ਜਦੋਂ ਉਹ ਕਹਿੰਦੇ ਸੀ ਦੇਖੋ ਜੀ ਕਿ ਉਹ ਕਹਿੰਦੇ ਆ ਕਿ ਬੇਅਦਬੀ ਵਾਲੇ ਮੁੱਦੇ ਦਾ ਕੁਝ ਨਹੀਂ ਹੋਇਆ, ਉਹ ਕਹਿੰਦੇ ਅੱਛਾ ਆ 3 ਫਾਈਲਾਂ ਨੇ ਜੀ, ਕਮਿਸ਼ਨ ਬਣਾਇਆ, ਆ CBI ਪਹਿਲਾਂ ਆ ਨਹੀਂ ਸੀ ਦਿੰਦੀ, ਉਹਦੇ ਤੋਂ ਬਾਅਦ ਦਿੱਤਾ, ਉਹਦੇ ਤੋਂ ਬਾਅਦ ਆ ਦੇਖੋ ਅਸੀਂ ਇਨਕੁਆਇਰੀ ਕਰ ਬਿਠਾਤੀ ਹੈ, ਉਹਦੇ ਤੋਂ ਬਾਅਦ ਹਾਈ ਕੋਰਟ ਨੇ ਕਰ ਦਿੱਤਾ। ਹੁਣ ਦੱਸੋ ਮੈਂ ਹਾਈ ਕੋਰਟ ਵੱਡੀ ਆ ਕਿ ਮੈਂ ਵੱਡਾ? ਰੇਤਾ ਬਜਰੀ ਦੀ ਗੱਲ ਕੀਤੀ, ਉਹ ਕਹਿੰਦੇ ਜੀ ਆ ਦੇਖੋ ਪਹਿਲਾਂ ਇੰਨੇ 1000 ਕਰੋੜ ਰੈਵਨਿਊ ਆਉਂਦਾ ਸੀ, ਦੁੱਗਣਾ ਕਰਤਾ ਹੀ। ਫਿਰ ਉਹ ਇਹਦੇ ਨਾਲ ਦੂਜੀ ਫਾਈਲ ਵੀ ਦਿੱਤੀ ਨਾ, ਉਦਾਂ ਫਾਈਲ ਵੀ ਦੇਖ ਲਿਓ, ਇਹ ਟਿੱਪਰ ਫਲਾਣੇ ਦੇ ਆ ਅਗੇ ਜੀ। ਬਹੁਤ ਸਾਰੇ ਬੰਦੇ ਤੁਹਾਡੇ ਖਿਲਾਫ ਬੋਲੋ, ਕਹਿੰਦੇ ਮੈਨੂੰ ਪਤਾ ਕਿਹੜੇ ਬੋਲ ਗਏ ਹੁਣੇ। ਮੈਂ ਤੁਹਾਨੂੰ ਇੰਨਾ ਦੱਸ ਦੇਣਾ ਕਿ ਮੈਂ ਪਤਾ ਨਹੀਂ ਕਿਹੜੀ ਗੱਲੋਂ ਚੁੱਪਿਆ, ਮੈਂ ਤਾਂ ਤੁਹਾਡੀ ਉੱਥੇ ਲੋਕ ਸਭਾ ਦੀ ਇਲੈਕਸ਼ਨ ਵੀ ਦੇਖਦਾ, ਮੈਂ ਇਹਨਾਂ ਸਾਰਿਆਂ ਨੂੰ ਜਾਣਦਾ। ਹਾਂ ਅੰਗਰੇਜ਼ੀ 'ਚ ਹੀ ਆ, ਤੁਸੀਂ ਵੀ ਪੜ੍ਹ ਲੈਣਾ, ਜੇ ਕਹੋ ਤਾਂ ਮੈਂ ਪੜ੍ਹ ਕੇ ਸੁਣਾ ਦਿੰਦਾ ਕਿ ਸ਼ਰਾਬ ਦੀ ਫੈਕਟਰੀ ਕਿਹਦੀ ਆ, ਆ ਬੱਸਾਂ ਇੰਨੀਆਂ ਕਿਹਦੀਆਂ ਚੱਲਦੀਆਂ, ਪਰਮਿਟ ਉਹਦੇ ਕੋਲੇ ਕਿੰਨੇ ਆ, ਇੱਧਰਲੇ ਪਾਸੇ ਰੁਪਈਆ ਧੇਲਾ ਕੌਣ ਲੈ ਗਿਆ, ਆ ਜਿਹੜੀ ਸੜਕ ਚੌੜੀ ਕੀਤੀ ਸੀ ਤੇ ਉਹਦੇ ਆਲੇ ਦਰਖਤ ਸੀ, ਦਰਖਤ ਕਿਹਦੇ ਕੋਲੇ ਆ ਗਏ, ਆ ਜ਼ਮੀਨਾਂ ਦੀਆਂ ਪਹਿਲਾਂ ਰਜਿਸਟਰੀਆਂ ਕਰਾ ਕੇ ਮੁੜ ਕੇ ਮਹਿੰਗੇ ਪਾ ਸਰਕਾਰ ਨੂੰ ਕਿਹਨੇ ਕਹਿੰਦੇ ਆ, ਅਸੀਂ ਨਹੀਂ ਕਹਿੰਦੇ। ਪਰ ਕੁੱਲ ਮਿਲਾ ਕੇ ਕੈਪਟਨ ਅਮਰਿੰਦਰ ਸਿੰਘ ਨੇ ਹਰ ਇੱਕ ਗੱਲ ਦਾ ਕਹਿੰਦੇ ਆ ਕਿ ਜਵਾਬ ਦੇਣ ਦੀ ਕੋਸ਼ਿਸ਼ ਕੀਤੀ ਆ, ਪਰ ਇੱਕ ਪੌੜਾ ਹੋਰ ਪੈ ਗਿਆ। ਉਹ ਪੌੜਾ ਪਤਾ ਕੀ ਹੈ? ਮੰਨਿਆ ਜਾ ਰਿਹਾ ਕਿ ਕਾਂਗਰਸ ਪਾਰਟੀ ਦੇ ਵਿੱਚ ਉਹੀ ਪੁਰਾਣਿਆਂ ਤੇ ਨਵਿਆਂ ਦੀ ਲੜਾਈ ਸ਼ੁਰੂ ਹੋ ਗਈ ਹੈ। ਪੁਰਾਣਿਆਂ ਤੇ ਨਵਿਆਂ ਦੀ ਲੜਾਈ ਕੀ ਹੈ ਕਿ ਜਿਹੜਾ ਤਾਂ ਕੈਪਟਨ ਵਿਰੋਧੀ ਧੜਾ ਉਹ ਸਿੱਧੇ ਕਹਿੰਦੇ ਰਾਹੁਲ ਗਾਂਧੀ ਤੇ ਪ੍ਰਿਯੰਕਾ ਗਾਂਧੀ ਦੇ ਹੱਕ 'ਚ ਹੈ, ਉਹਨਾਂ ਦੇ ਨਾਲ ਸੰਪਰਕ ਦੇ ਵਿੱਚ ਹੈ, ਤੇ ਕੈਪਟਨ ਸਾਹਿਬ ਬੀਬੀ ਸੋਨੀਆ ਗਾਂਧੀ ਦੇ ਸੰਪਰਕ ਦੇ ਵਿੱਚ ਨੇ। ਤੇ ਕੈਪਟਨ ਸਾਹਿਬ ਕਹਿੰਦੇ ਇਸ ਗੱਲੋਂ ਵੀ ਔਖੇ ਆ ਕਿ ਜੇ 3 ਮੈਂਬਰੀ ਕਮੇਟੀ ਬਣਾਤੀ ਸੀ ਤਾਂ ਰਾਹੁਲ ਗਾਂਧੀ ਇਕੱਲੇ MLA ਨੂੰ ਟੈਲੀਫੋਨ ਪਰਸਨਲੀ ਕਿਉਂ ਕਰਦੇ ਆ, ਉਹਨਾਂ ਦੇ ਨਾਲ ਸਲਾਹ ਕਿਉਂ ਕਰਦੇ ਆ? ਇਹਦਾ ਮਤਲਬ ਹੈ ਕਿ ਕਿਤੇ ਮੈਨੂੰ ਇੱਧਰ ਉੱਧਰ ਕਰਨ ਦੀਆਂ ਕੋਸ਼ਿਸ਼ਾਂ ਤਾਂ ਨਹੀਂ ਕੀਤੀਆਂ ਜਾ ਰਹੀਆਂ। ਤੇ ਹੁਣ ਚਰਚਾ ਇਹ ਹੈ ਕਿ ਜਿੱਦਾਂ ਹੀ ਸਾਰੇ ਬੰਦੇ ਦਿੱਲੀੋਂ ਪੰਜਾਬ ਆ ਗਏ, ਮੰਤਰੀ ਮੰਡਲ ਦੇ ਵਿੱਚ 2-4 ਚਿਹਰੇ ਖੱਬੇ ਕਰਕੇ ਤੇ 2-4 ਚਿਹਰੇ ਨਵੇਂ ਆ ਸਕਦੇ ਆ, ਤੇ ਦੂਸਰੇ ਪਾਸੇ ਹੋ ਸਕਦਾ ਕਿ ਜਾਖੜ ਸਾਹਿਬ ਨੂੰ ਦਿੱਲੀ ਸੱਦ ਕੇ ਸੂਬੇ ਦਾ ਪ੍ਰਧਾਨ ਕੋਈ ਹੋਰ ਹੋਵੇ। ਨਹੀਂ ਇਹਦੇ ਨਾਲ ਉਹ ਵੀ ਤੇ ਹੈ ਨਾ, ਉਪ ਮੁੱਖ ਮੰਤਰੀ ਵਾਲੀ ਚਰਚਾ ਵੀ ਹੈਗੀ ਆ ਨਾਲ, ਜਿਹੜੀ ਹੁਣ ਇਲੈਕਸ਼ਨ ਕਮੇਟੀ ਬਣਨੀ ਉਹਦਾ ਵੀ ਤਾਂ ਕੋਈ ਨਾ ਕੋਈ ਬੰਦਾ ਚੇਅਰਮੈਨ ਲਾਉਣਾ ਹੀ ਆ ਵੀ ਹਾਂਜੀ ਭਾਈ ਸਾਹਿਬ ਤੁਸੀਂ ਕਰੋਗੇ ਅਗਵਾਈ। ਇਹਦਾ ਮਤਲਬ ਇਹ ਹੋ ਗਿਆ ਵੀ ਜੇ ਪਹਿਲਾਂ ਕੈਪਟਨ ਸਾਹਿਬ ਸੀ ਜਾਂ ਉਹਦੇ ਨਾਲ ਜਾਖੜ ਸਾਹਿਬ ਸੀ ਇੱਕ ਧੜਾ, ਜੇ ਗੱਲ ਸਹੀ ਆ ਤੇ ਵੀ ਜਿਹੜੇ ਸੀਨੀਅਰ ਆਗੂ ਸੀਗੇ ਜਾਂ ਜਿਹੜੇ ਸੋਨੀਆ ਗਾਂਧੀ ਨੂੰ ਰਿਪੋਰਟ ਕਰਦੇ ਸੀ ਉਹਨਾਂ ਦੀ ਜਿਹੜੀ ਮੋਨੋਪਲੀ ਆ ਉਹਨੂੰ ਹਟਾ ਕੇ ਕੁਝ ਬੰਦੇ ਵਿੱਚੋਂ ਕੱਢ ਕੇ ਦੂਜੇ ਜਿਹੜੇ ਭੈਣ ਭਰਾ ਨੇ ਉਹਨਾਂ ਦੇ ਬੰਦੇ ਕੁਝ ਆਸੇ-ਪਾਸੇ ਫਿੱਟ ਕਰਤੇ ਜਾਣੇ। ਉੱਦਾਂ ਹੀ ਹੋਣੇ ਨਾ ਵੀ ਮਤਲਬ ਫਾਈਲ ਜੇ ਇੱਥੋਂ ਤੁਰਨੀ ਆ ਤੁਸੀਂ ਵੀ ਥੋੜ੍ਹੀ ਜਿਹੀ ਵੇਖਣੀ ਆ, ਜਾਂ ਜੇ ਮੈਂ ਨਹੀਂ ਵਿਖਾਉਂਦਾ ਐਂ ਕਰਕੇ ਸਾਈਨ ਕਰਦਾ ਪਤਾ ਤੇ ਲੱਗਦੇ ਨੇ ਵੀ ਕੀ ਚੱਲਦਾ ਪਿਆ। ਹੋ ਸਕਦਾ ਕੁਛ ਇਦਾਂ ਦੀ ਗੱਲ ਕਰਦੇ ਹੋਣ, ਬਾਕੀ ਇਹ ਤਾਂ ਆਉਣ ਵਾਲੇ ਦਿਨਾਂ 'ਚ ਪਤਾ ਲੱਗੂ। ਆਪਾਂ ਹੁਣੇ ਐਵੇਂ ਕਿਆ ਫੇਲਾਈ ਜਾਂਦੇ? ਨਹੀਂ ਲੋੜ ਨਹੀਂ ਹੈ। ਜਦੋਂ 1947 ਦੇ ਵਿੱਚ ਦੇਸ਼ ਦੀ ਵੰਡ ਹੋਈ ਆ ਨਾ, ਉਦੋਂ ਪਾਕਿਸਤਾਨ 2 ਪਾਸੇ ਸੀ, ਕਹਿੰਦੇ ਦੋਨੇ ਸਰਹੱਦਾਂ ਮਜ਼ਬੂਤ ਕਰਕੇ ਰੱਖਣੀਆਂ ਪੈਂਦੀਆਂ ਸੀ। ਉਹ ਬੰਗਲਾਦੇਸ਼ ਵਾਲੇ ਪਾਸਿਓਂ ਵੀ ਤੇ ਇੱਧਰ ਪਾਕਿਸਤਾਨ ਵਾਲੇ ਪਾਸਿਓਂ ਵੀ, ਉਦੋਂ ਵੀ ਪਾਕਿਸਤਾਨ ਹੀ ਹੁੰਦਾ ਸੀ। ਆਮ ਆਦਮੀ ਪਾਰਟੀ ਵਾਲਿਆਂ ਦੇ ਲਈ ਕੰਮ ਇਦਾਂ ਹੋਇਆ ਪਿਆ, ਤੁਸੀਂ ਦੇਖੋ ਅਜੇ 1.5 ਦਿਨ ਨਹੀਂ ਹੋਇਆ ਜਦੋਂ ਕੈਪਟਨ ਅਮਰਿੰਦਰ ਸਿੰਘ ਦਾ ਘਰ ਘੇਰਿਆ ਸੀ ਕਿ ਤੁਸੀਂ ਲੀਡਰਾਂ ਦੇ ਨਿਆਣਿਆਂ ਨੂੰ ਨੌਕਰੀਆਂ ਦਿੱਤੀਆਂ, ਤੁਸੀਂ ਉਹਨਾਂ ਨੂੰ ਨੌਕਰੀਆਂ ਦਿੱਤੀਆਂ, ਆਮ ਬੰਦਿਆਂ ਨੂੰ ਨੌਕਰੀਆਂ ਦਿੱਤੀਆਂ। MLA ਉੱਥੇ ਗਿਆ ਸੀ, ਨਾਲ ਹੀ ਉਧਰਲੇ ਪਾਸੇ ਬੱਸ ਚੜ੍ਹਦੇ ਆ, ਕੋਈ ਕਹਿੰਦਾ ਜੀ ਪਾਣੀ ਪੀ ਕੇ ਜਾ, ਚਾਹ ਪੀ ਕੇ, ਨਹੀਂ ਬੱਸ ਦੇ ਵਿੱਚ ਹੀ ਅਸੀਂ ਸਿੱਧੇ ਲੰਬੀ ਜਾਣਾ ਹੈ, ਪਿੰਡ ਬਾਦਲ ਵਾਲਾ ਮੁੱਦਾ ਜਾ ਕੇ ਚੁੱਕਣਾ।
ਤੁਸੀਂ ਦੇਖੋ ਕਿ ਪਟਿਆਲਿਓਂ ਲੰਬੀ ਤੱਕ ਦਾ ਸਫ਼ਰ ਹੀ ਬਥੇਰਾ ਉਹੀ ਬੱਖੀ ਚੜ ਜਾਂਦੀ ਹੋਣੀ ਹੈ ਜੇ ਇੱਕ ਅੱਧੀ ਸੜਕ ਦੇ ਵਿੱਚ ਟੋਟਾ ਕੋ ਮਾੜਾ ਮੋਟਾ ਜਿਹੜਾ ਉਹ ਖਰਾਬ ਆ ਗਿਆ, ਜੇ ਚੰਨੀ ਸਾਹਿਬ ਦੇ ਪੈਚ ਵਰਕ ਵਾਲਾ ਆ ਗਿਆ ਹੋਇਆ ਤਾਂ ਫਿਰ ਤਾਂ ਬਹੁਤਾ ਔਖਾ ਹੋ ਜਾਣਾ। ਨਹੀਂ ਔਖਾ ਪੂਰਾ, ਪਰ ਮੈਨੂੰ ਇਹ ਲੱਗਦਾ ਨਹੀਂ ਵੀ ਉਹ ਆਪ ਤੁਰੇ ਫਿਰਦੇ ਆ। ਇਹ ਹੋ ਸਕਦਾ ਵੀ ਮਤਲਬ ਦਿੱਲੀੋਂ ਹੀ ਆਉਂਦਾ ਹੋਵੇ ਫੋਨ ਵੀ ਜਦੋਂ ਕਿਤੇ ਜਾਂਦੇ ਹੋ ਇਹ ਕਹਿੰਦੇ ਹੋ ਹमें मौका दें, दिल्ली में हमने ये कर दिया, दिल्ली में वैसे ही फॉर्च्यूनर ਤੇ ਲਾਲ ਬੱਤੀ ਲਾ ਕੇ ਨਹੀਂ ਕੀਤਾ, ਇਹ ਸੜਕ ਫਿਰਨਾ ਪੈਣਾ। ਸੋ ਹੋ ਸਕਦਾ ਇਸੇ ਕਰਕੇ ਵਿਚਾਰੇ ਭੁੱਖੇ ਤਾਂ ਕਹਿੰਦੇ ਉਹ ਗੁਰੂਆ ਅੱਜ ਬੜਾ ਉੱਥੇ ਰੌਲਾ ਰੱਪਾ ਹੈ, ਮੁੜ ਕੇ ਨਾ ਬੰਦਾ ਹਾਲ, ਮੈਂ ਤਾਂ ਜੁੱਤੀ ਨਵੀਂ ਪਾਇਆ, ਮੇਰੀ ਤਾਂ ਅੱਡੀ ਲੱਗ ਗਈ, ਚੱਲ ਕੋਈ ਨਹੀਂ ਹੁਣ 2 ਦਿਨ ਸਾਹ ਲੈਂਦੇ। ਉਹ ਕਹਿੰਦੇ ਨਹੀਂ 2 ਦਿਨ ਸਾਹ ਨਹੀਂ ਲੈਣਾ, ਕੱਲ ਨੂੰ ਲੰਬੀ ਜਾਣਾ। ਅੱਛਾ ਆ ਗਿਆ ਹੁਕਮ, ਆ ਬਹੁਤ ਬੱਸ ਕਹਿੰਦੇ ਫਿਰ ਚੱਲੀਏ ਟਾਈਮ ਨਾਲ। ਨਹੀਂ ਉਹ ਇਦਾਂ ਵੀ ਕਹਿ ਦਿੰਦੇ ਆ, ਬੰਦੇ ਸਾਡੇ ਉੱਥੇ 2 ਨਾਲ ਹੀ ਹੁੰਦੇ ਆ, ਅਸੀਂ ਦੇਖ ਲੈਣਾ ਕਿ ਕਿਹੜਾ ਸ਼ਾਮੇ ਬੈਠਾ, ਕਿਹੜਾ ਵਰਕਰਾਂ ਤੋਂ ਦੂਰ ਭੱਜਦਾ, ਕਿਹੜਾ ਨੇੜੇ ਜਾ ਕੇ ਗੱਲਾਂ ਕਰਦਾ, ਕਿਹੜੇ ਬੰਦੇ ਨੇ ਉੱਥੇ ਠੋਕ ਕੇ ਅਗਰੈਸਿਵਲੀ ਕੰਮ ਕੀਤਾ ਤੇ ਕਿਹੜਾ ਬੰਦਾ ਕਹਿੰਦਾ ਚਲੋ ਹਾਜ਼ਰੀ ਲਵਾਉਣੀ ਆ, 2 ਮਿੰਟ ਆ ਗਿਆ ਹੁਣ ਚਲੀਏ। ਗੱਲਾਂ ਕਿਉਂਕਿ ਇਦਾਂ ਉਹ ਇੰਚਾਰਜ ਲਾ ਕੇ ਰੱਖਦੇ ਆ। ਨਹੀਂ ਪਰ ਇੱਕ ਗੱਲ ਆ, ਜੇ ਇੰਨਾ ਕੁ ਡੰਡਾ ਉੱਪਰੋਂ ਪਹਿਲਾਂ ਦਾ ਹੀ ਤੇਜ਼ ਰੱਖਦੇ ਕਿਤੇ ਆਮ ਆਦਮੀ ਪਾਰਟੀ ਵਾਲੇ, ਤੇ ਹੁਣ ਨੂੰ ਹੋ ਸਕਦਾ ਵੀ ਕਿਤੇ ਨਾ ਕਿਤੇ ਕਾਡਰ ਕੂਡਰ ਵੀ ਮਜ਼ਬੂਤ ਹੁੰਦਾ। ਨਹੀਂ ਹੋ ਸਕਦਾ ਕਿ 3 ਬੰਦੇ ਜਿਹੜੇ ਗਏ ਆ ਫਿਰ ਕਿਤੇ ਸ਼ਾਇਦ ਉਹ ਵੀ ਸੋਚਦੇ ਕਿ ਭਾਈ ਮੁੜ ਚੱਲੀਏ ਹੈ ਨਾ। ਮਤਲਬ ਇਹ ਉੱਦਾਂ ਹੋ ਗਿਆ ਵੀ ਉਧਰ ਜਿਹੜੇ ਉਹ ਵਾਰ-ਵਾਰ ਨੂੰ ਪੁੱਛਿਆ ਛੱਲੀ ਉਹ ਟੈਂਪੂ ਨਾ ਪੁੱਛਦੇ, ਉਹ ਕਹਿੰਦੇ ਨਹੀਂ ਦਫਾ ਕਰ ਯਾਰ, ਆਪਣੀ ਲੱਗੀ ਬਾਹਰ ਮਰੂਤੀ, ਆਪਾਂ ਬਹਿਨੇ ਕਿਹੜੇ ਚੱਕਰ 'ਚ ਪਏ ਆ। ਨਹੀਂ ਉਹ ਜਿਹੜਾ ਛੱਲੀ ਵਾਲਾ ਬੰਦਾ ਨਾ ਉਹਨੂੰ ਬਹੁਤ ਧਿਆਨ ਰੱਖਣਾ ਹੁੰਦਾ। ਇਹ ਨਾ ਹੋਵੇ ਕਿ ਅਗਲਾ ਜਦੋਂ ਪਹਿਲਾਂ ਤਾਂ ਕਵੇ ਉਦਾਂ ਹੀ ਕਰਦਾ ਰਹੇ, ਪੈਸੇ ਕੱਢਦਾ ਰਹਿੰਦਾ, ਅੱਛਾ ਮੈਂ ਦਿਨਾਂ ਜਦੋਂ ਬੱਸ ਤੁਰ ਪਏ ਸਾਰੀਆਂ ਛੱਲੀਆਂ ਧੂਕ ਲੈ ਜਾਵੇ ਤੇ ਬੰਦੇ ਦੇ ਹੱਥ ਦੇ ਵਿੱਚ ਉਹ ਸੋਟਾ ਜਿਹਾ ਰਹਿ ਜਾਵੇ, ਗੱਲਾਂ ਜਿਹੜੀ ਸੀਖ ਜੀ ਹੁੰਦੀ ਹੈ ਤਾਰਾਂ ਹੀ ਆ। ਚਲੋ ਆਮ ਆਦਮੀ ਪਾਰਟੀ ਵਾਲੇ ਵੀ ਹੁਣ ਆਪਣੇ ਤੌਰ ਤੇ ਲੱਗੇ ਆ, ਜੁਰਕੇ ਨਾਲ ਲੱਗੇ ਆ। ਜੇ ਕੁਛ ਨਾ ਕੁਛ ਇਹ ਮਤਲਬ ਵਿਰੋਧੀ ਧਿਰ ਵਾਲਾ ਦੁਬਾਰਾ ਤੋਂ ਆਪਣਾ ਦਬਦਬਾ ਬਣਾਉਣ 'ਚ ਕਾਮਯਾਬ ਹੋਊਗੀ ਤਾਂ ਠੀਕ ਆ, ਨਹੀਂ ਤਾਂ ਜਿਸ ਹਿਸਾਬ ਨਾਲ ਮੈਨੂੰ ਲੱਗਦਾ ਵੀ ਅਕਾਲੀ ਦਲ ਨੇ ਵੱਖਰੇ ਪਾਸਿਓਂ ਮੁਹਾਜ਼ ਖੋਲ੍ਹਤਾ। ਇੱਕ ਤਾਂ ਉਹਨਾਂ ਨੇ ਜੇ ਖੁਦ ਧਾਰਮਿਕ ਮੁੱਦਾ ਜਿਹੜਾ ਦੁਬਾਰਾ ਛੇੜਤਾ, ਉਸ ਪਾਸਿਓਂ ਬੀਬੀ ਜਗੀਰ ਕੌਰ ਹੋਰਾਂ ਦੀ ਤੇ ਪੁਰਾਣੇ ਸਿਆਸੀ ਜਿਹੜੇ ਅਕਾਲੀ ਸੀ ਉਹਨਾਂ ਦੀ ਡਿਊਟੀ ਲਾਤੀ ਵੀ ਤੁਸੀਂ ਧਰਮ ਵਾਲਾ ਪੱਖ ਲਿਆਓ ਜੀ, 84 ਚੇਤੇ ਕਰਾਓ ਲੋਕਾਂ ਨੂੰ, ਦਰਬਾਰ ਸਾਹਿਬ ਤੇ ਹਮਲਾ ਚੇਤੇ ਕਰਾਓ, ਕਾਂਗਰਸ ਸਿੱਖਾਂ ਦੀ ਦੁਸ਼ਮਣ ਚੇਤੇ ਕਰਾਓ। ਦੂਜੇ ਪਾਸੇ ਜਿਹੜਾ ਯੂਥ ਵਿੰਗ ਆ ਉਹਨਾਂ ਨੇ ਐਂ ਕਰ ਦਿੱਤੀਆਂ ਨਿਯੁਕਤੀਆਂ ਵੀ ਇਕੱਲੇ ਮਹੱਲੇ ਤੱਕ ਵੀ ਉਹਨਾਂ ਨੂੰ ਯੂਥ ਲੀਡਰ ਨਜ਼ਰ ਆਉਣ ਲੱਗ ਪਿਆ। ਫਿਰ ਜਿਹੜੀ ਉਹਨਾਂ ਦੀ ਆਪਣੀ ਰਣਨੀਤੀ ਆ ਉਹਦੇ ਵਿੱਚ ਉਹ ਇਹ ਕਹਿੰਦੇ ਆ ਵੀ ਭਾਈ ਸਾਹਿਬ ਅੰਦਰਲੀਆਂ ਫਾਈਲਾਂ ਲਿਆਓ ਕੱਢ ਕੇ, ਜੇ ਆਪਾਂ ਕੱਲ੍ਹ ਹੀ ਗੱਲ ਕਰਦੇ ਸੀ ਅਫਸਰਸ਼ਾਹੀ ਵਾਲੀ ਹੈ ਨਾ। ਫਿਰ ਨਾਲ ਦੀ ਨਾਲ ਜਿਹੜੀ ਉਹ ਦਵਾਈ ਵਾਲਾ ਰੌਲਾ ਵੇਖੋ, ਇੱਕ ਦਿਨ ਚੁੱਕਿਆ ਗਿਆ, ਫਿਰ ਉਹ ਸਾਰਿਆਂ ਨੇ ਚੁੱਕ ਲਿਆ, ਤੇ ਹੁਣ ਪੰਜਾਬ ਸਰਕਾਰ ਨੂੰ ਉਹ ਜਿਹੜਾ ਆਰਡਰ ਆ ਉਹ ਵਾਪਸ ਲੈਣਾ ਪਿਆ ਕਿ ਭਾਈ ਸਾਹਿਬ ਕੋਈ ਵੀ ਪ੍ਰਾਈਵੇਟ ਹਸਪਤਾਲ ਜਿਹੜਾ ਹੈ ਉਹ ਦਵਾਈ ਨਹੀਂ ਲਾਊਗਾ, ਜਿਹੜੇ ਵੀ ਹਸਪਤਾਲ ਵੱਲੋਂ ਦਵਾਈ ਦਿੱਤੀ ਗਈ ਉਹ ਵਾਪਸ ਮੰਗਾ ਲਓ, ਜਿਹੜੀਆਂ ਲੱਗੀਆਂ ਉਹ ਠੀਕ ਹੈ, ਗਾਂਹ ਕਿਸ ਨੂੰ ਦਵਾਈ ਨਹੀਂ ਦੇਣੀ। ਸੰਧਾਲੀਆ ਸਾਹਿਬ, ਲੋਕਾਂ ਦੇ ਨਾਲ ਇੱਕ ਹੁੰਦਾ ਧੋਖਾ ਤੇ ਦੂਸਰਾ ਹੁੰਦਾ ਸ਼ਰੇਆਮ ਧੋਖਾ। 15 ਮਹੀਨੇ ਹੋ ਗਏ ਅਸੀਂ ਕਰੋਨਾ ਦੇ ਨਾਲ 2 ਹੱਥ ਕਰ ਰਹੇ ਹਾਂ, ਜਦੋਜਹਿਦ ਕਰ ਰਹੇ ਹਾਂ। ਦੇਸ਼ ਭਰ ਦੇ ਵਿੱਚ 3 ਲੱਖ ਤੋਂ ਵੱਧ ਲੋਕ ਗਵਾ ਲਿਆ। ਇਹ 3 ਲੱਖ ਲੋਕ ਨਹੀਂ ਗਵਾਏ, 3 ਲੱਖ ਪਰਿਵਾਰਾਂ ਦੀਆਂ ਖੁਸ਼ੀਆਂ ਖੰਭ ਲਾ ਕੇ ਉੜ ਗਈਆਂ। ਆਪਾਂ ਸਾਰਾ ਕੁਝ ਦੇਖਿਆ ਕਿ ਭਾਈ ਔਖੇ ਹੋ ਗਏ ਆ। ਦੁਨੀਆ ਦੇ ਕਈ ਦੇਸ਼ਾਂ ਨੇ ਤੁਹਾਡੀਆਂ ਫਲਾਈਟਾਂ ਬੰਦ ਕਰ ਦਿੱਤੀਆਂ। ਲੋਕ ਕਿਵੇਂ ਸਰਵਾਈਵ ਕਰੀ ਜਾਂਦੇ ਆ। ਕਦੇ ਸਲੂਟ ਕਰਨ ਨੂੰ ਜੀ ਕਰਦਾ ਹੁੰਦਾ ਕਿ ਮਾੜੀਆਂ ਸਥਿਤੀਆਂ ਦੇ ਵਿੱਚ ਵੀ ਭਾਰਤ ਦੇ ਲੋਕ ਕਈ ਵਾਰੀ ਹੱਸ ਪੈਂਦੇ ਆ। ਪਹਿਲਾਂ ਕੇਂਦਰ ਸਰਕਾਰ ਉੜ ਕੇ ਆਈ ਕਿ ਭਾਈ 50% ਦਵਾਈ ਅਸੀਂ ਖਰੀਦਾਂਗੇ, 50% ਭਾਵੇਂ ਮਹਿੰਗੀ ਦਿਓ, ਸੂਬਿਆਂ ਨੂੰ ਦੇ ਦਿਓ, ਨਿੱਜੀ ਦੇ ਦਿਓ, ਸਾਨੂੰ ਕੋਈ ਲੈਣਾ ਦੇਣਾ ਨਹੀਂ। ਸੁਪਰੀਮ ਕੋਰਟ ਤੱਕ ਨੇ ਦਬਕੇ ਮਾਰੇ, ਨੋਟਿਸ ਲਏ, ਸਪਸ਼ਟੀਕਰਨ ਮੰਗੇ। ਪਰ ਮਜਾਲ ਹੈ ਕਿ ਸਾਡੀ ਕੇਂਦਰ ਦੀ ਸਰਕਾਰ ਨੇ ਇੱਕ ਵਾਰੀ ਵੀ ਕਿਹਾ ਹੋਵੇ ਯਾਰ ਗੱਲ ਤਾਂ ਠੀਕ ਹੈ, ਆਪਾਂ ਦੇਸ਼ ਦੇ ਲੋਕਾਂ ਨੂੰ ਬਚਾਉਣਾ, ਜਿੰਨੇ ਮਰਜ਼ੀ ਪੈਸੇ ਲੱਗ ਜਾਣ, 35,000 ਕਰੋੜ ਰੱਖਿਆ, 70,000 ਕਰੋੜ ਵੀ ਲੱਗ ਜਾਵੇ ਤਾਂ ਵੀ ਸਾਰੀ ਦਵਾਈ ਜਿੰਨੀ ਬਣੂਗੀ ਅਸੀਂ ਰੁਪਈਏ ਦੇਵਾਂਗੇ, ਅਸੀਂ ਸੂਬਿਆਂ ਨੂੰ ਸਹੀ ਡਿਸਟ੍ਰੀਬਿਊਸ਼ਨ ਦੇਵਾਂਗੇ, ਸਾਰੇ ਲੋਕਾਂ ਨੂੰ ਵੈਕਸੀਨੇਸ਼ਨ ਜਿਹੜੀ ਲਾਓ, ਠੀਕ ਹੈ। ਹੁਣ ਕੇਂਦਰ ਸਰਕਾਰ ਦਾ ਇਹ ਨਿਸ਼ਾਨੇ ਤੇ ਹੀ ਸੀ। ਪਰ ਕਮਾਲ ਦੀ ਗੱਲ ਹੈ ਕਿ ਪੰਜਾਬ ਸੂਬੇ ਦੀ ਸਰਕਾਰ ਇਹਦਾ ਫੈਸਲਾ ਕਰ ਕਿੱਦਾਂ ਸਕਦੀ ਹੈ। ਇੱਕ ਤਾਂ ਰੋਜ਼ ਰੌਲਾ ਪਾਉਂਦੇ ਆ ਕਿ ਸਾਡੇ ਕੋਲੇ ਦਵਾਈ ਥੋੜੀ ਹੈ, ਦੂਸਰਾ ਜੇ 400 ਰੁਪਏ ਦੀ ਦਵਾਈ ਖੁਦ ਨੂੰ ਮਿਲਦੀ ਹੈ ਜਾਂ 150 ਦੀ ਮਿਲਦੀ ਹੈ ਜਾਂ 250 ਦੀ ਮਿਲਦੀ ਹੈ, ਆਮ ਤੌਰ ਤੇ ਮੰਨਿਆ ਕਿ 400 ਵਾਲੀ ਦਵਾਈ ਲੈ ਕੇ 1060 ਰੁਪਏ ਦੀ ਪ੍ਰਾਈਵੇਟ ਹਸਪਤਾਲਾਂ ਨੂੰ ਵੇਚ ਦਿੱਤੀ। ਉਹਨਾਂ ਨੇ ਅੱਗੋਂ 1500 ਦੀ, 1600 ਦੀ, 1700 ਦੀ ਲਾਈ। ਹੁਣ ਸੰਧਾਲੀਆ ਸਾਹਿਬ 2 ਕਰੋੜ ਕਹਿੰਦੇ ਪੰਜਾਬ ਸਰਕਾਰ ਨੂੰ ਬਚਿਆ, 2.5 ਕਰੋੜ ਬਚ ਗਿਆ, ਉਹ 2 ਕਰੋੜ ਪ੍ਰਾਈਵੇਟ ਹਸਪਤਾਲਾਂ ਨੂੰ ਬਚਿਆ। ਪਰ ਮਸਲਾ ਇਹ ਨਹੀਂ ਕਿ 4.5 ਕਰੋੜ ਰੁਪਈਆ ਹੀ ਉੱਪਰ ਥੱਲੇ ਹੋਇਆ। ਰੌਲਾ ਇਹ ਹੈ ਕਿ ਜਦੋਂ ਲੋਕ ਜਦੋਜਹਿਦ ਕਰ ਰਹੇ ਹੋਣ, ਜਦੋਂ ਅਜੇ ਪਾਬੰਦੀਆਂ ਲੱਗੀਆਂ ਹੋਣ, ਜਦੋਂ ਲੱਖਾਂ ਲੋਕਾਂ ਦੇ ਤੁਸੀਂ ਚਲਾਨ ਕੱਟ ਦਿੱਤੇ ਕਿ ਕਰੋਨਾ ਬਹੁਤ ਭਿਆਨਕ ਹੈ, ਤੁਸੀਂ ਘਰੇ ਰਹੋ, ਜੇ ਘਰੋਂ ਬਾਹਰ ਨਿਕਲੇ ਤਾਂ ਚਲਾਨ ਕੱਟਾਂਗੇ, ਜਦੋਂ ਸਰਕਾਰ ਦੇ ਨੁਮਾਇੰਦਿਆਂ ਨੇ, ਅਧਿਕਾਰੀਆਂ ਨੇ ਮਾਰ-ਮਾਰ ਕੇ ਲੱਤਾਂ ਤੇ ਲੋਕਾਂ ਦੀਆਂ ਮਰਚਾਂ ਖਿਲਾਰੀਆਂ, ਲੋਕੀ ਕੁੱਟੇ ਵੀ, ਐਨ ਉਸ ਮੌਕੇ ਦੇ ਉੱਤੇ ਆ ਕੇ ਇਹ ਮਨ ਦੇ ਵਿੱਚ ਵੀ ਕਿੱਦਾਂ ਆ ਸਕਦਾ ਸਾਡੇ ਸਿਹਤ ਮੰਤਰੀ ਦੇ, ਸਾਡੇ ਮੁੱਖ ਮੰਤਰੀ ਦੇ, ਸਾਡੇ ਅਫਸਰਾਂ ਦੇ ਕਿ ਭਾਈ ਸਰਕਾਰੀ ਹਸਪਤਾਲ ਉੱਥੋਂ ਦਵਾਈ ਕਾਹਨੂੰ ਲਾਉਣੀ ਹੈ, ਪ੍ਰਾਈਵੇਟ ਹਸਪਤਾਲਾਂ ਨੂੰ ਵੇਚੋ। ਇੱਥੇ ਤਾਂ ਚਾਹੀਦਾ ਸੀ ਕਿ ਭਾਈ ਕੱਲੇ ਪਿੰਡ ਦੇ ਵਿੱਚ ਕੈਂਪ ਲਾਓ, ਜਾ ਕੇ ਜਿਨ੍ਹਾਂ ਦੇ ਇੱਕ ਟੀਕਾ ਲੱਗ ਗਿਆ ਤੁਸੀਂ ਦੂਸਰਾ ਲਾਓ।
ਹੁਣ ਵੀ ਤਾਂ ਫੈਸਲਾ ਕੀਤਾ ਹੀ ਆ ਨਾ, ਜਦੋਂ ਸੁਖਬੀਰ ਸਿੰਘ ਬਾਦਲ ਨੇ ਕਹਿਤਾ ਕਿ ਲੋਕਾਂ ਨਾਲ ਧੋਖਾ, ਜਦੋਂ ਮੰਤਰੀ ਪ੍ਰਕਾਸ਼ ਜਵੇੜਕਰ ਸਾਹਿਬ ਨੇ ਕਹਿਤਾ ਕਿ ਭਾਈ ਕਾਂਗਰਸੀਓ ਸਾਡੇ ਤੇ ਦੋਸ਼ ਬਾਅਦ ਚਲਾਇਓ, ਤੁਹਾਡੀ ਪੰਜਾਬ ਸੂਬੇ 'ਚ ਸਰਕਾਰ ਆ, ਉਹ ਦੇਖੋ ਪ੍ਰਾਈਵੇਟ ਹਸਪਤਾਲਾਂ ਨੂੰ ਸਸਤੇ ਮੁੱਲ ਤੇ ਟੀਕੇ ਲੈ ਕੇ ਮਹਿੰਗੇ ਮੁੱਲ ਤੇ ਵੇਚਦੇ, ਹੁਣ ਕਹਿੰਦੇ ਵਾਪਸ ਮੰਗਾ ਲਓ, ਜਿਹੜੇ ਦਿੱਤੇ ਵੀ ਆ ਵਾਪਸ ਮੰਗਾ ਲਓ। ਪਰ ਫੈਸਲਾ ਕਿਹਨੇ ਕੀਤਾ ਕਿ ਪ੍ਰਾਈਵੇਟ ਹਸਪਤਾਲਾਂ ਵਿੱਚੋਂ ਪਹਿਲਾਂ ਤੁਹਾਡੇ ਤੇ ਦੋਸ਼ ਲੱਗਦਾ ਕਿ ਕੇਂਦਰ ਸਰਕਾਰ ਨੇ ਵੈਂਟੀਲੇਟਰ ਦਿੱਤੇ, ਤੁਹਾਡੇ ਕੋਲੋਂ ਚੱਲੇ ਨਹੀਂ, ਤੁਸੀਂ ਪ੍ਰਾਈਵੇਟ ਹਸਪਤਾਲਾਂ ਦਿੱਤੇ, ਲੱਗਦਾ ਕਿ ਨਹੀਂ ਲੱਗਦਾ ਦੋਸ਼? ਪਹਿਲਾਂ ਦੋਸ਼ ਹਾਂਜੀ ਉਹ ਲੱਗਦਾ, ਪਰ ਉਹਦੀ ਦੇਖੋ ਇੱਕ ਕੰਮ ਤਾਂ ਹੈਗਾ, ਦੇਖੋ ਉਹ ਯਾਰ ਤਾਰੀਫ ਕਰਨੀ ਬਣਦੀ ਆ ਭਾਰਤੀ ਫੌਜ ਵਾਲਿਆਂ ਦੀ, ਉਹਨਾਂ ਜਾ ਕੇ ਠੀਕ ਕੀਤੇ ਆ। ਮਤਲਬ ਮੈਂ ਹੈਰਾਨ ਆ ਵੀ ਜਿਹੜੀ ਕੰਪਨੀ ਨੇ ਦਿੱਤੇ ਉਹਨਾਂ ਕੋਲੋਂ ਠੀਕ ਨਹੀਂ ਹੋਏ, ਮਗਰ ਜਿਹੜਾ ਕੋਈ ਮਿਸਤਰੀ ਸੱਦਿਆ ਉਹਦੇ ਕੋਲੋਂ ਵੀ ਠੀਕ ਨਹੀਂ ਹੋਏ। ਵੀ ਜੇ ਸਾਰਾ ਕੰਮ ਆ ਕੇ ਭਾਰਤੀ ਫੌਜ ਨੇ ਹੀ ਕਰਨਾ ਤੇ ਯਾਰ ਤੁਸੀਂ ਦੇਸ਼ ਹੀ ਉਹਨਾਂ ਨੂੰ ਦੇ ਦਿਓ, ਪਰ ਛੱਡੋ ਖੜਾ, ਕਿਹੜੇ ਕੰਮ 'ਚ ਪਾਇਆ ਲੋਕਾਂ ਨੂੰ? ਮੈਂ ਸੰਧਾਲੀਆ ਸਾਹਿਬ ਹੈਰਾਨ ਹੁੰਨਾ, ਸਾਡੇ ਮੰਤਰੀ ਸੂਬੇ ਦੇ ਕੇਂਦਰ ਦੇ ਕਿਤੇ ਹੜ੍ਹ ਆ ਜਾਵੇ, ਸਾਡੀ ਫੌਜ ਜਿਹੜੀ ਆਮ ਪਰਿਵਾਰਾਂ ਦੇ ਬੱਚਿਆਂ ਦੇ ਨਾਲ ਭਰਪੂਰ ਆ, ਲਬਰੇਜ਼ ਹੈ, ਉਹ ਹੜ੍ਹ ਦੇ ਪਾਣੀ ਦੇ ਵਿੱਚ ਕਿਸ਼ਤੀਆਂ 'ਚ ਹੁੰਦੇ ਆ ਕਿ ਭਾਈ ਅਸੀਂ ਲੋਕ ਬਚਾਉਣੇ ਆ, ਅਸੀਂ ਉਹਨਾਂ ਨੂੰ ਭੋਜਨ ਬਚਾਉਣਾ, ਅਸੀਂ ਉਹਨਾਂ ਨੂੰ ਪਾਣੀ ਬਚਾਉਣਾ। ਸਾਡੇ ਲੀਡਰ ਹੈਲੀਕਾਪਟਰ 'ਚ ਹੁੰਦੇ ਆ, ਨਾਲ ਉਹਨਾਂ ਨੇ ਇੱਕ ਕੰਪਿਊਟਰ ਉਹ ਟੈਬ ਜੀ ਫੜੀ ਹੁੰਦੀ ਹੈ, ਨਾਲ ਇੱਕ ਇੰਨਾ ਕੋ ਪੋਰਸ਼ਨ ਜਿਹਾ ਹੁੰਦਾ, ਉਹਦੇ ਵਿੱਚ ਦੀ ਥੱਲੇ ਦੇਖਦੇ ਹੁੰਦੇ ਆ, ਤੇ ਨਾਲ ਇੱਕ ਫੋਟੋਗ੍ਰਾਫਰ ਤਾਂ ਇਹਦੇ ਪਾਸੇ ਹੋਣਾ ਹੀ ਆ। ਨਹੀਂ, ਫੋਟੋਗ੍ਰਾਫਰ ਦੇ ਵੀ ਨਾਲ ਇੱਕ ਬੰਦਾ ਦਾ ਉਹ ਦੱਸਦਾ ਨਹੀਂ ਸਰ ਯਹੀ ਦੇਖ ਰਹੇ ਆ, ਅभी ये जो है ना यहाँ पे पानी है सर, ये देखें आप। ਉਹ ਬੰਦਾ ਨਾਲ ਹਿਸਾਬ ਲਾਉਂਦਾ ਵੀ ਯਾਰ ਇਹ ਥੱਲੇ ਰਲਦਾ ਤੇ ਹੈ ਨਹੀਂ ਨਕਸ਼ੇ ਦੇ ਹਿਸਾਬ ਨਾਲ, ਫਿਰ ਚਲੋ ਹੋਣਾ। ਮੈਨੂੰ ਤਾਂ ਸੰਧਾਲੀਆ ਸਭ ਇੱਕ ਕਲੀਅਰ ਲੱਗਦਾ, ਅਸੀਂ ਪੱਛਮੀ ਬੰਗਾਲ, ਗੁਜਰਾਤ, ਉੜੀਸਾ, ਕੇਰਲਾ ਸਾਰੇ ਪਾਸੇ ਪਿਛਲੇ ਸਮੇਂ 'ਚ ਦੇਖ ਲਿਆ, ਪੰਜਾਬ 'ਚ ਵੀ ਹੜ੍ਹ ਆਏ ਸੀ 1.5-2 ਸਾਲ ਪਹਿਲਾਂ। ਮੈਂ ਕਹਿੰਦਾ ਕਿ ਲੀਡਰਾਂ ਨੂੰ ਹੈਲੀਕਾਪਟਰ ਨਹੀਂ ਮਿਲਣਾ ਚਾਹੀਦਾ, ਲੀਡਰ ਜਿਹੜੇ ਆ ਕਾਰ 'ਚ ਆਉਣ, ਮੁੜ ਕੇ ਫੌਜ ਵਾਲੀ ਕਿਸ਼ਤੀ 'ਚ ਬਹਿਣ। ਜੇ ਸਾਡੇ ਆਮ ਘਰਾਂ ਦੇ ਉਹ ਫੌਜ ਵਾਲੇ ਬੱਚੇ ਜਿਹੜੇ ਆ, ਜਵਾਨ ਜਿਹੜੇ ਆ, ਕੁੜੀਆਂ ਮੁੰਡੇ ਜਿਹੜੇ ਆ, ਉਹ ਇੱਕ ਉਸ ਕਿਸ਼ਤੀ ਦੇ ਵਿੱਚ ਜਾ ਕੇ ਜਿੱਥੇ ਹੜ੍ਹ ਆਇਆ ਉੱਥੇ ਜਾ ਕੇ ਕਿਸ਼ਤੀ 'ਚ ਬੈਠ ਕੇ ਰਾਸ਼ਨ ਵੰਡ ਕੇ ਆ ਸਕਦੇ, ਲੋਕਾਂ ਨੂੰ ਕੱਢ ਕੇ ਲਿਆ ਸਕਦੇ, ਤਾਂ ਮੰਤਰੀ ਸਾਹਿਬ ਨੂੰ ਕੀ ਖਤਰਾ? ਮੈਂ ਸਹਿਮਤ ਨਹੀਂ ਤੁਹਾਡੇ ਨਾਲ। ਇਹ ਚੰਗਾ ਕਰਦੇ ਹੈਲੀਕਾਪਟਰ ਤੇ ਹੀ ਰਹਿ ਜਾਂਦੇ ਆ, ਇਹ ਬਹੁਤ ਵਧੀਆ ਕਰਦੇ ਵੀ ਤੁਸੀਂ ਬੰਦ ਤੋਂ ਹੀ ਹੱਥ ਲਾ ਕੇ ਚਲੇ ਜਾਂਦੇ ਆ, ਕਿਉਂਕਿ ਜੇ ਇਹਨੂੰ ਕਿਸ਼ਤੀ 'ਚ ਭਾ ਲਿਆ ਇੱਕ ਵੀ ਬੰਦਾ ਇਹੋ ਜਿਹਾ, ਉਹ ਵਿਚਾਰੇ ਉਹਨੂੰ ਸਾਂਭਣਗੇ ਕਿ ਲੋਕਾਂ ਨੂੰ ਸਾਂਭਣਗੇ? ਸਿਆਪਾ ਖਾਨਾ ਇੱਕ ਥੋੜਾ ਹੁੰਦਾ, ਨਾਲੇ ਹੁੰਦਾ ਹੈ ਪ੍ਰੋਟੋਕੋਲ ਹੈ, ਇਹਦੇ ਨਾਲ ਫਲਾਨਾ ਵੀ ਚਾਹੀਦਾ, 5 ਬੰਦੇ ਆਹ ਚਾਹੀਦੇ, 2 ਸਲੂਟ ਮਾਰਨ ਵਾਲੇ ਚਾਹੀਦੇ, ਇੱਕ ਗੱਡੀ ਵਾਲਾ ਚਾਹੀਦਾ। 5 ਕਿਹੜੇ ਚਾਹੀਦੇ ਹੁੰਦੇ? 4 ਤਾਂ ਸੁਣਿਆ ਸੀ। ਨਹੀਂ 4 ਤਾਂ ਬਾਅਦ 'ਚ ਚਾਹੀਦੇ ਹੁੰਦੇ। ਨਹੀਂ ਠੀਕ ਹੈ, ਜਿਉਂਦੇ ਜੀ 5 ਹੀ ਚਾਹੀਦੇ ਹੁੰਦੇ। ਉਹ ਨਹੀਂ, ਮੈਂ ਤਾਂ ਉੱਧਰ ਗਿਆ ਨਹੀਂ ਸੀ। ਨਾ ਮੈਂ ਤਾਂ ਹੀ ਕਿਹਾ ਨਾ, ਉਦੋਂ ਬਾਅਦ ਮੈਨੂੰ ਲੱਗਣਾ ਵੀ ਕੋਈ ਗਿਰੀਆਂ ਵਾਲਾ ਚਾਹੀਦਾ, ਕੋਈ ਬਦਾਮ ਵਾਲਾ ਚਾਹੀਦਾ, ਕੋਈ ਸੁੱਕੇ ਤੌਲੀ ਵਾਲਾ ਚਾਹੀਦਾ, ਕੋਈ ਜੁੱਤੀ 'ਚ ਪਾਣੀ ਪੈ ਗਿਆ ਸੁੱਕੀ ਜੁੱਤੀ ਲੈ ਕੇ ਖਲੋਤੇ ਹੋਣ ਵਾਲਾ ਚਾਹੀਦਾ। ਉਹ ਸਿਆਪੇ ਜ਼ਿਆਦੇ ਨੇ, ਉਹ ਚੰਗਾ ਸਗੋਂ ਉੱਤੇ ਗੇੜਾ ਮਾਰ ਜਾਂਦੇ, ਪਰ ਖਹਿੜਾ ਛੁੱਟ ਜਾਂਦਾ। ਜਿਹੜੇ ਬੰਦਿਆਂ ਵਾਕਈ ਕਿਸੇ ਦੇ ਲਈ ਕੰਮ ਆਉਣਾ, ਜਿਹੜੇ ਫੌਜੀ ਜਵਾਨ ਨੇ ਆਪਣੇ ਦੇਸ਼ ਦੇ, ਉਹ ਮੈਂ ਨਾ ਵਧੀਆ ਗੱਲ, ਉਹਨੂੰ ਕੰਮ ਤਾਂ ਘੱਟੋ ਘੱਟ ਕਰ ਲੈਣ ਦਿੰਦੇ। ਹੁਣ ਤੁਸੀਂ ਇਹ ਦੇਖੋ ਵੀ ਜੇ ਬੰਦੇ ਨੂੰ ਬਚਾਉਣਾ ਤਾਂ ਵੀ ਉੱਥੇ ਗੋਲੀ ਮਾਰਨੀ, ਤਾਂ ਵੀ ਉਹ ਗੋਲੀ ਖਾਣੀ, ਤਾਂ ਵੀ ਉਹਨਾਂ ਦੀ ਹਿੱਕ। ਤੇ ਜੇ ਹੁਣ ਆ ਕੇ ਕੋਈ ਟੈਕਨੀਕਲ ਘੁੰਡੀ ਕਿਤੇ ਫਸ ਗਿਆ ਵੀ ਯਾਰ ਆ ਹੁਣ ਕਿੱਦਾਂ ਚੱਲੂ, ਵੈਂਟੀਲੇਟਰ ਜਿਹੜਾ ਲੈ ਤਾਂ ਲਿਆ ਸਿਆਪਾ, ਉਹ ਵੀ ਉਹਨਾਂ ਕੋਲੋਂ ਠੀਕ ਕਰਾਉਣਾ, ਫਿਰ ਇਹ ਬਾਕੀ ਤੰਤਰ ਕੀ ਚੱਲਦਾ? ਮੈਂ ਸੰਧਾਲੀਆ ਸਾਹਿਬ ਅਜੇ ਵੀ ਉੱਥੇ ਅੜਿਆ ਆ। ਤੁਸੀਂ ਮੇਰੀ ਗੱਲ ਨੂੰ ਗਲਤ ਸਾਬਤ ਕਰਿਓ, ਮੈਨੂੰ ਲੱਗਦਾ ਕਰ ਦਿਓਗੇ। ਜੇ ਬੀਬੀ ਮਮਤਾ ਬੈਨਰਜੀ ਵੀ ਕਿਸ਼ਤੀ 'ਚ ਬੈਠ ਕੇ ਗਏ ਹੁੰਦੇ, ਬੰਗਾਲ 'ਚ ਤੂਫਾਨ ਆਇਆ ਸੀ, ਜੇ ਪ੍ਰਧਾਨ ਮੰਤਰੀ ਸਾਹਿਬ ਵੀ ਕਿਸ਼ਤੀ 'ਚ ਬੈਠੇ ਹੁੰਦੇ, ਜੇ ਸੁਭੇਂਦਰੂ ਅਧਿਕਾਰੀ ਸਾਹਿਬ ਵੀ ਕਿਸ਼ਤੀ 'ਚ ਬੈਠ ਕੇ ਗਏ ਹੁੰਦੇ, ਆ ਪ੍ਰਮੁੱਖ ਸਕੱਤਰ ਵਾਲਾ ਰੌਲਾ ਨਹੀਂ ਸੀ ਪੈਣਾ, ਫਿਰ ਆਹ ਗੱਲ ਦਾ ਰੌਲਾ ਨਹੀਂ ਸੀ ਪੈਣਾ ਕਿ ਭਾਈ ਉਹਨਾਂ ਨੇ ਅੱਧਾ ਘੰਟਾ ਇੰਤਜ਼ਾਰ ਕਰਾਇਆ। ਉਹ ਤੁਹਾਡੀ ਇੱਕ ਰੋਟੀ ਨੂੰ, ਇੱਕ ਡਬਲ ਰੋਟੀ ਨੂੰ, ਇੱਕ ਬ੍ਰੈਡ ਨੂੰ 3-3 ਦਿਨ ਲੋਕਾਂ ਨੇ ਅੜੀਕਿਆ, ਜਿਹੜੇ ਪਾਣੀ 'ਚ ਫਸੇ ਹੋ ਸੀ। ਅਜੇ ਵੀ ਬਹੁਤ ਸਾਰੇ ਲੋਕਾਂ ਦੇ ਘਰ ਟਹਿ ਗਿਆ ਤੇ ਮੁੜ ਕੇ ਉਹਨਾਂ ਨੂੰ ਬਾਲਾ ਨਹੀਂ ਜੁੜਿਆ, ਤੇ ਤੁਸੀਂ ਉਸ ਗੱਲ ਦੇ ਵਿੱਚ ਪੈ ਗਏ ਕਿ ਭਾਈ ਦਿੱਲੀ ਸੱਦ ਲਓ। ਉਹ ਕਹਿੰਦੇ ਜੀ ਸਾਡੇ ਨਾਲ ਧੱਕਾ ਕਰਦੇ ਆ। ਜੇ ਕਿਤੇ ਤੁਸੀਂ ਦੇਖੋ ਪੰਜਾਬ ਸਰਕਾਰ ਡੀਂਗਾ ਮਾਰਦੀ ਸੀ, ਅਸੀਂ ਜੀ ਸਤਲੁਜ ਟੁੱਟਿਆ, ਕੰਢਾ ਭੁਰਿਆ, ਲੋਕ ਉਧਰਲੇ ਪਾਸੇ ਗਏ, ਅਸੀਂ ਬਹੁਤ ਚੰਗੇ ਤਰੀਕੇ, ਕਈ ਅਫਸਰਾਂ ਨੇ ਕੰਮ ਕੀਤਾ ਵੀ ਹੈ। ਪਰ ਜੇ ਕਿਤੇ ਕਿਸ਼ਤੀ 'ਚ ਬੈਠ ਕੇ ਜਾਂਦੇ, ਇਹਨਾਂ ਨੂੰ ਪਤਾ ਲੱਗਣਾ ਸੀ ਤੂੜੀ ਦੀਆਂ ਪੰਡਾਂ ਲੈ ਕੇ ਆਮ ਲੋਕ ਪਹੁੰਚੇ ਸੀ, ਪੱਠੇ ਲੈ ਕੇ ਆਮ ਲੋਕ ਪਹੁੰਚੇ ਸੀ, ਦਵਾਈ ਦਾ ਲੰਗਰ ਇਹਨਾਂ ਦੇ ਸਰਕਾਰੀ ਹਸਪਤਾਲਾਂ 'ਚੋਂ ਨਹੀਂ ਸੀ ਲੱਗਾ, ਆਮ ਲੋਕਾਂ ਨੇ ਲਾਇਆ ਸੀ ਕਿ ਭਾਈ ਕੋਈ ਗੱਲ ਨਹੀਂ, ਸਾਡੇ ਨਾਲ ਰਿਸ਼ਤੇਦਾਰੀਆਂ ਨਹੀਂ ਹੈਗੀਆਂ, ਮਨੁੱਖੀ ਨਾਤੇ ਤਾਂ ਅਸੀਂ ਉਹਨਾਂ ਦੇ ਕੋਲੇ ਜਾ ਸਕਦੇ ਹਾਂ ਨਾ, ਫਿਰ ਸ਼ਾਇਦ ਪਤਾ ਲੱਗਦਾ ਕਿ ਭਾਈ ਆਮ ਬੰਦੇ ਦੀ ਸਮੱਸਿਆ ਆ। ਅਜੇ ਵੀ ਮੈਂ ਕਹਿੰਦਾ ਕਿ ਬਰਸਾਤਾਂ ਫੇਰ ਆਉਣ ਵਾਲੀਆਂ, ਪੰਜਾਬ ਸਰਕਾਰ ਤੇ ਵਿਰੋਧੀ ਧਿਰਾਂ ਕਰੀ ਧੁੱਸੀ ਦੇ ਉੱਤੇ ਆਪ ਤੁਰ ਕੇ ਦੇਖਣ ਕਿ ਕਿਤੇ ਮਾਈਨਿੰਗ ਵਾਲਿਆਂ ਨੇ ਭੋਰਤਾ ਨਹੀਂ ਦਿੱਤੀ, ਮਾਈਨਿੰਗ ਵਾਲਿਆਂ ਨੇ ਕਿਤੇ ਘਸਾਤਾ ਨਹੀਂ ਦਿੱਤੀ, ਮਾਈਨਿੰਗ ਵਾਲਿਆਂ ਨੇ ਕਿਤੇ ਟੁੱਟਣ ਵਾਲਾ ਕੰਢਾ ਤਾਂ ਨਹੀਂ ਬਣਾਤਾ। ਦੇਖ ਆਉਣ, ਮੁੜ ਕੇ ਵੀ ਤਾਂ ਝੂਠ ਬੋਲਣਾ ਹੀ ਆ ਯਾਰ। ਆ 3-4 ਰਾਂ ਮਾਈਨਿੰਗ ਕਿਹਾ ਤੁਸੀਂ, ਮੈਨੂੰ ਇੰਨਾ ਗੁੱਸਾ ਆਇਆ ਨਾ। ਉਹ ਸ਼ਾਮ ਨੂੰ ਆ ਕੇ ਦੱਸ ਹੀ ਦਿੰਦੇ ਆ ਵੀ
ਉਸਤਾਦ ਜੀ ਉਧਰੋਂ ਵਾਵਾ ਡੂੰਗੀ ਖੱਡ ਹੋ ਗਈ, ਹੁਣ ਦੱਸੋ ਅਗਲਾ ਕਿਹੜੇ ਪਾਸੇ ਲਾਈ ਆ ਟੱਕ ਕਿੱਥੇ ਲਾਈ। ਤੇ ਫਿਰ ਅਸੀਂ ਜ਼ਰੂਰ ਜਾ ਕੇ ਵੇਖਣਾ ਜਦੋਂ ਆਪੇ ਪਤਾ ਲੱਗ ਜਾਂਦਾ। ਵੈਸੇ ਇਹੀ ਇੱਕ ਟੱਕ ਹੋਣਾ ਜਿਹੜੇ ਲੀਡਰ ਕਹਿੰਦੇ ਹੋਣੇ ਆਪੇ ਹੀ ਲਾ ਲਓ, ਮੈਂ ਨਹੀਂ ਜਾਣਾ, ਨਹੀਂ ਤਾਂ ਟੱਕ ਲਾਉਣ ਨੂੰ ਕਾਹਦੇ ਹੁੰਦੇ। ਉਹ ਤਦੇ ਉਹ ਕਹਿੰਦੇ ਉਹ ਤੇਰਾ ਭਲਾ ਜੇ ਤੁਸੀਂ ਪਿਛਲੀ ਵਾਰ ਆਪ ਕਹਿੰਦੇ ਉੱਥੇ 100 ਫੁੱਟ ਡੂੰਘਾ ਟੋਆ ਪਾਦਾ, ਮੈਂ ਨਹੀਂ ਜਾਣਾ, ਕਿਤੇ ਧੁੱਸੀ ਰੁੜ ਗਈ ਹੋਰ ਸਿਆਪਾ ਪਾ ਲਾਂਗੇ ਯਾਰ। ਹੈ ਤੁਸੀਂ ਕੋਈ ਨਹੀਂ ਤਗੜੇ ਹੋ ਗਏ ਉੱਥੇ, ਫੌਜ ਦੀ ਮਤ ਨਾ ਕਰੋ ਲੋਕਾਂ ਦੇ ਕੰਮ। ਤੁਸੀਂ ਉਹਨੇ ਮਮਤਾ ਬੈਨਰਜੀ ਦਾ ਜ਼ਿਕਰ ਕੀਤਾ ਸੀ ਯਾਰ, ਇੱਕ ਉਹ ਗੱਲ ਵਿੱਚ ਹੀ ਰਹਿ ਗਈ, ਕੁਦਰਤੀ ਯਾਦ ਆ ਗਈ ਮੈਨੂੰ। ਮਮਤਾ ਬੈਨਰਜੀ ਹੁਣ ਜਿਹੜਾ ਕੰਮ ਕਰ ਲਿਆ ਵੀ ਜਿਹੜੀ ਕਰੋਨਾ ਵਾਇਰਸ ਵਾਲੀ ਦਵਾਈ ਵਾਲਾ ਸਰਟੀਫਿਕੇਟ ਹੈ, ਉਹ ਤੇ ਕਹਿੰਦੀ ਵੀ ਫੋਟੋ ਮੇਰੀ ਲੱਗੂ ਭਾਈ ਸਾਹਿਬ, ਪ੍ਰਧਾਨ ਮੰਤਰੀ ਦੀ ਨਹੀਂ ਲੱਗਣ ਦੇਣੀ। ਉਧਰੋਂ ਬੀਜੇਪੀ ਵਾਲੇ ਤੰਗ ਹੋਏ ਫਿਰਦੇ, ਇੱਦਾਂ ਕਿੱਦਾਂ ਉਹ ਝਈਆਂ ਲੈ ਪੈਣ ਡਿਆ, ਸਾਡੇ ਪ੍ਰਧਾਨ ਮੰਤਰੀ ਸਾਹਿਬ ਦੀ ਫੋਟੋ ਲਵਾਤੀ ਕਹਿੰਦੇ। ਮਤਲਬ ਦਵਾਈ ਅਸੀਂ ਘੱਲੀਏ, ਟੀਕਾ ਅਸੀਂ ਲਵਾਈਏ, ਮਤਲਬ ਦੇਸ਼ ਦੇ ਵਿੱਚ ਬੱਲੇ ਬੱਲੇ ਸਾਡੇ ਵੱਲੋਂ ਹੋਵੇ, ਤੇ ਤੁਸੀਂ ਕਹਿੰਦੇ ਫੋਟੋ ਨਹੀਂ ਲੱਗਣ ਦੇਣੀ। ਸੰਧਾਲੀਆ ਸਾਹਿਬ ਮੈਨੂੰ ਐਂ ਲੱਗਦਾ ਤੁਹਾਨੂੰ ਜੇ ਯਾਦ ਹੋਵੇ 25 ਕੁ ਦਿਨ ਪਹਿਲਾਂ ਆਪਣੀ ਇਸੇ ਪ੍ਰੋਗਰਾਮ ਦੇ ਵਿੱਚ ਇਹਨਾਂ ਕੁਰਸੀਆਂ ਤੇ ਬੈਠ ਕੇ ਆਹੀ ਟੇਬਲ ਸੀ ਤੇ ਆਹੀ ਆਪਣੇ ਟੱਬਰ ਦੇ ਮੈਂਬਰ ਸੀ, ਮੈਂ ਇੱਕ ਗੱਲ ਕੀਤੀ ਸੀ ਕਿ ਭਾਈ ਜਿਸ ਕੰਪਨੀ ਦੇ ਜਿਨ੍ਹਾਂ ਵਿਗਿਆਨੀਆਂ ਨੇ ਦਵਾਈ ਦੀ ਖੋਜ ਕੀਤੀ ਆ, ਫੋਟੋ ਉਹਨਾਂ ਦੀ ਲਾ ਲਓ, ਫਾਹਾ ਵੱਢੋ ਯਾਰ, ਛੱਡੋ ਪਰਾਂ, ਐਵੇਂ ਤੁਸੀਂ ਜਾਣੀ ਝਈਆਂ ਲੈ ਪਈ ਜਾਂਦੇ ਹੋ ਇੱਕ ਦੂਜੇ ਨੂੰ। ਮੈਂ ਹੋਰ ਕਹਿਣਾ ਚਲੋ ਠੀਕ ਆ, ਨਹੀਂ ਸਰਦਾ, ਜਿਹੜੀ ਦਵਾਈ ਕੇਂਦਰ ਸਰਕਾਰ ਨੇ ਭੇਜੀ ਆ ਯਾਰ ਉੱਥੇ ਪ੍ਰਧਾਨ ਮੰਤਰੀ ਦੀ ਲਾ ਦਿਓ, 100% ਦੀ ਖਰੀਦ ਲੈਣੀ ਸੀ ਇਹਨਾਂ ਨੇ, ਸੂਬਿਆਂ ਨਾਲ ਰੌਲਾ ਹੀ ਨਹੀਂ ਸੀ ਪੈਣਾ। ਪਰ ਜੇ ਸੂਬਾ ਸਰਕਾਰ ਨੇ ਪੈਸੇ ਦੇ ਕੇ ਖਰੀਦੀ ਹੈ ਫਿਰ ਸੂਬਾ ਸਰਕਾਰ ਦੀ ਮੁੱਖ ਮੰਤਰੀ ਦੀ ਲਾ ਦਿਓ। ਪਰ ਇਦਾਂ ਪ੍ਰਾਈਵੇਟ ਹਸਪਤਾਲ ਵਾਲੇ ਕਹਿਣਗੇ ਭਾਈ ਅਸੀਂ 1200 ਨੂੰ ਖਰੀਦੀ ਆ, ਇੱਥੇ ਤਾਂ ਸਾਡੇ ਫਾਊਂਡਰ ਜਿਹੜੇ ਪ੍ਰੈਜ਼ੀਡੈਂਟ ਨੇ ਉਹਨਾਂ ਦੀ ਫੋਟੋ ਲੱਗੂਗੀ, ਫਿਰ ਮੰਨ ਜਾਓਗੇ? ਮੇਰਾ ਇਤਰਾਜ਼ ਹੈ ਕੀ ਆ, ਸਭ ਤੋਂ ਜ਼ਰੂਰੀ ਤੇ ਉਹ ਬੰਦੇ ਦੀ ਲਵਾਉਣੀ ਚਾਹੀਦੀ ਜਿਹਦੇ 1500 ਦਾ ਟੀਕਾ ਲੱਗਾ। ਉਹ ਕਹਿੰਦਾ ਵੀਰ ਮੇਰੇ ਉਹ 150 ਵਾਲਾ ਮੇਰੇ 1500 ਦਾ ਲਾਇਆ ਜੇ, ਘੱਟੋ ਘੱਟ ਸਰਟੀਫਿਕੇਟ ਤੇ ਮੇਰੀ ਫੋਟੋ ਤੇ ਲਾ ਦਿਓ ਵੀ ਆਹ ਬੰਦਾ ਸੀ ਵੀ ਸਰ ਜਿਹਨੇ 150 ਵਾਲੀ ਦਾ 1500 ਟੀਕਾ ਇੱਥੇ ਲੱਗਦਾ, ਉਹ ਇਦਾਂ ਹੱਥ ਰੱਖ ਕੇ ਤੁਰਿਆ ਹੁੰਦਾ। ਉਹ ਕਹਿੰਦੇ ਕੀ ਹੋਇਆ, ਕਹਿੰਦੇ ਇੱਥੇ ਘੱਟ ਦੁਖਦਾ, ਦਿਲ ਜ਼ਿਆਦਾ ਦੁਖਦਾ ਹੀ। ਹੈ ਨਾ, ਫੋਟੋ ਤਾਂ ਉਹਦੀ ਚਾਹੀਦੀ ਫਿਰ ਜਿਹੜੇ ਵਿਚਾਰੇ ਦੇ ਟੀਕਾ ਦੋ ਰਾਂ ਲੱਗਦਾ, ਇੱਕ ਤੇ ਸੂਈ ਵਾਲਾ ਲੱਗਦਾ, ਇੱਕ ਦੂਜਾ ਜੇਬ ਤੇ ਲੱਗਦਾ। ਮਤਲਬ ਆਹ ਤਾਂ ਕੰਮ ਹੋਇਆ ਪਿਆ। ਪਰ ਚਲੋ ਜੋ ਵੀ ਆ, ਇੱਥੇ ਕਿਤੇ ਨਾ ਕਿਤੇ ਮੈਨੂੰ ਸਮਝ ਨਹੀਂ ਆਈ ਵੀ ਇਦਾਂ ਦੀ ਸਿਆਸਤ ਦੇ ਵਿੱਚ ਮਮਤਾ ਬੈਨਰਜੀ ਨੂੰ ਨਹੀਂ ਪੈਣਾ ਚਾਹੀਦਾ। ਮੈਂ ਇੱਕ ਹੋਰ ਦੱਸਦਾ, ਕੇਂਦਰ ਨੂੰ ਵੀ ਨਹੀਂ ਪੈਣਾ ਚਾਹੀਦਾ, ਬੀਬੀ ਮਮਤਾ ਬੈਨਰਜੀ ਨੂੰ ਨਹੀਂ। ਕਿਉਂ? ਪੱਛਮੀ ਬੰਗਾਲ ਦੇ ਬਿਲਕੁਲ ਉੱਪਰ ਜੇ ਤੁਸੀਂ ਨਕਸ਼ੇ ਦੇ ਵਿੱਚ ਦੇਖੋਗੇ ਚੀਨ ਆਉਂਦਾ ਹੈ। ਪ੍ਰਧਾਨ ਮੰਤਰੀ ਸਾਹਿਬ ਜਿਸ ਦਿੱਲੀ ਦੇ ਵਿੱਚ ਬੈਠਦੇ ਆ ਉਹਦੇ ਤੋਂ ਉੱਪਰਲੇ ਪਾਸੇ ਨੂੰ ਹਰਿਆਣਾ, ਪੰਜਾਬ ਤੇ ਹਿਮਾਚਲ ਦੇ ਉੱਪਰ ਚੀਨ ਆਉਂਦਾ ਹੈ। ਜੇ ਸਿੱਧਾ ਹੀ ਥੱਲੇ ਨੂੰ ਚਲੇ ਜਾਣ ਤੇ ਬਹੁਤ ਥੋੜੇ ਕਿਲੋਮੀਟਰਾਂ ਦੇ ਬਾਅਦ ਉਹ ਕੇਰਲਾ ਤੋਂ ਪਿਛਲੇ ਪਾਸੇ ਸ਼੍ਰੀਲੰਕਾ ਆਉਂਦਾ ਤੇ ਹੁਣ ਉੱਥੇ ਵੀ ਚੀਨ ਆ। ਤੁਸੀਂ ਇਹ ਦੇਖੋ ਕਿ ਸਾਡੇ ਦੇਸ਼ ਦੇ ਲਈ ਖਤਰਾ ਕਿੱਦਾਂ ਵੱਧਦਾ। ਸੰਧਾਲੀਆ ਸਾਹਿਬ, ਪਾਕਿਸਤਾਨ, ਅਫਗਾਨਿਸਤਾਨ ਤੇ ਚੀਨ ਦੇ ਵਿਦੇਸ਼ ਮੰਤਰੀਆਂ ਦੀ ਇੱਕ ਮੀਟਿੰਗ ਹੋਈ ਹੈ ਆਨਲਾਈਨ। ਉਹਦੇ ਵਿੱਚ ਚੀਨ ਨੇ ਪਤਾ ਕੀ ਕਿਹਾ? ਉਹ ਕਹਿੰਦੇ ਜੀ ਅਸੀਂ ਅਫਗਾਨਿਸਤਾਨ ਦੇ ਵਿਦੇਸ਼ ਮੰਤਰੀ ਨੂੰ ਤੇ ਉੱਥੋਂ ਦੀ ਸਰਕਾਰ ਨੂੰ ਬੇਨਤੀ ਕਰਦੇ ਹਾਂ ਕਿ ਰੱਖਿਆ ਦੇ ਨਾਲ ਸੰਬੰਧਿਤ ਤੇ ਵਿੱਤੀ ਸਮਝੌਤੇ ਜਿੰਨੀ ਛੇਤੀ ਹੋ ਸਕਦਾ ਸਾਡੇ ਨਾਲ ਕਰੋ। ਇਹ ਮੀਟਿੰਗ ਕਦੋਂ ਹੁੰਦੀ ਹੈ ਤੁਸੀਂ ਧਿਆਨ ਰੱਖੋ, ਜਦੋਂ ਅਮਰੀਕਾ ਦੀਆਂ ਫੌਜਾਂ ਲਗਾਤਾਰ ਅਫਗਾਨਿਸਤਾਨ ਚੋਂ ਬਾਹਰ ਜਾ ਰਹੀਆਂ, ਉੱਥੋਂ ਦੀ ਸਰਕਾਰ ਕਮਜ਼ੋਰ ਹੋ ਰਹੀ ਹੈ, ਉੱਥੇ ਤਾਲਿਬਾਨੀ ਤੱਤ ਫਿਰ ਮਜ਼ਬੂਤ ਹੋ ਰਹੇ ਆ। ਤੇ ਜਦੋਂ ਤੱਕ ਅਮਰੀਕਾ ਦੀਆਂ ਫੌਜਾਂ ਉੱਥੇ ਸੀ, ਉੱਥੋਂ ਦੀ ਸਰਕਾਰ ਦੇ ਉੱਤੇ ਅਮਰੀਕਾ ਦਾ ਪ੍ਰਭਾਵ ਸੀ, ਉਦੋਂ ਤੱਕ ਭਾਰਤ ਦੀ ਸਰਕਾਰ ਦੀ ਉੱਥੇ ਚੱਲਦੀ ਸੀ। ਜਦੋਂ ਗਵਾਦਰ ਬੰਦਰਗਾਹ ਦੀ ਗੱਲ ਚੱਲਦੀ ਹੈ ਕਿ ਚੀਨ ਨੇ ਡਿਵੈਲਪ ਕਰ ਲਈ, ਅਸੀਂ ਅਫਗਾਨਿਸਤਾਨ ਡਿਵੈਲਪ ਕਰਦੇ ਸੀ। ਪਰ ਹੁਣ ਕਿਉਂਕਿ ਅਮਰੀਕਾ ਦਾ ਪ੍ਰਭਾਵ ਘਟ ਰਿਹਾ, ਨਾਲ ਹੀ ਭਾਰਤ ਦਾ ਘਟ ਰਿਹਾ, ਤੇ ਨਾਲ ਦੀ ਨਾਲ ਹੀ ਚੀਨ ਨੇ ਉਧਰਲੇ ਪਾਸੇ ਸਰਕਾਰ ਨਾਲ ਗੁਣਾ ਘਟਾਓ ਸ਼ੁਰੂ ਕਰ ਲਈ। ਪਾਕਿਸਤਾਨ 'ਚ ਚੀਨ, ਸ਼੍ਰੀਲੰਕਾ 'ਚ ਚੀਨ, ਬੰਗਲਾਦੇਸ਼ 'ਚ ਚੀਨ, ਮਿਆਂਮਾਰ 'ਚ ਚੀਨ, ਨੇਪਾਲ 'ਚ ਚੀਨ, ਤੇ ਜੇ ਹੁਣ ਉਧਰਲੇ ਪਾਸੇ ਅਫਗਾਨਿਸਤਾਨ 'ਚ ਭੂਟਾਨ, ਮੈਨੂੰ ਲੱਗਦਾ ਛੋਟਾ ਜਿਹਾ, ਉਹਦਾ ਫਿਰ ਵੀ ਸਾਡੇ ਨਾਲ ਮਾੜਾ ਮੋਟਾ ਹਿਸਾਬ ਹੈਗਾ ਜੀ। ਹਿਸਾਬ ਕਾਹਦਾ ਹੈਗਾ, ਸੜਕ ਤੋਂ ਤੇ ਅੱਖਾਂ ਵਿਖਾਤੀਆਂ ਸੀ, ਟਾਈਮ ਨਾ ਇਦਾਂ ਕਿਦਾਂ ਕਹਿੰਦੇ ਕਿੱਧਰ ਕਿਦਾਂ ਔਖਾ। ਆਪ ਫੋਟੋਆਂ ਤੋਂ ਛੱਡਣ, ਜੋ ਹੋ ਰਿਹਾ ਅਸਲ ਦੇ ਵਿੱਚ ਅੱਖਾਂ ਖੋਲ ਕੇ ਉੱਧਰ ਦੇਖਣ। ਦੇਖੋ ਗੱਲ ਪਤਾ ਕੀ ਹੈ ਵਾਰ ਸਾਹਿਬ, 24 ਦੇ ਵਿੱਚ ਵੋਟਾਂ ਨੇ, ਤੁਹਾਡਾ ਲੋਕਾਂ ਦਾ ਕੀ ਪਤਾ ਸਾਨੂੰ ਪਾਓ ਨਾ ਪਾਓ, ਮੈਂ ਐਵੇਂ ਲੋਕਾਂ ਦਾ ਹੁੰਦਾ ਮਰਾਂ, ਕੋਈ ਫਾਇਦਾ ਥੋੜਾ। ਜਾਂ ਤੇ ਚੀਨ ਵਾਂਗੂ ਪੱਕੀ ਮੋਹਰ ਲਾ ਦਿਓ ਵੀ ਭਾਈ ਸਾਹਿਬ ਸ਼ੀ ਜਿਨਪਿੰਗ ਸਾਹਿਬ ਵਾਂਗੂ ਇੱਧਰ ਵੀ ਬਸ ਰਹਿੰਦੀ ਦੁਨੀਆ ਤੱਕ ਤੁਸੀਂ ਰਹੋਗੇ, ਫਿਰ ਅਸੀਂ ਵੀ ਇਦਾਂ ਦੇ ਸਮਝੌਤੇ ਕਰ ਲੈਂਦੇ। ਮੰਨਦੇ ਹੋ? ਨਹੀਂ, ਗੱਲ ਤਾਂ ਤੁਹਾਡੀ ਠੀਕ ਹੈ। ਇਹ ਰੌਲਾ ਹੈ। ਦੇਖੋ ਕਾਰਨ ਹੈ, ਲੋਕਤੰਤਰ ਦੇ ਫਾਇਦੇ ਵੀ ਹੋ ਸਕਦੇ ਆ, ਲੋਕਤੰਤਰ ਦੇ ਨੁਕਸਾਨ ਵੀ ਹੈਗੇ ਆ। ਕਿਉਂਕਿ ਮੈਨੂੰ ਤਾਂ ਨੁਕਸਾਨ ਜ਼ਿਆਦਾ ਲੱਗਦੇ। ਇੱਕ ਤਾਂ ਲੋਕਤੰਤਰ 'ਚ ਜਿਸ ਹਿਸਾਬ ਨਾਲ ਗੱਡ ਕਰ ਲਿਆ ਕੰਮ ਵੀ ਭਾਈ ਸਾਹਿਬ ਖੋਤਾ ਘੋੜਾ ਆਪਾਂ ਇੱਕ ਬਰਾਬਰੀ ਕਰੀ ਫਿਰਦੇ ਵੀ ਕੋਈ ਜ਼ਰੂਰਤ ਨਹੀਂ ਹੈਗੀ ਵੀ ਭਾਈ ਸਾਹਿਬ ਅਗਲਾ ਵਾਲਾ ਬੰਦਾ, ਹੁਣ ਮੰਨ ਲਓ ਬਾੜ ਸਾਹਿਬ ਖਲੋਤੇ ਹੋ ਤੁਸੀਂ ਇੱਕ ਪਾਸੇ ਆਪਾਂ ਬੰਦਾ ਚੰਗਾ ਛੱਟਿਆ ਫੂਕਿਆ ਤੁਹਾਡੇ ਲਾਗੇ ਡਾਂਗ ਵਾਲਾ ਖਿਲਾਰ ਦੇ, ਜਿਹੜੇ ਦੋ ਡਾਂਗਾਂ ਤੁਹਾਡੇ ਵੀ ਮੌਰਾਂ 'ਚ ਰੱਖ ਸਕਦਾ ਹੋਵੇ, ਲੋਕਾਂ ਡਰਦੇ ਉਹਨੂੰ ਜਿਤਾ ਦੇਣਾ, ਤੁਸੀਂ ਰਹਿ ਜਾਣਾ। ਇਹ ਗੱਲ ਪੱਕੀ ਮੰਨਦੇ ਕਿ ਨਹੀਂ? ਮੈਂ ਕਿਉਂ ਮੰਨਾਂ? ਚਲੋ ਨਾ ਮੰਨੋ ਵੀ ਖਲੋ ਕੇ ਵੇਖ ਲਿਓ। ਨਹੀਂ ਖਲੋ ਕੇ ਨਹੀਂ, ਡਾਂਗਾ ਖਾ ਕੇ ਵੇਖ ਲਓ ਫਿਰ ਤੁਹਾਨੂੰ ਪਤਾ। ਹੁਣ ਇਹ ਜਿਹੜਾ ਕੰਮ ਹੈ ਨਾ, ਇਹਦਾ ਕਰਕੇ ਹੀ ਇਹ ਸਾਰਾ ਕੁਝ ਚੱਲ ਰਿਹਾ। ਹੁਣ ਚਾਈਨਾ ਜਿਹੜਾ, ਹੁਣ ਦੇਖੋ ਸ਼ਾਹੂਕਾਰ ਹੈ ਇੱਕ ਤਰ੍ਹਾਂ ਦਾ, ਦੁਨੀਆ ਦਾ ਸ਼ਾਹੂਕਾਰ। ਇੱਕ ਅਮਰੀਕਾ ਹੋ ਗਿਆ, ਦੂਜੇ ਪਾਸੇ ਹੁਣ ਚੀਨ ਉੱਭਰ ਰਿਹਾ। ਹੁਣ ਜਿਹਦੀ ਜੇਬ 'ਚ ਪੈਸੇ ਹੈ, ਜਿਹਨੇ ਅੱਧੀ ਦੁਨੀਆ ਕਰਜ਼ਈ ਕੀਤੀ ਪਈ ਹੈ, ਜਿਹੜਾ ਕੋਈ ਨਿੱਕਾ ਮੋਟਾ ਮੁਲਕ ਵਾਲਾ ਕਹਿੰਦਾ ਵੀ ਯਾਰ ਥੋੜ੍ਹਾ ਜਿਹਾ ਹੱਥ ਤੰਗ ਹੈ ਇਸ ਦਾ ਜੀ, ਇਹ ਉੱਦਾਂ ਹੀ ਜਿੱਦਾਂ ਸ਼ਾਹ ਦੀ ਦੁਕਾਨ 'ਤੇ ਜਾ ਕੇ ਸ਼ਾਹ ਜੀ ਕੋਈ ਥੋੜ੍ਹੀ ਜਿਹੀ ਖੰਡ ਜਿਹੀ ਹੋ ਜਾਂਦੀ, ਲੈ ਖੰਡ ਦੀ ਕਿਹੜੀ ਗੱਲ, ਪਾ ਬਈ ਖੰਡ ਇਹਨੂੰ ਕਿਲੋ, ਪੱਤੀ ਹੈਗੀ ਉਹ
ਦੇ ਦਿਓ ਥੋੜੀ, ਲੈ ਪੱਤੀ ਲੈ, ਥੋੜੀਆਂ ਲਾਚੀਆਂ ਪਾ ਦੇ ਉੱਤੇ, ਲੈ 20 ਰੁਪਏ ਵੀ ਲੈ ਤੂੰ, ਨਾਲ ਕੋਈ ਨਿਆਣਿਆਂ ਨੂੰ ਕੋਈ ਹੋਰ ਲੈ ਜੀ, ਹਨਾ। ਆਪਣਾ ਇਹ ਬਿਸਕੁਟ ਦਾ 2.5 ਰੁਪਏ ਵਾਲਾ ਪੈਕਟ ਨਾਲ ਧੱਕੇ ਨਾ ਪਾ ਦੇਣਾ, ਆ ਚਾਹ ਦਾ ਸਮਾਨ ਲਿਆ, ਬਿਸਕੁਟ ਤਾਂ ਖਾਓਗੇ ਹੈ ਨਾ। ਹੁਣ ਕਾਰਨ ਹੈ ਵੀ ਉਹ ਚੱਲੀ ਜਾਂਦਾ ਹੱਟੀ ਤੋਂ, ਕੰਮ ਹੱਟੀ ਤੋਂ ਚੱਲੀ ਜਾਂਦਾ। 6 ਮਹੀਨਿਆਂ ਬਾਅਦ ਜਦੋਂ ਲਾਲ ਵਈ ਅਗਲੇ ਵਹਿੰਦੇ ਆ, ਇਹ ਸੁੱਖ ਨਾ ਵਾਹਵਾ ਹੀ ਹੋ ਗਿਆ ਕੰਮ। ਹੁਣ ਕਿੱਦਾਂ ਆਪਣਾ ਮੈਂ ਗਿਆ ਹਾਂ ਘਰੇ, ਝੋਟੀ ਹੁਣ ਅੱਗੇ ਨੂੰ ਠੀਕ ਆ, ਹੈ ਕਿੰਨੇ ਕੁ ਦੀ ਆ ਉਹ। ਹੁਣ ਉਹ ਕੰਮ ਇਹ ਝੋਟੀਆਂ, ਮੱਝਾਂ, ਕੱਟੀਆਂ, ਵੱਛੀਆਂ, ਆਸੇ-ਪਾਸੇ ਜਿੰਨੇ ਮੁਲਕਾਂ ਦੀਆਂ, ਹੁਣ ਚੀਨ ਵਾਲੇ ਇਹੋ ਕੁਝ ਕਰਨ ਡਿਆ। ਹੁਣ ਜਿਹੜਾ ਸ੍ਰੀਲੰਕਾ ਵਾਲਿਆਂ ਨੇ ਆਖਿਆ ਵੀ ਹਾਂ ਭਾਈ ਸਾਹਿਬ ਤੁਸੀਂ ਬੰਦਰਗਾਹ ਬਣਾ ਲਓ, ਫਿਰ ਤੁਸੀਂ ਕੋਈ ਗੱਲ ਨਹੀਂ ਸ਼ਹਿਰ ਵੀ ਵਸਾ ਲਓ। ਅਗਲਾ ਹੁਣ ਸ਼ਹਿਰ ਤੇ ਥੋੜਾ ਰਹੂਗਾ। ਹੁਣ ਜਦੋਂ ਆਪਾਂ ਇੰਡੀਆ ਵਾਲੀ ਗੱਲ ਕਰਦੇ ਹਾਂ, ਇੰਡੀਆ ਵਾਲੇ ਆਪਣੇ ਇਹ ਕੀ ਕਰਨ ਡਿਆ ਵੀ 3 ਲੱਖ ਕਰੋੜ ਤੋਂ ਵੱਧ ਰਿਜ਼ਰਵ ਬੈਂਕ ਦਾ ਜਿਹੜਾ ਸੀ ਉਹ ਵੀ ਕਢਾ ਲਿਆ। ਇਹ ਉੱਦਾਂ ਹੀ ਹੋ ਗਿਆ ਵੀ ਮਾੜੇ ਘਰ ਦੇ ਵਿੱਚ ਜਿਹੜੀਆਂ ਉਹ ਮਾਈ ਦੀਆਂ ਦਾਜ ਵਾਲੀਆਂ ਵਾਲੀਆਂ ਹੁਣ ਪੁਰਾਣੀਆਂ ਭਾਰੀਆਂ, ਉਹ ਵੀ ਆਪਾਂ ਸੁਨਿਆਰੇ ਕੋ ਗਹਿਣੇ ਰੱਖ ਕੇ ਤੇ ਇਹ ਆਖੀਏ ਵੀ ਮੈਂ ਹੁਣ ਸ਼ਾਹੂਕਾਰ ਦੇ ਨਾਲ ਪੇਚਾ ਲੈਣਾ। ਇਦਾਂ ਕਿੱਦਾਂ? ਸੰਧਾਲੀਆ ਸਾਹਿਬ ਗੱਲ ਤਾਂ ਤੁਹਾਡੀ ਠੀਕ ਆ, ਪਰ ਕੀ ਕਰੀਏ। ਪਰ ਮੈਂ ਨਿੰਦਦਾ ਨਹੀਂ ਇਹਨੂੰ, ਇਹ ਨਾ ਆਖੇ ਵੀ ਤੁਸੀਂ ਦੇਸ਼ ਨੂੰ ਨਿੰਦਦੇ ਆ। ਮੈਂ ਤਾਂ ਇਹ ਕਹਿੰਦਾ ਵੀ ਜਿਹੜੇ ਦੇਸ਼ ਦੇ ਮੋਹਰੀ ਬਿਠਾਏ ਨੇ ਉਹਨਾਂ ਨਾਲ ਵੀ ਝਾਤੀ ਮਾਰ ਲਓ ਵੀ ਕੀ ਕਰਦੇ। ਉਹ ਸਾਰੀਆਂ ਗੱਲਾਂ ਕਲੀਅਰ ਨਹੀਂ ਦੱਸਦੇ। ਮੈਂ ਅੱਜ ਪੰਜਾਬ ਦੇ ਸਾਰੇ ਮੁੰਡੇ ਕੁੜੀਆਂ ਜਿਹੜੇ ਪੜ੍ਹੇ ਲਿਖੇ ਜਾਂ ਪੜ੍ਹ ਲਿਖ ਰਹੇ, ਉਹਨਾਂ ਨੂੰ ਹੋਕਾ ਦਿੰਨਾ ਕਿ ਭਾਈ ਜੇ ਬੀਐਡ ਕਰਨੀ ਹੈ, ਜੇ ਈਟੀਟੀ ਕਰਨੀ ਹੈ, ਜੇ ਐਸੀ ਕੋਈ ਡਿਗਰੀ ਕਰਨੀ ਹੈ ਜਿਹਦੇ ਨਾਲ ਕਿ ਤੁਹਾਨੂੰ ਪੜ੍ਹਾਉਣ ਦਾ ਲੱਗੇ, ਤੁਹਾਨੂੰ ਕਿ ਅਸੀਂ ਯੋਗ ਆ, ਤੁਹਾਨੂੰ ਲੱਗਦਾ ਹੋਊਗਾ, ਲੀਡਰਾਂ ਨੂੰ ਨਹੀਂ ਲੱਗਦਾ, ਉਹਨਾਂ ਨੂੰ ਨਾਲ ਐਥਲੈਟਿਕਸ ਦੇ ਵਿੱਚ ਪਾਰਟਿਸਿਪੇਟ ਕਰਨਾ ਚਾਹੀਦਾ। ਉਹਦੀ ਨਾ ਅੜਿੱਕਾ ਦੌੜ, ਉਹ ਅੜਿੱਕਾ ਦੌੜ ਕੀ ਹੁੰਦੀ ਆ? ਪਹਿਲਾਂ ਦੌੜੇ ਜਾਣਾ, ਫਿਰ ਮੂਹਰੇ ਕੋਈ ਨਾ ਕੋਈ ਚੀਜ਼ ਉਹਨਾਂ ਨੇ ਰੱਖੀ ਹੋਣੀ, ਟੱਪ ਕੇ ਜਾਣਾ, ਫਿਰ ਦੌੜੇ ਜਾਣਾ, ਫਿਰ ਟੱਪ ਕੇ ਜਾਣਾ। ਜੇ ਤਾਂ ਤੁਸੀਂ ਉਹ ਨਾਲ ਕਰਦੇ ਹੋ ਫਿਰ ਵਧੀਆ। ਹੁਣ ਵਿਜੇ ਇੰਦਰ ਸਿੰਗਲਾ ਸਾਹਿਬ ਐਜੂਕੇਸ਼ਨ ਮਿਨਿਸਟਰ ਨੇ, ਮੈਂ ਅੱਜ ਦੀ ਉਦਾਹਰਣ ਦੇ ਦਿੰਦਾ ਤੁਹਾਨੂੰ। ਉਹ ਐਜੂਕੇਸ਼ਨ ਮਿਨਿਸਟਰ ਸਾਹਿਬ ਦੀ ਕੋਠੀ ਘੇਰਨੀ ਸੀ, ਕਿਉਂ? ਕਹਿੰਦੇ ਜੀ ਕੱਚੇ ਆ, ਸਾਡੇ ਨਾਲ ਵਾਅਦਾ ਕੀਤਾ ਸੀ, ਸਾਨੂੰ ਪੱਕੇ ਨਹੀਂ ਕੀਤਾ, ਸਾਡੇ ਘਰ ਨਹੀਂ ਚੱਲਦੇ, ਕੰਗਾਲੀ ਦੇ ਵਿੱਚ ਚੁੱਲ੍ਹਾ ਗਿੱਲਾ, ਉੱਦਾਂ ਦੀ ਗੱਲ ਹੋ ਗਈ। ਹੁਣ ਜਦੋਂ ਪਹਿਲਾਂ ਇਕੱਠੇ ਹੋ ਗਏ, ਧਰਨਾ ਦਿੱਤਾ, ਫਿਰ ਕਹਿੰਦੇ ਜੀ ਅੱਛਾ ਮੰਤਰੀ ਸਾਹਿਬ ਨਾ ਤਾਂ ਮੁਲਾਕਾਤ ਦਾ ਸਮਾਂ ਦਿੰਦੇ ਆ, ਕੀ ਕਰੀਏ? ਚਲੋ ਮੰਤਰੀ ਸਾਹਿਬ ਦੇ ਘਰੇ ਚੱਲਦੇ ਆ। ਜੇ ਤਾਂ ਇਕੱਲੇ ਪੜ੍ਹੇ ਹੀ ਹੁੰਦੇ, ਜੇ ਬੈਠ ਕੇ ਅੱਖਾਂ ਮੋਟੇ ਸ਼ੀਸ਼ੇ ਵਾਲੀਆਂ ਐਨਕਾਂ ਦੇ ਨਾਲ ਇੱਦੇ ਦਾ ਹੋਈਆਂ ਹੁੰਦੀਆਂ ਕਿ ਭਾਈ ਆ ਵੀ ਕਰਨਾ, ਪਰ ਉਹਦੇ ਵਿੱਚੋਂ ਕਈ ਚੰਗੇ ਸੀ। ਪਹਿਲੇ ਬੈਰੀਕੇਡ ਆਏ, ਕਈ ਟੱਪ ਗਏ, ਫਿਰ ਦੂਜੇ ਬੈਰੀਕੇਡ ਆਏ, ਕਈ ਟੱਪ ਗਏ। ਉਹਨਾਂ ਨੂੰ ਨਾਲ ਦੀ ਨਾਲ ਐਕਸਰਸਾਈਜ਼ ਦੀ ਵੀ ਲੋੜ ਹੈ, ਕਿਉਂਕਿ 4-4 5-5 ਡਾਂਗਾਂ ਤਾਂ ਐਵਰੇਜ ਆਉਂਦੀਆਂ ਹੀ ਆ ਹਿੱਸੇ। ਤਾਂ ਫਿਰ ਜੇ ਤਾਂ ਭਾਈ ਤੁਸੀਂ ਨਾਲ ਦੀ ਨਾਲ ਅੜਿੱਕਾ ਦੌੜ ਲਾਉਣੀ ਜਾਣਦੇ ਆ ਕਿ ਭਾਈ ਕਿੱਥੇ ਝੁੱਕ ਕੇ ਬਹਿ ਜਾਣਾ, ਕਿੱਥੋਂ ਟੱਪ ਕੇ ਲੰਘ ਜਾਣਾ, ਡਾਂਗ ਜਿਹੜੀ ਹੈ ਸਿਰ 'ਚ ਨਹੀਂ ਖਾਣੀ, ਉਸ ਵੇਲੇ ਪਿੱਠ ਮੂਹਰੇ ਕਰ ਦੇਣੀ ਹੈ, ਜਾਂ ਫਿਰ ਇੱਥੇ ਨਹੀਂ ਖਾਣੀ, ਆਹ ਚੀਜ਼ ਮੂਹਰੇ ਕਰ ਦੇਣੀ ਹੈ। ਜੇ ਤਾਂ ਤੁਹਾਨੂੰ ਇਹਨਾਂ ਸਾਰੀਆਂ ਚੀਜ਼ਾਂ ਦਾ ਪਤਾ ਹੈ, ਫਿਰ ਤਾਂ ਤੁਸੀਂ ਭਾਈ ਜਾ ਕੇ ਮਾੜੀ ਮੋਟੀ ਆਪਣੀ ਮੰਗ ਦੀ ਆਵਾਜ਼, ਸ਼ਾਇਦ ਉਹ ਬਹੁਤ ਵੱਡੇ ਕਮਰੇ ਦੇ ਵਿੱਚ ਬੈਠੇ ਜਿਹੜੇ ਕਿ ਬਿਲਕੁਲ ਆਪਾਂ ਕਹੀਏ ਕਿ ਨੋਇਸ ਉੱਥੇ ਜਾਂਦੀ ਨਹੀਂ, ਆਵਾਜ਼ ਪ੍ਰਦੂਸ਼ਣ ਜਾਂਦਾ ਨਹੀਂ, ਸ਼ਾਇਦ ਸਿੱਖਿਆ ਮੰਤਰੀ ਸਾਹਿਬ ਦੇ ਕੰਨੀ ਪੈ ਜਾਵੇ। ਨਹੀਂ ਤਾਂ ਫਿਰ ਤੁਹਾਨੂੰ ਪਤਾ ਹੀ ਆ, ਮੁੜ ਕੇ ਤਾਂ ਸੇਕਾ ਹੀ ਆ, ਕੱਪੜਾ ਜਿਹਾ ਇਕੱਠਾ ਕਰਕੇ ਸੇਕਾ ਸਾਰੇ ਇੱਕ ਦੂਜੇ ਨੂੰ ਦੇਈ ਜਾਓ। ਨਹੀਂ ਇੱਟਾ ਵਾਵਾ ਚ ਗਰਮ ਰਹਿੰਦਾ। ਪਰ ਚਲੋ ਕਰੀਏ ਕੀ? ਦੇਖੋ ਕਾਰਨ ਹੈ ਵੀ ਹੋ ਸਕਦਾ ਤੁਹਾਨੂੰ ਸਾਡੀਆਂ ਗੱਲਾਂ ਐਂ ਲੱਗਦੀਆਂ ਹੁਣ ਵੀ ਇਹ ਟਿਚਰਾਂ ਕਰਦੇ ਆ, ਪਰ ਬਾਠ ਸਾਹਿਬ ਕਾਰਨ ਪਤਾ ਕੀ ਹੈ? ਇਹਦੇ ਲਈ ਦੋਸ਼ੀ ਕਿਤੇ ਆਪਾਂ ਹੈਗੇ ਆ। ਇਹ ਗੱਲ ਤੁਸੀਂ ਮੰਨੋ ਜਾਂ ਨਾ ਮੰਨੋ, ਮੈਂ ਇੰਜੀਨੀਅਰ ਨਾਲ ਗੱਲ ਕਰਦਾ ਵੀ ਲੋਕਾਂ 'ਚ ਕਸੂਰ ਹੈਗਾ, ਤੁਸੀਂ ਉਸੇ ਵੇਲੇ ਲੋਕਾਂ ਵਾਲੇ ਪਾਸੋਂ ਕਹਿੰਦੇ ਮੈਂ ਪੰਚਾਇਤ ਦੇ ਵਿੱਚ ਬੈਠਾ, ਮੈਂ ਸਰਪੰਚ, ਲੋਕਾਂ ਦਾ ਲੋਕ ਮੈਂਬਰ ਬਣਨਾ, ਮੈਂ ਮੈਂਬਰ। ਆਹੋ ਇੱਦਾਂ ਥੋੜ੍ਹਾ ਹੁੰਦਾ। ਮਤਲਬ ਕਿਤੇ ਨਾ ਕਿਤੇ ਆਪਾਂ ਨੂੰ ਵੀ ਥੋੜ੍ਹਾ ਲੋਕਾਂ ਨੂੰ ਸਹੀ ਚੁਣਨ ਦੀ ਆਦਤ ਪਾਉਣੀ ਪਊਗੀ, ਸਹੀ ਨੂੰ ਸਹੀ, ਗਲਤ ਨੂੰ ਗਲਤ ਕਹਿਣਾ ਪਊ, ਮਸਲਾ ਹੱਲ ਹੋ ਜੂ। ਸਮਾਂ ਹੋ ਗਿਆ ਸੰਧਾਲੀਆ ਸਾਹਿਬ, ਮੈਨੂੰ ਪੂਰੀ ਉਮੀਦ ਹੈ ਕਿ ਤੁਹਾਡੇ ਵੋਟਰ ਤੇ ਸਾਡੇ ਆਮ ਲੋਕ ਜਿਹੜੇ ਸਾਡੇ ਵਰਗੇ, ਇਹ ਆਉਣ ਵਾਲੇ 7 ਮਹੀਨਿਆਂ ਦੇ ਵਿੱਚ ਚੰਗਾ ਸੋਚਣਗੇ, ਭਾਈਚਾਰਕ ਸਾਂਝ ਰੱਖਣਗੇ ਤੇ ਵੋਟਾਂ ਜਿਹੜੀ ਮਰਜ਼ੀ ਪਾਰਟੀ ਦਾ ਬੰਦਾ ਹੋਵੇ ਪਰ ਚੰਗਿਆਂ ਨੂੰ ਪਾਉਣਗੇ, ਚੜ੍ਹਦੀ ਕਲਾ ਰਹੂਗੀ। ਚਲੋ ਬਹੁਤ ਧੰਨਵਾਦ ਫਿਰ। ਸ਼ੁਕਰੀਆ ਜੀ, ਮਿਹਰਬਾਨੀ। ਲਓ ਜੀ, ਫਿਰ ਇਹਦੇ ਨਾਲ ਹੀ ਇਸ ਪ੍ਰੋਗਰਾਮ ਨੂੰ ਇੱਥੇ ਸਮਾਪਤ ਕਰਦੇ ਹਾਂ। ਤੁਸੀਂ ਆਪਣੀ ਫੀਡਬੈਕ ਸਾਡੇ ਤੱਕ ਪਹੁੰਚਾਉਂਦੇ ਰਿਹਾ ਕਰੋ। ਦੇਖਦੇ ਰਹਿਣਾ ਪ੍ਰਾਈਮ ਏਸ਼ੀਆ TV, ਤੁਹਾਡਾ ਆਪਣਾ, ਤੁਹਾਡੇ ਲਈ।